ਦਰਬਾਰੇ ਖਾਲਸਾ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਰਪਿੰਦਰ ਸਿੰਘ ਕੋਟਪੂਰਾ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਦਰਸ਼ਕੋ, ਅੱਜ ਇੱਕ ਅਸੀਂ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਪਰਸਨੈਲਿਟੀ ਵੀ ਬੜੀ ਅਹਿਮ ਹੈ। ਹਰ ਮਾਂ-ਬਾਪ ਦੀ ਪੋਜੀਸ਼ਨ ਇਹ ਬਣੀ ਹੈ ਕਿ ਅੱਜ ਪਰਿਵਾਰਾਂ ਦੇ ਵਿੱਚ ਜਦ ਬੱਚੇ ਬਾਲ ਅਵਸਥਾ ਤੋਂ ਕਿਸ਼ੋਰ ਅਵਸਥਾ ਤੇ ਕਿਸ਼ੋਰ ਅਵਸਥਾ ਤੋਂ ਅਗਲੀ ਅਵਸਥਾ ਜਿਹੜੀ ਹੈ ਉਹਨਾਂ ਦੀ ਜਵਾਨੀ ਵਾਲੇ ਪਾਸੇ ਨੂੰ ਪੈਰ ਧਰਦੇ ਆ ਤੇ ਉੱਥੇ ਜਾ ਕੇ ਉਹ ਅਣਗਿਣਤ ਅਲਾਮਤਾਂ ਦਾ ਸ਼ਿਕਾਰ ਹੁੰਦੀ ਹੈ। ਸੁਸਾਇਟੀ ਦੇ ਵਿੱਚ ਅਜਿਹੇ ਲੋਕ ਨੇ ਜਿਹੜੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ। ਬੱਚਿਆਂ 'ਚ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਉਹ ਜਦੋਂ ਉਹਨਾਂ ਦੀ ਉਮਰ ਬਦਲਦੀ ਹੈ ਜਾਂ ਇਹ ਕਹਿ ਲਈਏ ਕਿ ਜਵਾਨੀ ਵਾਲੇ ਪਾਸੇ ਨੂੰ ਪੈਰ ਧਰਦੇ ਨੇ ਤੇ ਉੱਥੇ ਉਹ ਮਾੜੀ ਸੰਗਤ ਜਾਂ ਇਹ ਕਹਿ ਲਓ ਕਿ ਡਰੱਗ ਡੀਲਰਾਂ ਤੱਕ ਦਾ ਸ਼ਿਕਾਰ ਹੋ ਜਾਂਦੇ ਨੇ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਪਰਿਵਾਰ ਅਕਹਿਰੇ ਨਹੀਂ ਸੀ ਹੁੰਦੇ, ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਤੇ ਅੱਜ ਦਾ ਸਮਾਂ ਇਹ ਆ ਗਿਆ ਕਿ ਪਰਿਵਾਰ ਜਿਹੜੇ ਨੇ ਅਕਹਿਰੇ ਹੈ, ਕੱਲੇ ਕੱਲੇ ਪਰਿਵਾਰ ਹੈ। ਪਰਿਵਾਰਾਂ ਦੇ ਸ਼ਹਿਰੀਕਰਨ ਨੇ ਸਾਨੂੰ ਇੱਥੋਂ ਤੱਕ ਲੈ ਜਾਂਦਾ ਕਿ ਜ਼ਿੰਦਗੀ ਦੀ ਸਪੀਡ ਦੇ ਵਿੱਚ ਕਦੋਂ ਅਸੀਂ ਆਪਣੇ ਬੱਚਿਆਂ ਤੋਂ ਦੂਰ ਹੋ ਗਏ, ਇਸ ਗੱਲ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ। ਹਾਲਾਤ ਇੱਥੋਂ ਤੱਕ ਬਣੇ ਹੋਏ ਨੇ ਕਿ ਬੱਚਾ ਪ੍ਰਾਇਮਰੀ ਜਮਾਤ 'ਚ ਪੜ੍ਹਦਾ, ਉਹ ਮੁੱਢਲੀਆਂ ਕਲਾਸਾਂ 'ਚ ਪੜ੍ਹਦਾ ਤੇ ਉਹਦੇ ਸਿਲੇਬਸ ਦੇ ਵਿੱਚ ਇਹ ਜੋੜ ਦਿੱਤਾ ਜਾਂਦਾ ਹੈ, ਅਕਹਿਰਾ ਪਰਿਵਾਰ ਸੁਖੀ ਪਰਿਵਾਰ, ਛੋਟਾ ਪਰਿਵਾਰ ਸੁਖੀ ਪਰਿਵਾਰ। ਇੱਕ ਸਮਾਂ ਹੁੰਦਾ ਸੀ ਜਦੋਂ ਬੱਚਾ ਜੁਆਇੰਟ ਫੈਮਿਲੀਜ਼ ਦੇ ਵਿੱਚ ਰਹਿ ਰਿਹਾ ਸੀ ਤੇ ਉਹ ਅਣਗਿਣਤ ਕਦਰਾਂ ਕੀਮਤਾਂ ਜਿਹੜੀਆਂ ਸੀ ਉਹ ਸਿੱਖ ਜਾਂਦਾ ਸੀ ਤੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜਿਹੜੀ ਆ ਉਹ ਢਾਲ ਲੈਂਦਾ ਸੀ। ਪਰ ਅੱਜ ਦੀ ਜਿਹੜੀ ਲਾਈਫ ਹੈ ਉਹਦੇ 'ਚ ਸਾਡੇ ਕੋਲ ਬੱਚਿਆਂ ਵਾਸਤੇ ਸਮਾਂ ਜਿਹੜਾ ਬਹੁਤ ਘਟ ਗਿਆ। ਸ਼ਹਿਰੀਕਰਨ ਦੇ ਵਿੱਚ ਅਸੀਂ ਜਿਹੜਾ ਰੋਜ਼ਮਰਾ ਦੀ ਸਾਡੀ ਜ਼ਿੰਦਗੀ ਆ ਉਹਦੇ 'ਚ ਇੰਨੇ ਕੁ ਰੁਝੇਵੇਂ ਜ਼ਿਆਦਾ ਵਧੇ ਨੇ, ਅਸੀਂ ਬੱਚੇ ਨੂੰ ਸਮਝਣਾ ਭੁੱਲ ਗਏ ਹਾਂ। ਸਾਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਬੱਚੇ ਨਾਲ ਕਿਸ ਤਰੀਕੇ ਨਾਲ ਡੀਲ ਕਰੀਏ ਤਾਂ ਕਿ ਉਹ ਉਹਨਾਂ ਸਿਸਟਮ ਤੋਂ, ਉਹਨਾਂ ਘਰਾਣਿਆਂ ਤੋਂ, ਉਹਨਾਂ ਡਰੱਗ ਡੀਲਰਾਂ, ਸ਼ਬਦ ਮੈਂ ਵਰਤੂੰਗਾ, ਡਰੱਗ ਡੀਲਰਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖ ਸਕੇ ਤੇ ਸਾਡੇ ਨਾਲ ਕਿਸ ਰੂਪ ਜੁੜਿਆ ਰਹਿ ਸਕੇ। ਜਦੋਂ ਬੱਚਾ ਬਾਲ ਅਵਸਥਾ ਤੋਂ ਕਿਸ਼ੋਰ ਅਵਸਥਾ ਤੇ ਕਿਸ਼ੋਰ ਅਵਸਥਾ ਤੋਂ ਅੱਗੇ ਅਡਲਟ ਅਵਸਥਾ ਦੇ ਵਿੱਚ ਪਹੁੰਚਦਾ ਹੈ ਤਾਂ ਉਹਦੇ 'ਚ ਕੀ ਕੀ ਚੇਂਜਸ ਆਉਂਦੀਆਂ ਨੇ, ਉਹਦੀਆਂ ਕੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ, ਕੀ ਕੀ ਖੁਆਇਸ਼ਾਂ ਹੁੰਦੀਆਂ ਨੇ। ਉਹਦੇ 'ਚ ਹਾਰਮੋਨਲ ਚੇਂਜਸ ਜਦੋਂ ਆਉਂਦੀਆਂ ਤੇ ਉਹਨਾਂ ਨੂੰ ਕਿਸ ਤਰੀਕੇ ਸਮਝਿਆ ਜਾਵੇ, ਕਿਸ ਤਰੀਕੇ ਉਹਨਾਂ ਦੇ ਨਾਲ ਵਿਵਹਾਰ ਕੀਤਾ ਜਾਵੇ, ਇਹ ਸਾਰਾ ਕੁਝ ਸਮਝਣ ਦੇ ਲਈ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਬੱਚਿਆਂ ਦੀ ਮਾਨਸਿਕਤਾ ਸਮਝੀ ਤੇ ਇਹ ਬਿਲਕੁਲ ਸਪਸ਼ਟ ਹੋਏਗਾ, ਸਾਫ਼ ਸ਼ਬਦਾਂ 'ਚ ਇਹ ਗੱਲ ਕਹਿ ਸਕਦੇ ਹਾਂ ਕਿ ਬੱਚੇ ਆਪਣੀ ਬਿਹਤਰ ਜ਼ਿੰਦਗੀ ਜਿਹੜੀ ਆ ਉਹ ਜਿਉ ਸਕਣਗੇ। ਉਹਨਾਂ ਨੂੰ ਕਿਸੇ ਕਿਸਮ ਦੀਆਂ ਉਸ ਤਰ੍ਹਾਂ ਦਾ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਕੇ ਜਦੋਂ ਅਸੀਂ ਵਾਤਾਵਰਨ ਦੇਵਾਂਗੇ ਤਾਂ ਬੱਚੇ ਆਪਣੀ ਜ਼ਿੰਦਗੀ ਤੋਂ ਭਟਕ ਨਹੀਂ ਸਕਣਗੇ। ਮੈਂ ਸ਼ਬਦ ਜਿਹੜਾ ਸੂਟੇਬਲ ਸ਼ਬਦ ਮੈਂ ਸਮਝਦਾ ਕਿ ਇਹ ਸ਼ਬਦ ਹੋਏਗਾ ਕਿ ਬੱਚੇ ਆਪਣੀ ਜ਼ਿੰਦਗੀ ਤੋਂ ਭਟਕ ਨਹੀਂ ਸਕਣਗੇ ਔਰ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਉ ਸਕਣਗੇ। ਉਹ ਜ਼ਿੰਦਗੀ ਸਾਡੇ ਪਰਿਵਾਰ ਲਈ ਵੀ ਬਿਹਤਰ ਹੋਏਗੀ, ਸਮਾਜ ਲਈ ਵੀ ਬਿਹਤਰ ਹੋਏਗੀ ਤੇ ਦੁਨੀਆ ਲਈ ਵੀ ਬਿਹਤਰ ਹੋਏਗੀ। ਅਸੀਂ ਇੱਕ ਬਿਹਤਰ ਭਵਿੱਖ ਜਿਹੜਾ ਉਹ ਸਿਰਜਣਾ ਹੈ। ਉਹ ਬੱਚੇ ਦੇ ਵਿੱਚ ਕੀ ਕੀ ਚੇਂਜਸ ਆਉਂਦੀਆਂ ਨੇ, ਹਾਰਮੋਨਲ ਚੇਂਜਸ ਦੇ ਨਾਲ ਬੱਚਾ ਕੀ ਸੋਚਦਾ ਹੈ, ਕਿਸ ਐਂਗਲ ਤੋਂ ਸੋਚਦਾ ਹੈ ਤੇ ਉਹਨੂੰ ਕਿਸ ਤਰੀਕੇ ਸਮਝਿਆ ਜਾਵੇ, ਕਿਸ ਤਰ੍ਹਾਂ ਦਾ ਮਾਹੌਲ ਦਿੱਤਾ ਜਾਵੇ, ਇਹ ਸਾਰਾ ਕੁਝ ਜਾਣਨ ਦੇ ਲਈ ਅਸੀਂ ਚੱਲਦੇ ਹਾਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਕੋਲ। ਉਹ ਸਾਡੇ ਨਾਲ ਜੁੜ ਚੁੱਕੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਵਿਚਾਰ ਚਰਚਾ ਸ਼ੁਰੂ ਕਰੀਏ, ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਜਿਸ ਕਿਸੇ ਵੀਰ ਨੇ, ਭੈਣ ਨੇ ਅਜੇ ਤੱਕ ਦਰਬਾਰੇ ਖਾਲਸਾ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਿਤ ਦਿਨ ਬਿਨਾਂ ਕਿਸੇ ਲੋਭ ਤੇ ਲਾਲਚ ਦੇ ਸਰਬੱਤ ਦੇ ਭਲੇ ਲਈ ਇਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਨੂੰ ਤੁਹਾਡੇ ਰੂਬਰੂ ਕਰਦੇ ਰਹਿੰਦੇ ਆ ਤੇ ਤੁਹਾਨੂੰ ਤੁਹਾਡੇ ਤੱਕ ਜਾਣਕਾਰੀ ਜਿਹੜੀ ਆ ਉਹ ਪਹੁੰਚਦੀ ਰਹੇ। ਤੁਸੀਂ ਆਪਣੇ ਆਪ ਨੂੰ, ਆਪਣੇ ਆਲੇ ਦੁਆਲੇ ਨੂੰ, ਆਪਣੇ ਪਰਿਵਾਰ ਨੂੰ ਬਿਹਤਰ ਬਣਾ ਸਕੋ। ਸੋ ਹੁਣ ਚੱਲਦੇ ਹਾਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਕੋਲ, ਜਿਹੜੇ ਜ਼ੂਮ ਦੇ ਜਰੀਏ ਸਾਡੇ ਨਾਲ ਜੁੜ ਚੁੱਕੇ ਨੇ। ਬਹੁਤ ਸਾਰੇ ਦਰਸ਼ਕ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਉਹਨਾਂ ਦੇ ਸਵਾਲ ਅਖੀਰ ਦੇ ਵਿੱਚ ਲਵਾਂਗੇ। ਸੋ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਡਾਕਟਰ ਸਾਹਿਬ ਤੋਂ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਦਰਬਾਰੇ ਖਾਲਸਾ ਤੇ ਜੀ ਆਇਆਂ ਨੂੰ ਕਹਿੰਦੇ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦੀ ਹਾਂ। ਸੋ ਅਸੀਂ ਜਾਣਨਾ ਚਾਹਾਂਗੇ ਇਹਨਾਂ ਸਿਚੁਏਸ਼ਨਸ ਦੇ ਵਿੱਚ ਕਿਸ ਤਰੀਕੇ, ਕਿਵੇਂ ਅਸੀਂ ਬੱਚਿਆਂ ਨੂੰ ਸਮਝ ਸਕਦੇ ਹਾਂ, ਉਹਨਾਂ ਦੇ ਵਿੱਚ ਕੀ ਕੀ ਚੇਂਜਸ ਆਉਂਦੀਆਂ ਨੇ ਤੇ ਅਸੀਂ ਆਪਣੇ 'ਚ ਕਿਹੜੀਆਂ ਕਿਹੜੀਆਂ ਚੇਂਜਸ ਲਿਆਉਣੀਆਂ ਨੇ। ਜਦੋਂ ਯਾਨੀ ਇੱਕ ਪੁਰਾਣੀ ਕਹਾਵਤ ਹੁੰਦੀ ਸੀ ਕਿ ਬੱਚਾ ਜਿਹੜਾ ਉਹ ਫਿਜ਼ੀਕਲ ਪਨਿਸ਼ਮੈਂਟ ਦੇ ਕੇ ਉਹਨੂੰ ਅਸੀਂ ਮੋਲਡ ਕਰ ਸਕਦੇ ਹਾਂ,
ਇੱਥੋਂ ਤੱਕ ਕਹਾਵਤਾਂ ਬਣ ਗਈਆਂ ਸੀ ਕਿ ਮੁੰਡਾ ਤੇ ਰੰਬਾ ਇਹ ਚੰਡੇ ਠੀਕ ਆਉਂਦੇ ਨੇ। ਸੋ ਇਹਨਾਂ ਗੱਲਾਂ ਤੇ ਨਾਲ ਤੁਸੀਂ ਕਿੱਥੋਂ ਤੱਕ ਸਹਿਮਤ ਹੋ ਜਾਂ ਬਿਲਕੁਲ ਸਹਿਮਤ ਨਹੀਂ, ਤੇ ਜੇ ਸਹਿਮਤ ਨਹੀਂ ਤਾਂ ਕਿਸ ਤਰੀਕੇ ਅਸੀਂ ਉਹਨਾਂ ਬੱਚਿਆਂ ਨੂੰ ਸਮਝੀਏ ਤਾਂ ਕਿ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਿਹਤਰ ਬਣ ਸਕੇ, ਚਾਈਲਡ ਰਾਈਟਸ ਜਿਹੜੇ ਨੇ ਉਹਨਾਂ ਦਾ ਧਿਆਨ ਰੱਖਿਆ ਜਾ ਸਕੇ, ਉਹਨਾਂ ਨੂੰ ਧਿਆਨ 'ਚ ਰੱਖਦਿਆਂ ਬੱਚੇ ਨੂੰ ਇੱਕ ਬਿਹਤਰ ਨਾਗਰਿਕ ਅਸੀਂ ਬਣਾ ਸਕੀਏ। ਜੀ ਦਰਬਾਰੇ ਖਾਲਸਾ ਤੇ ਜੁੜੇ ਹੋਏ ਸਰੋਤਾਓ, ਸਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਜੀ ਆਇਆਂ ਨੂੰ ਕਿ ਤੁਸੀਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਸੁਣਨ ਦੇ ਲਈ ਸਾਰੇ ਸ਼ਾਮਲ ਹੋਏ ਹੋ। ਆਪਣੇ ਸ਼ੁਰੂ ਦੇ ਆਪਣੀ ਗੱਲਬਾਤ ਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਬਰਾੜ ਹੋਰਾਂ ਨੇ ਬਹੁਤ ਹੀ ਮਤਲਬ ਕਿ ਵਿਸਤਾਰ ਦੇ ਵਿੱਚ ਜਿਹੜੀਆਂ ਅਸੀਂ 2-4 ਹੋ ਰਹੇ ਹਾਂ ਨੌਜਵਾਨਾਂ ਦੀਆਂ ਸਮੱਸਿਆਵਾਂ ਨਾਲ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਮੈਂ ਮਤਲਬ ਕਿ ਜੋ ਦਾ ਟੌਪਿਕ ਸੀਗਾ ਉਹ ਚੁਣਿਆ ਸੀਗਾ ਜਿਹੜਾ ਕਿ ਉਹ ਹੈਗਾ ਕਿ ਇਹਨਾਂ ਨੌਜਵਾਨਾਂ ਦੀਆਂ ਜਾਂ ਜਿਹੜੇ ਨੌਜਵਾਨ ਜੀ ਪੈਰ ਧਰ ਰਹੇ ਨੇ ਉਹਨਾਂ ਦੀਆਂ ਖਾਸੀਅਤਾਂ। ਅਸੀਂ ਜਦੋਂ ਵੀ ਗੱਲ ਕਰਦੇ ਹਾਂ, ਜਿਵੇਂ ਮਤਲਬ ਕਿ ਬਰਾੜ ਹੋਰਾਂ ਨੇ ਵੀ ਕਿਹਾ ਹੈਗਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਨਸ਼ਿਆਂ ਦੀ, ਗੱਲ ਕਰਦੇ ਹਾਂ ਉਹਨਾਂ ਦੇ ਥਿੜਕਣ ਦੀ, ਗੱਲ ਕਰਦੇ ਹਾਂ ਜਿਵੇਂ ਉਹ ਮਤਲਬ ਕਿ ਇੱਕ ਦ੍ਰਿਸ਼ ਇਹੋ ਜਿਹਾ ਪੇਸ਼ ਕਰਦੇ ਹਾਂ ਕਿ ਇਹ ਅਵਾਰਾਗਰਦ ਨੇ, ਖਰਚੀਲੇ ਨੇ, ਫੈਸ਼ਨ ਪ੍ਰਸਤ ਨੇ। ਇਸ ਤਰ੍ਹਾਂ ਦੀਆਂ ਸਾਡੇ ਸਾਹਮਣੇ ਬਹੁਤ ਵੱਡੀਆਂ ਧਾਰਨਾਵਾਂ ਪੇਸ਼ ਹੋ ਰਹੀਆਂ ਨੇ, ਨਜ਼ਰ ਵੀ ਆ ਰਹੀਆਂ ਨੇ, ਪਰ ਅਸੀਂ ਕਦੇ ਇਹਨਾਂ ਦੀ ਖਾਸੀਅਤ ਦੀ ਗੱਲ ਨਹੀਂ ਕਰਦੇ। ਉਹ ਖਾਸੀਅਤ ਜਾਣਨ ਦੀ ਲੋੜ ਹੈਗੀ ਹੈ, ਤੇ ਉਹ ਖਾਸੀਅਤ ਜਿਹੜੀ ਸੀਗੀ ਇਸ ਉਮਰ ਦੇ ਵਿੱਚ, ਉਹ ਖਾਸੀਅਤ ਜਿਹੜੀ ਹੈਗੀ ਹੈ ਉਹ ਕਿਉਂ ਅਸੀਂ ਦੇਖ ਨਹੀਂ ਪਾ ਰਹੇ ਜਾਂ ਅਸੀਂ ਕਿਉਂ ਉਸ ਨੂੰ ਵਿਕਸਿਤ ਨਹੀਂ ਕਰ ਪਾ ਰਹੇ, ਇਹ ਗੱਲ ਸਮਝਣ ਦੀ ਲੋੜ ਹੈਗੀ ਹੈ। ਫਿਰ ਅਸੀਂ ਦੇਖੀਏ ਵੀ ਇਹ ਜਿਹੜੀਆਂ ਅਲਾਮਤਾਂ ਅੱਜ ਜਿਹੜੀਆਂ ਗੱਲ ਕੀਤੀ ਹੈ, ਕਾਫੀ ਇਹਨਾਂ ਨੇ ਅਲਾਮਤਾਂ ਗਿਣਾਈਆਂ ਵੀ ਨੇ, ਉਹ ਅਲਾਮਤਾਂ ਪੈਦਾ ਹੋਣ ਦਾ ਕਾਰਨ ਕੀ ਹੈ, ਆਪਾਂ ਉਹਨਾਂ ਕਾਰਨਾਂ ਨੂੰ ਪਹਿਲਾਂ ਲੱਭੀਏ, ਫਿਰ ਅਸੀਂ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਕੁਝ ਨਾ ਕੁਝ ਸੋਚ ਸਕਾਂਗੇ। ਦੇਖੋ, ਇਹ ਦੋ ਆਪਾਂ ਵਰਗ ਦੇ ਵਿੱਚ ਇਹਨੂੰ ਕਹਿ ਸਕਦੇ ਹਾਂ। ਜਿਸ ਤਰ੍ਹਾਂ ਇਹ ਵੀ ਕਹਿ ਰਹੇ ਸੀ ਕਿਸ਼ੋਰ ਅਵਸਥਾ, ਜਵਾਨੀ ਵਿੱਚ ਪੈਰ ਧਰ ਰਹੇ। ਜਿਹੜੀ ਕਿਸ਼ੋਰ ਅਵਸਥਾ ਹੈਗੀ ਹੈ ਉਹ ਹੈਗੀ ਹੈ ਸਾਡੇ ਮੈਡੀਕਲ ਦੇ ਹਿਸਾਬ ਨਾਲ, ਜਿਹੜੀ ਵਿਸ਼ਵ ਸਿਹਤ ਸੰਸਥਾ ਨੇ ਇਹਨੂੰ ਦੱਸਿਆ ਹੈਗਾ, ਉਹ ਹੈਗੀ ਹੈ 10 ਤੋਂ 19 ਸਾਲ ਦੀ। 10 ਤੋਂ 19 ਸਾਲ ਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਕਿਸ਼ੋਰ ਅਵਸਥਾ 'ਚ ਹੁੰਦਾ ਹੈ। ਪੰਜਾਬੀ 'ਚ ਸਾਡੇ ਕੋਲ ਬਹੁਤ ਵਧੀਆ ਸ਼ਬਦ ਹੈ, ਗੱਭਰੂ ਅਤੇ ਮੁਟਿਆਰ। ਮੁੰਡੇ ਵਾਸਤੇ ਤੇ ਕੁੜੀਆਂ ਵਾਸਤੇ ਵੱਖ-ਵੱਖ ਸ਼ਬਦ ਹੈ ਸਾਡੇ ਕੋਲੋਂ, ਜਿਹਨੂੰ ਅਸੀਂ ਵੈਸੇ ਐਡੋਲੈਸੈਂਟ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਇਹ ਕਿਸ਼ੋਰ ਅਵਸਥਾ ਜਿਹੜੀ ਹੈਗੀ ਹੈ ਸਾਡੇ ਕੋਲੋਂ ਉਹਦੇ ਵਾਸਤੇ ਗੱਭਰੂ ਅਤੇ ਮੁਟਿਆਰ ਹੈਗਾ। ਇੱਕ ਜਿਹੜੀ ਆਪਾਂ ਜਵਾਨੀ ਵਿੱਚ ਪੈਰ ਧਰਨ ਦੀ ਗੱਲ ਕਰਦੇ ਹਾਂ, ਉਹ ਫਿਰ ਹੈ 15 ਤੋਂ ਲੈ ਕੇ 24 ਸਾਲ ਤੱਕ। ਤਾਂ ਇਹ ਦੋਹਾਂ ਨੂੰ ਥੋੜਾ ਜਿਹਾ ਫਰਕ ਦੇ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸ਼ੋਰ ਅਵਸਥਾ ਵਿੱਚ, ਕਿਉਂਕਿ ਬਚਪਨ ਤੋਂ ਇੱਕੋ ਦਮ ਕਿਸ਼ੋਰ ਅਵਸਥਾ ਆਉਂਦੀ ਹੈ। ਕਿਉਂਕਿ ਜਿਹੜਾ ਬਚਪਨ ਹੈਗਾ ਆਮ ਤੌਰ ਤੇ ਅਸੀਂ 0 ਤੋਂ 6 ਸਾਲ ਤੱਕ ਮਤਲਬ ਕਿ ਇੱਕ ਤਰ੍ਹਾਂ ਦਾ ਜਦੋਂ ਬੱਚਾ ਸਕੂਲ 'ਚ ਦਾਖਲ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹਦੀ ਜਿਹੜੀ ਵਿਕਾਸ ਹੈ ਉਹਦੇ ਥੋੜੀ ਜਿਹੀ ਖੜੋਤ ਆ ਜਾਂਦੀ ਹੈ। ਇਹ ਜਿਹੜਾ ਐਡੋਲੈਸੈਂਟ ਦਾ ਪੀਰੀਅਡ ਹੈ, ਜਿਹੜਾ ਕਿਸ਼ੋਰ ਅਵਸਥਾ ਦਾ ਪੀਰੀਅਡ ਹੈ, ਇਹ ਇੱਕ ਇੱਕਦਮ ਰੈਪਿਡ ਗਰੋਥ, ਜਿਵੇਂ ਆਪਾਂ ਕਹਿੰਦੇ ਹਾਂ ਕਿ ਕੁੜੀ ਜਿਹੜੀ ਹੈਗੀ ਆ ਉਹ ਮਤਲਬ ਕਿ ਆਪਣੇ ਕੰਧ ਜਿੰਨੀ ਮਤਲਬ ਕਿ ਹੋ ਗਈ ਹੈ, ਬਾਹਰ ਜਿੰਨੀ ਹੋ ਗਈ ਹੈ। ਬੱਚੇ ਵਾਸਤੇ ਆਪਾਂ ਕਹਿੰਦੇ ਨੇ ਕੱਦ ਕੱਢ ਲਿਆ ਹੈਗਾ, ਤੇ ਆਪਾਂ ਕਈ ਤਰ੍ਹਾਂ ਦੀਆਂ ਧਾਰਨਾਵਾਂ ਆਪਾਂ ਆਪਣੇ ਬੱਚਿਆਂ ਵਾਸਤੇ ਯੂਜ਼ ਕਰਦੇ ਹਾਂ। ਉਹ ਇੱਕ ਪੀਰੀਅਡ ਹੈਗਾ ਜਦੋਂ ਬੱਚਾ ਜਿਹੜਾ ਵਿਕਾਸ ਕਰ ਰਿਹਾ ਹੈਗਾ। ਕਹਿਣ ਦਾ ਮਤਲਬ ਕਿ ਇਹ ਜਿਹੜੀਆਂ ਦੋ ਪੜਾਅ ਨੇ, ਆਪਾਂ ਇਹਨਾਂ ਨੂੰ ਸਮਝਣ ਤੋਂ ਪਹਿਲਾਂ ਆਪਾਂ ਸਮਝਦੇ ਕਿਸ਼ੋਰ ਅਵਸਥਾ ਦਾ ਜਿਹੜਾ ਪੜਾਅ ਹੈਗਾ। ਦੇਖੋ, ਜਿਹੜਾ ਮਨੁੱਖ ਪੈਦਾ ਹੁੰਦਾ ਹੈ, ਪੈਦਾ ਹੋਣ ਤੋਂ ਲੈ ਕੇ ਆਪਣੇ ਅਖੀਰਲੇ ਸਾਹ ਤੱਕ ਉਹ ਇੱਕ ਵਿਕਾਸ ਦੇ ਵਿੱਚੋਂ ਦੀ ਗੁਜ਼ਰਦਾ ਰਹਿੰਦਾ ਹੈਗਾ। ਜੇ ਆਪਾਂ ਕਹਿੰਦੇ ਹਾਂ ਕਿ ਪਹਿਲਾਂ ਵਿਕਾਸ ਜਿਹੜਾ ਹੈ ਉਹ ਹੋ ਰਿਹਾ ਹੁੰਦਾ ਹੈ, ਫਿਰ ਉਹ ਢਲਾਨ ਦੀ ਤਰਫ ਜਾਂਦਾ ਹੈਗਾ, ਤੇ ਫਿਰ ਅਲਟੀਮੇਟਲੀ ਅਸੀਂ ਆਖਰੀ ਸਾਹ ਤੱਕ ਪਹੁੰਚਦੇ ਹੈਗੇ ਆ। ਇਹ ਸਾਡੇ ਸਰੀਰ ਦੇ ਵਿੱਚ 5 ਤਰ੍ਹਾਂ ਦੇ ਵਿਕਾਸ ਨੇ ਜਿਹੜੇ ਕਿ ਸਾਰੀ ਉਮਰ ਚੱਲਦੀ ਹੈ, ਪਰ ਉਹ ਸਾਰੇ ਦੇ ਸਾਰੇ ਬੜੇ ਸਪਸ਼ਟ ਤੌਰ ਤੇ ਅਸੀਂ ਸਿਰਫ ਦੇਖ ਸਕਦੇ ਹਾਂ ਇਸ ਉਮਰ ਦੇ ਵਿੱਚ। ਉਹ ਦੇਖਣ ਦੀ ਲੋੜ ਹੈ ਪਹਿਲਾਂ ਤਾਂ। ਫਿਰ ਆਪਾਂ ਦੇਖੀਏ ਵੀ ਇਹ ਵਿਕਾਸ ਨੇ, ਇਹ ਵਿਕਾਸ ਸਾਵਾਂ ਹੋਵੇ, ਇਹਦੇ ਲਈ ਕੀ ਲੋੜਾਂ ਨੇ, ਉਹ ਵਿਕਾਸ ਦੇ ਲਈ ਜੋ ਲੋੜਾਂ ਨੇ ਉਹ ਕਿਉਂ ਨਹੀਂ ਮਿਲ ਰਹੀਆਂ, ਉੱਥੇ ਕੀ ਦਿੱਕਤ ਹੈਗੀ ਹੈ। ਉਹ ਫਿਰ ਤੀਸਰਾ ਪੜਾਅ ਹੈਗਾ, ਲੋੜਾਂ ਨਾ ਪੂਰੀਆਂ ਹੋਣ ਤੇ ਫਿਰ ਕੀ ਸਮੱਸਿਆਵਾਂ ਆਉਂਦੀਆਂ ਨੇ। ਇਹ ਆਖਰੀ ਗੱਲ ਹੈਗੀ ਹੈ ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਭਟਕਾ ਦੀ ਗੱਲ ਕਰਦੇ ਹਾਂ, ਜਾਂ ਹੋਰ ਜਿਹੜੀਆਂ ਆਪਾਂ ਉਹਨਾਂ ਦੇ ਬਾਰੇ ਇੱਕ ਤਸਵੀਰ ਬਣਾਈ ਹੋਈ ਹੈ। ਤਾਂ ਆਪਾਂ ਪਹਿਲਾਂ ਇਹਨਾਂ ਦੇ ਵਿਕਾਸ ਦੀ ਗੱਲ ਕਰੀਏ, ਜਿਹੜੇ ਵਿਕਾਸ ਵਿੱਚ ਜਿਹੜੀਆਂ ਨੇ ਉਹਨਾਂ ਦੀ ਖਾਸੀਅਤਾਂ ਪਈਆਂ ਨੇ, ਆਪਾਂ ਉਹਨਾਂ ਦੀ ਗੱਲ ਕਰੀਏ। 5 ਤਰ੍ਹਾਂ ਦਾ ਵਿਕਾਸ ਮੈਂ ਕਿਹਾ ਵੀ ਸਾਰਿਆਂ ਦੇ ਵਿੱਚ ਹਰ ਵਕਤ ਚੱਲ ਰਿਹਾ ਹੁੰਦਾ ਹੈਗਾ। ਕਿਸੇ ਦਾ ਕੋਈ ਇੱਕ ਹਿੱਸਾ ਘੱਟ ਹੁੰਦਾ, ਕਿਸੇ ਦਾ ਕੋਈ ਹਿੱਸਾ ਉਮਰ ਦੇ ਹਿਸਾਬ ਦੇ ਨਾਲ ਜਦੋਂ ਬੰਦਾ ਢਲਾਨ ਤੇ ਜਾਂਦਾ, ਕੋਈ ਉਹਦੇ ਵਿਕਾਸ ਬੜਾ ਘੱਟ ਜਾਂਦੇ ਹੈਗੇ ਨੇ, ਪਰ ਹੋ ਰਹੇ ਹੁੰਦੇ ਨੇ। ਉਹਦੇ 'ਚ ਹੈਗਾ ਪਹਿਲਾ ਸਰੀਰਕ ਵਿਕਾਸ, ਜਿਹੜਾ ਕਿ ਇਸ ਤੇ ਨਜ਼ਰ ਆਉਂਦਾ ਹੈਗਾ, ਖਾਸ ਤੌਰ ਤੇ
ਸਾਡੀ ਕਿਸ਼ੋਰ ਅਵਸਥਾ ਵਿੱਚ, ਜਿਵੇਂ ਮੈਂ ਕਿਹਾ ਕਿ ਇੱਕਦਮ ਕੱਦ ਕੱਢਣਾ ਸਭ ਨੂੰ ਨਜ਼ਰ ਆਉਂਦਾ ਹੈਗਾ। ਦੂਸਰਾ ਹੈਗਾ ਸੈਕਸ ਅੰਗਾਂ ਦਾ ਵਿਕਾਸ। ਇਹ ਜਿਹੜਾ ਹੈਗਾ ਖਾਸ ਤੌਰ ਤੇ ਇਹ ਪੜਾਅ ਹੈਗਾ ਜਿਸ ਦੇ ਵਿੱਚ ਸੈਕਸ ਅੰਗਾਂ ਦਾ ਵਿਕਾਸ ਬੜਾ ਸਾਫ਼ ਤੌਰ ਤੇ ਦਿਸਦਾ ਹੈਗਾ, ਜਿਹੜਾ ਕਿ ਬਚਪਨ ਦੇ ਵਿੱਚ ਸਾਡੇ ਕੋਲ ਸੈਕਸ ਅੰਗ ਜਿਹੜੇ ਨੇ ਬੱਚਾ ਜਨਮ ਲੈਂਦਾ ਹੈ ਉਦੋਂ ਹੀ ਹੁੰਦੇ ਨੇ, ਉਹਦੇ ਕੋਲੋਂ ਸਾਨੂੰ ਪਤਾ ਵੀ ਹੁੰਦਾ ਵੀ ਇਹ ਲੜਕਾ ਹੈ ਲੜਕੀ ਹੈ, ਆਪਾਂ ਉਹ ਸੈਕਸ ਅੰਗਾਂ ਦੇ ਆਧਾਰ ਤੇ ਹੀ ਉਹਦਾ ਨਿਰਣਾ ਕਰਦੇ ਹੈਗੇ ਹੈ। ਪਰ ਅਸਲ ਦੇ ਵਿੱਚ ਵਿਕਾਸ ਸ਼ੁਰੂ ਹੁੰਦਾ ਹੈਗਾ ਉਹ ਇਸ ਕਿਸ਼ੋਰ ਅਵਸਥਾ ਦੇ ਵਿੱਚ। ਤੀਸਰਾ ਜਿਹੜਾ ਵਿਕਾਸ ਹੈਗਾ ਉਹ ਹੈਗਾ ਮਾਨਸਿਕ ਵਿਕਾਸ, ਜਿਸ ਦੀ ਅਸੀਂ ਕਾਫੀ ਵਰਤੋਂ ਮਤਲਬ ਕੀ ਕਰਦੇ ਆ ਵੀ ਇਹਦੀਆਂ ਮਾਨਸਿਕ ਸਮੱਸਿਆਵਾਂ ਨੇ, ਮਾਨਸਿਕ ਉਲਝਣਾਂ ਨੇ। ਇਹ ਹੈਗਾ ਮਾਨਸਿਕ ਵਿਕਾਸ। ਇੱਕ ਹੈਗਾ ਸਮਾਜਿਕ ਵਿਕਾਸ। ਇਹ ਵੀ ਜਿਹੜੀ ਹੈਗੀ ਹੈ ਉਹਨੂੰ ਸਮਾਜਿਕ ਤੇ ਮਾਨਸਿਕ ਨੂੰ ਇਕੱਠਾ ਆਪਸ ਦੇ ਵਿੱਚ ਜੋੜ ਲੈਂਦੇ ਆ, ਜੁੜੇ ਵੀ ਹੋਏ ਨੇ ਪਰ ਇਹਨਾਂ ਨੂੰ ਅਲੱਗ-ਅਲੱਗ ਤੌਰ ਤੇ ਸਮਝਣ ਦੀ ਵੀ ਲੋੜ ਹੈਗੀ ਹੈ। ਤੇ ਪੰਜਵਾਂ ਜਿਹੜਾ ਸਭ ਤੋਂ ਅਹਿਮ ਵਿਕਾਸ ਹੈਗਾ ਜਿਸ ਦੇ ਕਰਕੇ ਇਸ ਵਰਗ ਦੀਆਂ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ, ਉਹ ਜਿਹੜੀ ਸਮਝਣ ਦੀ ਲੋੜ ਹੈਗੀ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਉਹ ਹੈਗਾ ਬੌਧਿਕ ਵਿਕਾਸ, ਜਿਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ, ਜਿਸ ਦੇ ਬਾਰੇ ਮੈਂ ਸਮਝਦਾ ਕਿ ਬਹੁਤੇ ਬੰਦਿਆਂ ਨੂੰ ਪਤਾ ਵੀ ਨਹੀਂ ਹੈਗਾ। ਤਾਂ ਇਹ ਜਿਹੜੇ ਪੰਜ ਵਿਕਾਸ ਨੇ, ਇਹ ਪੰਜੇ ਵਿਕਾਸ ਇਸ ਉਮਰ ਦੇ ਵਿੱਚ ਪੂਰੀ ਸਪੀਡ ਦੇ ਨਾਲ, ਪੂਰੀ ਤੇਜ਼ ਮਤਲਬ ਕਿ ਰਫ਼ਤਾਰ ਦੇ ਨਾਲ ਇਸ ਦੇ ਵਿੱਚ ਹੋ ਰਹੇ ਹੁੰਦੇ ਨੇ। ਇਹ ਸਾਰੇ ਵਿਕਾਸ ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜੇ ਦੇ ਪੰਜੇ ਬਚਪਨ ਤੋਂ ਲੈ ਕੇ ਸਾਡੀ ਢਲਦੀ ਉਮਰ ਤੱਕ ਇਹ ਸਾਰੇ ਚੱਲਦੇ ਨੇ। ਸਰੀਰਕ ਵਿਕਾਸ ਹੈ, ਹੁਣ ਗਰੋਥ ਹੋ ਰਹੀ ਹੈ, ਬੁਢਾਪੇ ਦੇ ਵਿੱਚ ਜਿਹੜਾ ਸਾਡਾ ਸਰੀਰ ਹੈ ਸਾਰਾ ਢਲਣਾ ਸ਼ੁਰੂ ਹੋ ਜਾਂਦਾ ਹੈ। ਐਵੇਂ ਸੈਕਸ ਦੀ ਗੱਲ ਹੈਗੀ ਹੈ, ਐਵੇਂ ਮਾਨਸਿਕਤਾ ਦੀ ਗੱਲ ਹੈਗੀ ਹੈ, ਬੁਢਾਪੇ ਦੀ ਮਾਨਸਿਕਤਾ ਹੋਰ ਹੈ, ਨੌਜਵਾਨੀ ਦੀ ਮਾਨਸਿਕਤਾ ਹੋਰ ਹੈ। ਇਹ ਵਿਕਾਸ ਵੀ ਚੱਲਦਾ ਰਹਿੰਦਾ ਹੈ। ਐਵੇਂ ਸਮਾਜਿਕ ਹੈਗਾ। ਜੇ ਆਪਾਂ ਸ਼ੁਰੂ ਦੇ ਵਿੱਚ ਇਹਨਾਂ ਪੰਜਾਂ ਚੀਜ਼ਾਂ ਨੂੰ ਇੱਕ ਸ਼ਬਦ ਨਾਲ ਸਮਝਣਾ ਹੋਵੇ ਤਾਂ ਸਰੀਰਕ ਵਿਕਾਸ ਵੀ ਸਾਰੇ ਜਾਣਦੇ ਆ, ਉਹ ਹੈਗਾ ਕੱਦ ਕਾਠ ਕੱਢਣਾ। ਆਪਾਂ ਇੱਕ ਹੈਗਾ 1 ਨੰਬਰ। ਦੂਜਾ ਹੈਗਾ ਸੈਕਸ ਦਾ ਵਿਕਾਸ, ਉਹ ਸੈਕਸ ਅੰਗਾਂ ਦਾ ਵਿਕਾਸ। ਆਪਾਂ ਨੂੰ ਸੈਕਸ ਅੰਗਾਂ ਤੋਂ ਵੱਧ ਇਹਨੂੰ ਸਮਝਣਾ ਚਾਹੀਦਾ ਕਿ ਹੁਣ ਬੱਚਾ ਜਿਹੜਾ ਹੈਗਾ ਉਹ ਪ੍ਰਜਨਨ ਕਿਰਿਆ ਦੇ ਲਈ, ਰਿਪਰੋਡਕਸ਼ਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਰਿਹਾ ਹੁੰਦਾ ਹੈਗਾ। ਇਹਨੂੰ ਆਪਾਂ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ। ਇਹ ਸਿਰਫ ਅੰਗਾਂ ਦਾ ਵਿਕਾਸ ਹੀ ਨਹੀਂ ਹੈ, ਰਿਪਰੋਡਕਸ਼ਨ ਦੇ ਲਈ ਆਪਸ ਦੇ ਵਿੱਚ ਦੋਵਾਂ ਜਿਹੜੇ ਪਾਰਟਨਰ ਨੇ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਖਿੱਚ ਹੈਗੀ ਹੈ ਉਹ ਵੀ ਵਿਕਸਿਤ ਹੁੰਦੀ ਹੈ। ਇਸ ਗੱਲ ਨੂੰ ਸਮਝਣਾ ਚਾਹੀਦਾ ਹੈਗਾ। ਤੀਸਰਾ ਹੈਗਾ ਮਾਨਸਿਕ ਵਿਕਾਸ। ਮਾਨਸਿਕ ਵਿਕਾਸ ਹੈਗਾ ਜਦੋਂ ਬੱਚਾ ਇਸ ਉਮਰ ਤੇ ਆ ਕੇ 13-14 ਸਾਲ ਦੀ ਉਮਰ ਦੇ ਖਾਸ ਤੌਰ ਤੇ ਜਦੋਂ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਦਾ ਹੈ, ਜਦੋਂ ਉਹ ਸਾਰਾ ਆਲਾ ਦੁਆਲਾ ਦੇਖਦਾ ਹੈ, ਇਕੱਲਾ ਬੈਠਦਾ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਇਹ ਖਾਸੀਅਤ ਸਾਡੇ ਮਨੁੱਖਾਂ ਦੇ ਵਿੱਚ ਹੀ ਹੈਗੀ ਹੈ, ਆਪਣੇ ਆਪ ਨਾਲ ਗੱਲਾਂ ਕਰਨਾ। ਤਾਂ ਮਾਨਸਿਕ ਵਿਕਾਸ ਉਹ ਹੈ ਜਦੋਂ ਅਸੀਂ ਸਾਰੇ ਕਦੇ ਨਾ ਕਦੇ ਇਕੱਲੇ ਬੈਠ ਕੇ ਜ਼ਰੂਰ ਆਪਣੇ ਬਾਰੇ ਸੋਚਦੇ ਹਾਂ, ਸਮਾਜ ਬਾਰੇ ਸੋਚਦੇ ਹਾਂ, ਸਮਾਜ ਨਾਲ ਆਪਣੇ ਰਿਸ਼ਤੇ ਬਾਰੇ ਸੋਚਦੇ ਹਾਂ। ਸਾਡੇ ਸਾਹਮਣੇ ਉਦੋਂ ਕੋਈ ਨਹੀਂ ਹੁੰਦਾ, ਇਕੱਲੇ ਬੈਠ ਕੇ ਗੱਲਾਂ ਕਰਦੇ ਹਾਂ, ਉਹ ਹੁੰਦਾ ਮਾਨਸਿਕ ਵਿਕਾਸ। ਸਮਾਜਿਕ ਵਿਕਾਸ ਜਿਹੜਾ ਹੈਗਾ ਉਹ ਹੈਗਾ ਰਿਸ਼ਤਿਆਂ ਦਾ ਮਤਲਬ ਕਿ ਸੂਚਕ, ਵੀ ਰਿਸ਼ਤੇ ਕਿਹੋ ਜਿਹੇ ਨੇ, ਸਾਡੇ ਕਿਹੋ ਜਿਹੇ ਰਿਸ਼ਤੇ ਨੇ, ਕਿਸ ਦੇ ਨਾਲ ਕਿਹੋ ਜਿਹੇ ਰਿਸ਼ਤੇ ਨੇ, ਰਿਸ਼ਤੇ ਕਿਹੋ ਜਿਹੇ ਬਣਾ ਕੇ ਰੱਖਣੇ ਚਾਹੀਦੇ ਨੇ, ਕਿਉਂ ਟੁੱਟ ਰਹੇ ਨੇ। ਜਿਵੇਂ ਇਹਨਾਂ ਨੇ ਮਤਲਬ ਕਿ ਪਰਿਵਾਰਾਂ ਦੀ ਗੱਲ ਕੀਤੀ ਹੈ, ਇਕਾਕੀ ਪਰਿਵਾਰ ਸੀਗੇ ਜਿਹੜੇ ਮਤਲਬ ਕਿ ਆਪੇ ਟੁੱਟੇ ਨੇ, ਕਿ ਅਸੀਂ ਤੋੜੇ ਨੇ ਜਾਂ ਸਾਡੀ ਲੋੜ ਸੀ, ਯਾਨੀ ਕਿ ਇਹ ਰਿਸ਼ਤਿਆਂ ਦੀ ਗੱਲ ਹੈਗੀ ਹੈ। ਇਹ ਹੈਗਾ। ਤੇ ਪੰਜਵਾਂ ਹੈਗਾ ਬੌਧਿਕ ਵਿਕਾਸ, ਜਿਹੜੀ ਮੈਂ ਕਿਹਾ ਕਿ ਸਭ ਤੋਂ ਜਿਹੜੀ ਵੱਡੀ ਜਿਹੜੀ ਹੈਗੀ ਹੈ ਜਿਸ ਦੇ ਬਾਰੇ ਸਾਡੀ ਨਾ ਸਮਝੀ ਹੈਗੀ ਹੈ ਇਸ ਉਮਰ ਦੇ ਵਿੱਚ, ਇਹ ਹੈਗਾ ਸਵਾਲ ਖੜੇ ਕਰਨ ਦੀ ਜਿਹੜੀ ਹੈ ਸਮਰੱਥਾ। ਇਹ ਬੱਚੇ ਦੇ ਵਿੱਚ ਸਵਾਲ ਖੜੇ ਹੁੰਦੇ ਹੈ। ਬੱਚਾ ਆਲੇ ਦੁਆਲੇ ਬਾਰੇ ਜੋ ਵਾਪਰ ਰਿਹਾ ਉਹਦੇ ਬਾਰੇ ਸਵਾਲ ਖੜੇ ਕਰਦਾ ਹੈ, ਜਿਹੜਾ ਕਿ ਪਹਿਲਾਂ 13-14 ਸਾਲ ਦੀ ਉਮਰ ਤੇ ਉਹ ਇਸ ਤਰ੍ਹਾਂ ਨਹੀਂ ਕਰ ਰਿਹਾ, ਇਸ ਤੋਂ ਪਹਿਲਾਂ ਉਹ ਨਹੀਂ ਕਰ ਰਿਹਾ ਹੁੰਦਾ। ਇਸ ਉਮਰ ਤੇ ਆ ਕੇ ਉਹ ਜਿਹੜਾ ਆਪਣਾ ਸਵਾਲ ਖੜੇ ਕਰਨ ਦੀ ਜਿਹੜੀ ਉਹਦੇ ਵਿੱਚ ਸਮਰੱਥਾ ਪੈਦਾ ਹੁੰਦੀ ਹੈ, ਉਹ ਸਾਰੀਆਂ ਮਤਲਬ ਕਿ ਜਿਹੜੀਆਂ ਸਮੱਸਿਆਵਾਂ ਦੀ ਮਤਲਬ ਕਿ ਸਾਡੇ ਸਾਹਮਣੇ ਇੱਕ ਜੜ ਬੰਦੀ ਹੈਗੀ ਹੈ ਵੀ ਇਹ ਸਵਾਲ ਕਿਵੇਂ ਖੜੇ ਕਰ ਰਿਹਾ ਹੈਗਾ, ਇਹ ਸਵਾਲ ਕਿੱਥੋਂ ਸਿੱਖ ਕੇ ਆਇਆ ਸਵਾਲ ਖੜੇ ਕਰਦੇ। ਤਾਂ ਕਹਿਣ ਦਾ ਮਤਲਬ ਇਹ 5 ਤਰ੍ਹਾਂ ਦਾ ਜਿਹੜਾ ਵਿਕਾਸ ਹੈ ਇਹ ਬੜਾ ਸਾਫ਼ ਸਪਸ਼ਟ ਤੌਰ ਤੇ ਉੱਤੇ ਸਾਨੂੰ ਇਸ ਉਮਰ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਉਂਦਾ ਹੈਗਾ। ਜਿੱਥੋਂ ਤੱਕ ਸਰੀਰਕ ਵਿਕਾਸ ਦੀ ਗੱਲ ਹੈਗੀ ਹੈ ਉਹ ਸਭ ਨੂੰ ਪਤਾ ਹੈਗਾ। ਅਸੀਂ ਦੇਖਦੇ ਹਾਂ ਕਿ ਬੱਚਾ ਕੱਦ ਕੱਢ ਰਿਹਾ ਹੈਗਾ, ਅਸੀਂ ਆਪਣੇ ਹਿਸਾਬ ਨਾਲ ਲਗਾ ਲੈਂਦੇ ਹਾਂ ਵੀ ਸਾਡੇ ਪਰਿਵਾਰ ਦੇ ਵਿੱਚ ਮਾਂ ਪਿਓ ਦਾ ਜਿਹੜਾ ਕੱਦ ਇੰਨਾ ਕੁ ਹੈਗਾ, ਜਾਂ ਸਾਡੇ ਪਰਿਵਾਰ ਵਿੱਚ ਜੇ ਬੱਚਾ ਥੋੜਾ ਜਿਹਾ ਵੀ ਛੋਟਾ ਕੱਦ ਦਾ ਹੋਵੇ ਅਸੀਂ ਚਿੰਤਾ ਕਰਨ ਲੱਗ ਪੈਂਦੇ ਹਾਂ। ਫਿਰ ਡਾਕਟਰ ਕੋਲ ਜਾਣ ਤੱਕ ਨਹੀਂ ਸੋਚਦੇ ਹੈਗੇ ਆ ਵੀ ਅਸੀਂ ਡਾਕਟਰ ਕੋਲ ਜਾ ਕੇ ਨਾ ਪਤਾ ਕਰੀਏ ਜਿਹਦਾ ਕੱਦ ਕਿਉਂ ਨਹੀਂ ਵੱਧ ਰਿਹਾ। ਅਸੀਂ ਦਵਾਈਆਂ ਦੀ ਤਲਾਸ਼ ਵੀ ਕਰਦੇ ਹਾਂ। ਅੱਜ ਕੱਲ੍ਹ ਕਈ ਕੰਪਨੀਆਂ ਨੇ ਆਪਣੇ ਇੰਟਰਨੈਟ ਦੇ ਉੱਤੇ ਹੀ ਉਹ ਦਵਾਈਆਂ ਵੇਚਦੀਆਂ ਨੇ ਜਿਨ੍ਹਾਂ ਦਾ ਕਿ ਬਹੁਤ ਅਸਰ ਵੀ ਨਹੀਂ ਹੁੰਦਾ ਤੇ ਕਈ ਵਾਰੀ ਨੁਕਸਾਨ ਵੀ ਹੁੰਦਾ ਹੈਗਾ। ਇਹ ਸਰੀਰਕ ਵਿਕਾਸ ਦੇ ਬਾਰੇ ਅਸੀਂ ਬੜੇ ਚਿੰਤਿਤ ਹੁੰਦੇ ਹਾਂ, ਖਾਸ ਤੌਰ ਤੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਹੈਗਾ ਕਿ ਵੀ ਇਹ ਜਿਹੜਾ ਹੈਗਾ ਲੰਮੇ ਕੱਦ ਵਾਲੇ ਦੀ ਵੱਧ ਮਾਣ ਹੁੰਦਾ, ਵੱਧ ਇੱਜ਼ਤ ਹੁੰਦੀ ਹੈ। ਕੁੜੀਆਂ ਦੇ ਬਾਰੇ ਵੀ ਮਤਲਬ ਕਿ ਜਿਹੜੀ ਇਹ ਗੱਲ ਹੈਗੀ ਹੈ
ਦੂਜਾ ਸਰੀਰਕ ਵਿਕਾਸ ਦੇ ਵਿੱਚ ਅਸੀਂ ਜੇ ਚਿੰਤਾ ਕਰਦੇ ਆ, ਬੱਚੇ ਦੇ ਰੰਗ ਦੀ ਚਿੰਤਾ ਕਰਦੇ ਆ, ਬੱਚੇ ਦੇ ਮੋਟਾ ਪਤਲਾ ਹੋਣ ਦੀ ਚਿੰਤਾ ਕਰਦੇ ਆ। ਲੜਕੀ ਜਿਹੜੀ ਹੈਗੀ ਹੈ ਉਹਦੇ ਬਾਰੇ ਅਸੀਂ ਅੱਜ ਸਮਾਜ ਦੇ ਵਿੱਚ ਇੱਕ ਬਣਾਇਆ ਹੋਇਆ ਹੈਗਾ ਕਿ ਸਲਿਮ ਇਜ਼ ਬਿਊਟੀਫੁਲ, ਵੀ ਪਤਲਾ ਜਿਹੜਾ ਹੈਗਾ ਉਹ ਸੋਹਣਾ ਹੁੰਦਾ ਹੈ, ਤੇ ਉਹਦੇ ਬੜੇ ਹੋਰ ਤਰ੍ਹਾਂ ਦੇ ਨੁਕਸਾਨ ਨੇ। ਉਹ ਕੁਝ ਖਾਂਦੀ ਨਹੀਂ, ਚੰਗੀ ਤਰ੍ਹਾਂ ਨਹੀਂ ਖਾਂਦੀ, ਉਹ ਫਿਰ ਹੀਰੋਇਨ ਦੇ ਮਗਰ ਲੱਗਦੀ ਹੈ, ਜਾਂ ਹੋਰ ਜਿਹੜੀਆਂ ਸਾਡੀਆਂ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਮਗਰ ਉਹਨੂੰ ਆਈਡੀਅਲ ਬਣਾਉਂਦੀ ਹੈਗੀ ਹੈ। ਤਾਂ ਇਹ ਹੈਗਾ ਸਰੀਰਕ ਵਿਕਾਸ। ਜਿਹੜਾ ਦੂਜਾ ਸੈਕਸ ਦਾ ਵਿਕਾਸ ਹੈਗਾ, ਜਿਸ ਤਰ੍ਹਾਂ ਮੈਂ ਦੱਸਿਆ ਵੀ ਉਹ ਸਿਰਫ ਅੰਗਾਂ ਦਾ ਵਿਕਾਸ ਨਹੀਂ ਹੈ। ਬੱਚਾ ਜਿਹੜਾ ਹੈਗਾ ਹੁਣ ਉਹ ਥੋੜਾ ਜਿਹਾ ਸੈਕਸ ਪੱਖੋਂ ਬੱਚੇ ਪੈਦਾ ਕਰਨ ਦੇ ਕਾਬਲ ਹੋ ਰਿਹਾ ਹੈਗਾ, ਲੜਕਾ ਲੜਕੀ ਦੋਵੇਂ। ਲੜਕੀ ਬਾਰੇ ਸਾਰਿਆਂ ਨੂੰ ਪਤਾ ਹੈ ਵੀ ਲੜਕੀ ਜਿਹੜੀ ਹੈਗੀ ਹੈ ਇਸ ਉਮਰ ਦੇ ਉੱਤੇ ਉਹਦੀ ਮਾਹਵਾਰੀ ਸ਼ੁਰੂ ਹੁੰਦੀ ਹੈਗੀ ਹੈ, ਉਹਦੇ ਬਾਰੇ ਥੋੜਾ ਜਿਹਾ ਉਹਨੂੰ ਮਾਂ ਦੱਸਦੀ ਵੀ ਹੈਗੀ ਹੈ। ਪਰ ਲੜਕੀ ਦੀ ਤਾਂ ਗੱਲ ਹੈਗੀ ਹੈ, ਲੜਕਾ ਵੀ ਵੀਰਜ ਜਿਹੜਾ ਹੈਗਾ ਉਹ ਪੈਦਾ ਹੋ ਰਿਹਾ, ਉਹ ਖਾਰਜ ਵੀ ਹੋ ਰਿਹਾ, ਸੁਪਨ ਦੋਸ਼ ਰਾਹੀਂ ਹੋ ਰਿਹਾ ਜਾਂ ਜਿਸ ਤਰ੍ਹਾਂ ਵੀ ਹੋ ਰਿਹਾ। ਪਰ ਕਦੇ ਮੇਰੀ ਨੌਲੇਜ ਦੇ ਵਿੱਚ ਮੈਂ ਮਤਲਬ ਕਈ ਸਰਵੇ ਕੀਤੇ ਨੇ ਬੱਚਿਆਂ ਬਾਰੇ, ਮੁੰਡਿਆਂ ਦੇ ਨਾਲ ਜਾਂ ਉਹਨਾਂ ਦੇ ਪੇਰੈਂਟਸ ਨਾਲ, ਕੋਈ ਵੀ ਮਾਂ ਪਿਓ ਦੇ ਵਿੱਚੋਂ ਦੀ ਕੋਈ ਵੀ ਜਿਹੜਾ ਖਾਸ ਤੌਰ ਤੇ ਪਿਓ ਦੀ ਡਿਊਟੀ ਬਣਦੀ ਹੈ, ਉਹ ਮੁੰਡੇ ਨੂੰ ਬਿਲਕੁਲ ਇਸ ਦੇ ਨਾਲ ਕੋਈ ਉਹਦੀ ਚਰਚਾ ਨਹੀਂ ਹੁੰਦੀ, ਕੋਈ ਡਿਸਕਸ਼ਨ ਨਹੀਂ ਹੁੰਦੀ, ਕੋਈ ਉਹਨੂੰ ਦੱਸਦਾ ਨਹੀਂ ਵੀ ਇਹ ਕੀ ਹੋ ਰਿਹਾ ਹੈ। ਤੇ ਉਸ ਦੀ ਜਿਹੜੀ ਪਰੇਸ਼ਾਨੀ ਹੈਗੀ ਹੈ ਲੜਕੀਆਂ ਨਾਲੋਂ ਵੀ ਵੱਧ ਹੁੰਦੀ ਹੈਗੀ ਹੈ। ਤਾਂ ਇਹ ਦੂਸਰਾ ਵਿਕਾਸ ਹੈਗਾ। ਦੂਜਾ ਹੈਗਾ ਇਸ ਦੇ ਵਿੱਚ ਜਿਹੜੀ ਗੱਲ ਹੈਗੀ ਹੈ ਤੇ ਆਪਸੀ ਖਿੱਚ ਦੀ ਗੱਲ। ਇਹ ਆਪਸੀ ਖਿੱਚ ਜਿਹੜੀ ਹੈਗੀ ਇਹ ਕੁਦਰਤੀ ਹੈਗੀ ਹੈ। ਸਾਨੂੰ ਇਹ ਕਿਵੇਂ ਨਜਿੱਠਣਾ ਚਾਹੀਦਾ ਹੈਗਾ ਇਸ ਦੇ ਨਾਲ, ਇਹਨੂੰ ਅਸੀਂ ਕਿਵੇਂ ਸਮਾਜਿਕ ਤੌਰ ਦੇ ਉੱਤੇ ਪ੍ਰਵਾਨਗੀ ਦੇਣੀ ਚਾਹੀਦੀ ਹੈ ਤੇ ਕੀ ਉਹਦਾ ਹੱਲ ਕਰਨਾ ਚਾਹੀਦਾ ਹੈ, ਇਹ ਇੱਕ ਮਤਲਬ ਕਿ ਸਮਝਣ ਦੀ ਗੱਲ ਹੈਗੀ ਹੈ। ਇਸ ਦੀ ਆਪਾਂ ਅਗਲੇ ਪੜਾਅ ਦੇ ਵਿੱਚ ਗੱਲ ਕਰਾਂਗੇ। ਤੀਸਰਾ ਹੈਗਾ ਮਾਨਸਿਕ ਤੌਰ ਦੇ ਉੱਤੇ ਜਿਹੜਾ ਉਹਦਾ ਵਿਕਾਸ ਹੋ ਰਿਹਾ। ਜਦੋਂ ਉਹ ਹੁਣ ਖੜਾ ਆਪਣੇ ਵੱਡਾ ਹੋ ਰਿਹਾ ਹੈਗਾ, ਹੁਣ ਉਹ ਦੇਖਦਾ ਹੈ ਕਿ ਮੈਂ ਵੱਡਾ ਹੋ ਰਿਹਾ ਹੈਗਾ, ਮੈਂ ਕੀ ਕਰਨਾ ਹੈਗਾ, ਮੈਂ ਕੀ ਬਣਨਾ ਹੈਗਾ। ਕੈਰੀਅਰ ਚੁਆਇਸ ਦੀ ਗੱਲ ਆਉਂਦੀ ਹੈ। ਬੱਚਾ ਜਦੋਂ 9ਵੀਂ 10ਵੀਂ ਚ ਹੁੰਦਾ ਹੈ, ਥੋੜਾ ਥੋੜਾ ਉਹ ਸੋਚਣ ਲੱਗਦਾ ਹੈਗਾ ਕਿ ਵੀ ਮੈਂ ਹੁਣ ਇਸ ਤਰ੍ਹਾਂ ਬਣਨਾ ਚਾਹੁੰਦਾ ਹੈਗਾ। ਉਹ ਆਪਣੇ ਆਪ ਨੂੰ ਸਮਾਜ ਦੇ ਆਲੇ ਦੁਆਲੇ ਦੇਖਦਾ ਹੈਗਾ, ਉਹ ਕਿਸੇ ਸ਼ਖਸੀਅਤ ਨੂੰ ਵੀ ਫਾਲੋ ਕਰਦਾ ਹੈਗਾ, ਤੇ ਜਾਂ ਉਹ ਮਤਲਬ ਕਿ ਸੋਚਦਾ ਹੈਗਾ ਕਿ ਵੀ ਮੈਂ ਇਸ ਦੁਨੀਆ ਦੇ ਵਿੱਚ ਆਪਣਾ ਕੀ ਰੋਲ ਹੌਲੀ ਹੌਲੀ 13-14 ਸਾਲ ਦੀ ਉਮਰ ਤੇ ਸ਼ੁਰੂ ਹੁੰਦਾ ਹੈ। ਸਮਾਜਿਕ ਤੌਰ ਦੇ ਉੱਤੇ ਜਿਹੜੀ ਮੈਂ ਗੱਲ ਕੀਤੀ, ਸਮਾਜਿਕ ਦਾ ਮਤਲਬ ਹੈਗਾ ਰਿਸ਼ਤਿਆਂ ਦੀ ਗੱਲ ਹੈਗੀ ਹੈ। ਤੁਸੀਂ ਦੇਖੋ ਕਿ 12-13 ਸਾਲ ਤੱਕ ਬੱਚਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਆਪਣੇ ਮਾਂ ਪਿਓ ਦੇ ਉੱਤੇ ਨਿਰਭਰ ਹੁੰਦਾ ਹੈਗਾ। ਉਸ ਦਾ ਸਾਰਾ ਸੰਬੰਧ ਮਾਂ ਪਿਓ ਆਪਣੇ ਪਰਿਵਾਰ ਭੈਣ ਭਰਾ ਦੇ ਨਾਲ ਹੁੰਦਾ ਹੈ, ਜਾਂ ਥੋੜੇ ਬਹੁਤ ਜਿਹੜੇ ਉਹਦੇ ਆਲੇ ਦੁਆਲੇ ਰਿਸ਼ਤੇਦਾਰ ਹੁੰਦੇ ਨੇ, ਜੇ ਦੂਰ ਨੇ ਜਾਂ ਕਦੀ ਕਦੀ ਮਿਲਣਾ ਹੈ। ਯਾਨੀ ਕਹਿਣ ਦਾ ਮਤਲਬ ਉਹਦਾ ਪਰਿਵਾਰਿਕ ਜਿਹੜਾ ਹੈਗਾ ਉਹੀ ਤਾਣਾ ਬਾਣਾ ਹੁੰਦਾ ਹੈ। ਤੇ ਜਦੋਂ ਬੱਚਾ ਇਸ ਉਮਰ ਤੇ ਆਉਂਦਾ ਹੈਗਾ 8ਵੀਂ 9ਵੀਂ ਤੋਂ ਪੜ੍ਹਦਾ ਹੈ, ਆਪਾਂ ਜੇ ਕਹੀਏ ਪ੍ਰਾਇਮਰੀ ਤੋਂ ਬਾਅਦ ਵੀ ਸਿੱਧਾ ਜੋ ਸੈਕੰਡਰੀ ਸਕੂਲ ਦੇ ਵਿੱਚ ਆਉਂਦਾ ਹੈਗਾ, ਉਹਦੀ ਜਿਹੜੀ ਕਲਾਸ ਦੇ ਦੋਸਤ ਨੇ ਉਹ ਉਹਨੇ ਦੋਸਤਾਂ ਦੇ ਨਾਲ ਉਹਨੂੰ ਬੈਠਣਾ ਚੰਗਾ ਲੱਗਦਾ ਹੈਗਾ। ਦੋਸਤੀ ਦਾ ਜਿਹੜਾ ਘੇਰਾ ਹੈਗਾ ਉਹਦਾ ਵੱਧਦਾ ਹੈਗਾ। ਦੋਸਤ ਕਿਹੋ ਜਿਹੇ ਬਣਾਉਣੇ ਨੇ, ਕਿਵੇਂ ਬਣਾਉਣੇ ਨੇ, ਕਿਹੜਾ ਚੰਗਾ ਹੁੰਦਾ ਹੈ, ਇਹ ਸਿਖਲਾਈ ਜਿਹੜੀ ਹੈਗੀ ਹੈ ਉਹ ਮਾਂ ਪਿਓ ਨੇ ਦੇਣੀ ਹੁੰਦੀ ਹੈ। ਉਹ ਇੱਕ ਅਲੱਗ ਹੀ ਵਿਸ਼ਾ ਹੈਗਾ। ਪਰ ਉਹ ਹੌਲੀ ਹੌਲੀ ਦੋਸਤਾਂ ਨੂੰ ਜ਼ਿਆਦਾ ਪਸੰਦ ਕਰਦਾ ਹੈ, ਦੋਸਤਾਂ 'ਚ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਹੈ। ਮਾਂ ਪਿਓ ਤੋਂ ਉਹ ਥੋੜਾ ਆਜ਼ਾਦ ਹੋਣਾ ਚਾਹੁੰਦਾ ਹੈਗਾ। ਇਹ ਇੱਕ ਜਿਹੜਾ ਟਰਨ ਹੈਗਾ, ਇਹ ਜਿਹੜਾ ਇੱਕ ਉਹਦੇ ਵਿੱਚ ਬਦਲਾਅ ਆ ਰਿਹਾ ਹੁੰਦਾ ਹੈ ਵੀ ਉਹ ਆਪਣੇ ਦੋਸਤਾਂ ਦੇ ਵਿੱਚ ਰਹਿ ਕੇ ਵੱਧ ਖੁਸ਼ ਹੁੰਦਾ ਹੈਗਾ। ਉਹਦੇ ਵੀ ਕਾਰਨ ਨੇ, ਕਿਉਂਕਿ ਦੋਹਾਂ ਦੇ ਵਿੱਚ ਬਦਲਾਅ ਹੋ ਰਹੇ ਨੇ। ਤੇ ਉਹ ਜਿਹੜਾ ਬਦਲਾਅ ਜਿਹੜੀ ਗੱਲ ਕੀਤੀ ਹੈ ਵੀ ਖਾਸ ਤੌਰ ਤੇ ਸੈਕਸ ਅੰਗਾਂ ਦਾ ਬਦਲਾਅ ਹੈ, ਜਾਂ ਹੋਰ ਗੱਲਾਂ ਜਿਹੜੀਆਂ ਨੇ ਜਿਹਨੂੰ ਆਪਾਂ ਕਹਿੰਦੇ ਕਿ ਨੌਜਵਾਨ ਜਦੋਂ ਆਪਸ ਵਿੱਚ ਗੱਲਾਂ ਕਰਦੇ ਨੇ ਉਹ ਭੁੱਲ ਜਾਂਦੇ ਨੇ, ਬੜਾ ਲੰਮਾ ਸਮਾਂ ਗੱਲਾਂ ਕਰਦੇ ਨੇ। ਤੇ ਕਈ ਵਾਰੀ ਲੋਕੀ ਪਰੇਸ਼ਾਨ ਵੀ ਹੁੰਦੀ ਹੈ, ਮਾਂ ਪਿਓ ਖਾਸ ਤੌਰ ਤੇ, ਵੀ ਇਹ ਕੀ ਗੱਲਾਂ ਕਰਦੇ ਰਹਿੰਦੇ ਆ, ਇਹਨਾਂ ਕੋਲ ਕਿਹੜੀਆਂ ਗੱਲਾਂ ਹੁੰਦੀਆਂ ਨੇ। ਤਾਂ ਉਹ ਗੱਲਾਂ ਅਸੀਂ ਮਾਂ ਪਿਓ ਜਿਹੜੇ ਨੇ ਉਹ ਉਹਨਾਂ ਦੀਆਂ ਸੁਣਦੇ ਨਹੀਂ, ਜਾਂ ਉਹਨਾਂ ਨੂੰ ਖੁਦ ਸੰਬੋਧਿਤ ਨਹੀਂ ਹੁੰਦੇ, ਤਾਂ ਫਿਰ ਉਹ ਆਪਣੇ ਉਸ ਦਾਇਰੇ ਵਿੱਚ ਗੱਲਾਂ ਕਰਕੇ ਥੋੜੇ ਜਿਹੇ ਵੱਧ ਸੰਤੁਸ਼ਟ ਹੁੰਦੇ ਨੇ। ਜਿਹੜਾ ਪੰਜਵਾਂ ਮਤਲਬ ਕਿ ਖਾਸ ਤੌਰ ਤੇ ਜਿਹੜਾ ਮਤਲਬ ਕਿ ਵਿਕਾਸ ਹੈਗਾ, ਜਿਹੜਾ ਮੈਂ ਕਹਿੰਦਾ ਬੌਧਿਕ ਵਿਕਾਸ ਹੈਗਾ, ਉਹ ਸਮਝਣ ਦੀ ਗੱਲ ਹੈਗੀ ਹੈ ਸਭ ਤੋਂ ਵੱਧ, ਕਿਉਂਕਿ ਇਹ ਵਿਕਾਸ ਹੀ ਇਹਨਾਂ ਚਾਰਾਂ ਵਿਕਾਸ ਜਿਹੜੇ ਆਪਾਂ ਕੀਤੇ ਉਹਨਾਂ ਨਾਲ ਜੁੜਿਆ ਹੋਇਆ ਹੈਗਾ। ਦੇਖੋ ਬੱਚਾ ਜਦੋਂ ਪੈਦਾ ਹੁੰਦਾ ਹੈਗਾ ਉਦੋਂ ਉਹ ਜਿਗਿਆਸੂ ਹੁੰਦਾ ਹੈਗਾ। ਸਾਰੇ ਮਨੁੱਖ ਜਿਗਿਆਸੂ ਹੁੰਦੇ ਨੇ। ਮਨੁੱਖ ਦੇ ਵਿੱਚ ਸਭ ਤੋਂ ਵੱਧ ਜਿਗਿਆਸਾ ਹੈਗੀ ਹੈ। ਉਹ ਹਰੇਕ ਚੀਜ਼ ਆਪਣੇ ਆਲੇ ਦੁਆਲੇ ਪਈ ਜਾਣਨਾ ਚਾਹੁੰਦਾ ਹੈ। ਬੱਚਾ ਜਦੋਂ 1.5-2 ਸਾਲ ਦਾ ਹੁੰਦਾ ਹੈਗਾ, ਉਹ ਜਦੋਂ ਬੋਲਣਾ ਸ਼ੁਰੂ ਕਰਦਾ ਹੈਗਾ, ਉਹਦਾ ਸਭ ਤੋਂ ਪਹਿਲਾਂ ਵੀ ਆਹ ਕੀ ਹੈ, ਆਹ ਕੀ ਹੈ, ਆਹ ਕੀ ਹੈ, ਤੁਸੀਂ ਘਰ ਦੀਆਂ ਸਾਰੀ ਚੀਜ਼ਾਂ ਉਹਨੂੰ ਦੱਸਦੇ ਹੋ। ਫਿਰ ਜਦੋਂ ਉਹਨੂੰ ਬਾਹਰ ਲੈ ਕੇ ਜਾਂਦੇ ਹੋ, ਫਿਰ ਉੱਥੇ ਪੁੱਛਦਾ ਹੈਗਾ, ਜਿਹੜੀ ਚੀਜ਼ ਉਹਦੀ ਨਵੀਂ ਉਹਨੂੰ ਸਾਹਮਣੇ ਨਜ਼ਰ ਆਉਂਦੀ ਹੈ ਉਹ ਪੁੱਛਦਾ ਹੈਗਾ ਵੀ ਇਹ ਕੀ ਹੈਗਾ। ਇਹ ਉਹਦਾ ਰਹਿੰਦਾ ਹੈਗਾ। ਤੇ ਦੂਸਰਾ ਉਹਦੇ 'ਚ ਇਹ ਹੁੰਦਾ ਵੀ ਮੰਮੀ ਨੇ ਜੋ ਕਹਿਤਾ, ਪਾਪਾ ਨੇ ਜੋ ਕਹਿਤਾ, ਅਧਿਆਪਕ ਨੇ ਜੋ ਕਹਿਤਾ, ਉਹ ਯੈਸ ਸਰ, ਯੈਸ ਮੈਡਮ, ਮੰਮੀ ਓਕੇ, ਪਾਪਾ ਓਕੇ, ਇਸ ਤਰ੍ਹਾਂ ਦੀ ਉਹਦੀ ਪ੍ਰਵਿਰਤੀ ਰਹਿੰਦੀ ਹੈ 12-13 ਸਾਲ ਤੱਕ।
ਉਸ ਤੋਂ ਬਾਅਦ ਜਦੋਂ 13-14 ਸਾਲ ਦੀ ਉਮਰ ਹੁੰਦੀ ਹੈਗੀ ਹੈ ਤਾਂ ਬੱਚਾ ਇਹ ਪੁੱਛਦਾ ਹੈਗਾ ਕਿ ਇਹ ਕਿਉਂ ਹੈਗਾ। ਤੁਸੀਂ ਕਹਿ ਲਓ ਵੀ ਸਿੰਪਲ ਗੱਲ ਹੈਗੀ ਹੈ, ਇੱਕ ਉਦਾਹਰਨ ਮੈਂ ਦੇਣਾ ਹੁੰਦਾ ਕਿ ਜੇ ਸੂਰਜ ਗ੍ਰਹਿਣ, ਚੰਦ ਗ੍ਰਹਿਣ ਕਿਤੇ ਲੱਗਿਆ ਹੈਗਾ, ਤੁਸੀਂ ਪਹਿਲਾਂ ਮਤਲਬ ਕਿ ਜਿਹੜਾ ਬਚਪਨ ਦੇ ਵਿੱਚ ਜਦੋਂ ਲੱਗਦਾ ਹੈਗਾ ਪੁੱਛਦਾ ਵੀ ਆ ਕੀ ਹੋ ਗਿਆ ਅੱਜ, ਤਾਂ ਤੁਸੀਂ ਕਹਿੰਦੇ ਹੋ ਵੀ ਸੂਰਜ ਗ੍ਰਹਿਣ ਲੱਗਿਆ। ਜੇ ਫਿਰ ਉਹ ਕੁਝ ਸਵਾਲ ਪੁੱਛੇ ਤਾਂ ਫਿਰ ਤੁਸੀਂ ਉਹਨੂੰ ਜੋ ਵੀ ਜਵਾਬ ਦਿੰਦੇ ਹੋ ਮੰਨ ਲੈਂਦਾ ਹੈਗਾ ਵੀ ਰਾਹੂ ਕੇਤੂ ਨੇ, ਉਹਨਾਂ ਨੇ ਸੂਰਜ ਨੂੰ ਨਿਗਲ ਲਿਆ, ਉਹਨੇ ਚੰਨ ਨੂੰ ਨਿਗਲ ਲਿਆ, ਇਸ ਕਰਕੇ ਹਨੇਰਾ ਹੋ ਗਿਆ। ਤੇ ਇਹ ਇੱਕ ਮਤਲਬ ਕਿ ਤੁਸੀਂ ਸਥਿਤੀ ਉਹਨੂੰ ਸਮਝਾਉਂਦੇ ਹੋ। ਉਹ ਫਿਰ ਕਹਿੰਦਾ ਓਕੇ ਠੀਕ ਹੈ ਸਾਰਾ ਕੁਝ। ਫਿਰ ਜਦੋਂ ਬੱਚਾ ਹੁਣ 13-14 ਸਾਲ ਦੀ ਉਮਰ ਤੇ ਆ ਰਿਹਾ, ਜਦੋਂ ਉਹ ਕਿਤਾਬਾਂ ਦੇ ਵਿੱਚ ਵੀ ਵਿਗਿਆਨ ਨਾਲ ਜੁੜ ਰਿਹਾ, ਉਹਨੂੰ ਪਤਾ ਹੈ ਵੀ ਸੂਰਜ ਚੰਦ ਗ੍ਰਹਿਣ ਜਿਹੜੇ ਨੇ ਉਹ ਕਿਸ ਤਰ੍ਹਾਂ ਮਤਲਬ ਕਿ ਲੱਗਦੇ ਹੈਗੇ ਨੇ। ਤੇ ਮਾਂ ਪਿਓ ਫਿਰ ਜੇ ਉਸੇ ਤਰ੍ਹਾਂ ਦੀ ਗੱਲ ਕਰਨਗੇ ਤਾਂ ਉਹ ਫਿਰ ਪੁੱਛਦਾ ਹੈਗਾ ਵੀ ਇਹ ਕਿਉਂ ਹੈਗਾ। ਤੇ ਜੇ ਉਹ ਇਹੋ ਜਿਹੀ ਗੱਲ ਕਰਨਗੇ ਤਾਂ ਫਿਰ ਉਹਨੂੰ ਲੱਗਦਾ ਹੈਗਾ ਕਿ ਇਹ, ਫਿਰ ਅੱਗੋਂ ਸਵਾਲ ਕਰਦਾ ਤਾਂ ਫਿਰ ਮਾਂ ਪਿਓ ਨੂੰ ਲੱਗਦਾ ਹੈਗਾ ਕਿ ਵੀ ਇਹ ਪਹਿਲਾਂ ਤਾਂ ਇਸ ਤਰ੍ਹਾਂ ਨਹੀਂ ਸੀ ਕਰਦਾ, ਹੁਣ ਇਹ ਇਸ ਤਰ੍ਹਾਂ ਕਿਉਂ ਕਰਦਾ ਹੈਗਾ। ਇਹ ਸਿਰਫ ਕੁਦਰਤੀ ਆਲੇ ਦੁਆਲੇ ਦੇ ਸਾਡੇ ਵਰਤਾਰਿਆਂ ਦੀ ਗੱਲ ਨਹੀਂ ਹੈ, ਉਹ ਹਰੇਕ ਗੱਲ ਤੇ ਸਵਾਲ ਕਰਨੇ ਇਸ ਉਮਰ ਤੇ ਕਰਦਾ ਹੈਗਾ। ਘਰ ਦੀ ਜਿਹੜੀ ਹੈਗੀ ਹੈ ਮੋਰਲ ਮਤਲਬ ਕਿ ਜਿਹੜੀਆਂ ਘਰ ਦੇ ਰੀਤੀ ਰਿਵਾਜ ਨੇ ਉਹਨਾਂ ਤੇ ਵੀ ਸਵਾਲ ਖੜੇ ਕਰਦਾ ਹੈਗਾ, ਆਪਸੀ ਸੰਬੰਧਾਂ ਤੇ ਵੀ ਸਵਾਲ ਕਰਦਾ ਹੈਗਾ। ਜੇ ਮੰਨ ਲਓ ਵੀ ਘਰ ਦਾ ਜਿਹੜਾ ਵੱਡਾ ਮਤਲਬ ਕਿ ਜਿਹੜਾ ਫਾਦਰ ਹੈਗਾ ਉਹ ਆਪਣੇ ਵੱਡੇ ਭਰਾ ਨਾਲ ਨਹੀਂ ਬੋਲਦਾ, ਪਰ ਕਦੇ ਉਹ ਘਰੇ ਆ ਜਾਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਆਪਣੇ ਤਾਏ ਦੇ ਗੋਦੀ ਹੱਥ ਲਾ, ਉਹ ਕਹਿੰਦਾ ਮੈਂ ਨਹੀਂ ਲਾਣੇ, ਕਿਉਂਕਿ ਉਹਨੇ ਘਰੇ ਸੁਣਿਆ ਹੈਗਾ ਕਿ ਵੀ ਮਤਲਬ ਕਿ ਇਹ ਆਪਸ ਦੇ ਵਿੱਚ ਸਾਡਾ ਤਾਇਆ ਦਾ ਬਹੁਤਾ ਚੰਗਾ ਨਹੀਂ ਹੈਗਾ, ਉਹ ਨਹੀਂ ਲਾਂਦਾ। ਪਰ ਉਹਨੂੰ ਇਹ ਨਹੀਂ ਪਤਾ ਕਿ ਵੀ ਮੈਂ ਇੱਕ ਫਰਜ਼ ਨਿਭਾਉਣਾ ਹੈਗਾ, ਕਿਉਂਕਿ ਉਹ ਹਜੇ ਸਮਝ ਰਿਹਾ ਹੁੰਦਾ, ਵੱਡਾ ਹੋ ਰਿਹਾ ਹੁੰਦਾ ਹੈਗਾ, ਤੇ ਉਹ ਸਵਾਲ ਖੜੇ ਕਰਦਾ ਹੈਗਾ। ਇਹ ਹਰੇਕ ਚੀਜ਼ ਦੇ ਉੱਤੇ ਸਵਾਲ ਖੜਾ ਕਰਦਾ ਹੈ। ਥੋੜਾ ਜਿਹਾ ਹੋਰ ਵੱਡਾ ਹੁੰਦਾ ਫਿਰ ਉਹ ਧਰਮ ਦੇ ਉੱਤੇ ਸਵਾਲ ਕਰਦਾ ਹੈ, ਫਿਰ ਹੋਰ ਥੋੜਾ ਜਿਹਾ ਸਮਝਦਾਰ ਹੁੰਦਾ ਰਾਜਨੀਤੀ ਦੇ ਸਵਾਲ ਖੜੇ ਕਰਦਾ ਹੈਗਾ। ਯਾਨੀ ਕਿ ਇਹ ਇੱਕ ਪੂਰੇ ਪਰਿਪੇਖ ਦੇ ਵਿੱਚ ਇਹ ਸਾਰੇ ਜਿਹੜੇ ਨੇ ਇਸ ਦੇ ਵਿੱਚ ਜਦੋਂ ਉਹਨੂੰ ਲੱਗਦਾ ਹੈਗਾ ਕਿ ਬੱਚਾ ਜਿਹੜਾ ਸਾਡਾ ਹੁਣ ਇਹ ਪਹਿਲਾਂ ਪ੍ਰਾਇਮਰੀ ਸਕੂਲ 'ਚ ਸੀਗਾ, ਹੁਣ ਇਹ ਸੈਕੰਡਰੀ ਸਕੂਲ 'ਚ ਆ ਗਿਆ ਹੈਗਾ, ਪਤਾ ਨਹੀਂ ਇਹਦੇ ਦੋਸਤ ਕਿਹੋ ਜਿਹੇ ਬਣ ਗਏ, ਜਿਸ ਤਰ੍ਹਾਂ ਦੀ ਗੱਲ ਕਰੀ ਸੀ ਕਿ ਮਾੜੀ ਸੰਗਤ ਹੋ ਗਈ ਆ। ਇਹ ਗੱਲ ਹੈਗੀ ਹੈ ਕਿ ਬੱਚੇ ਦੀ ਸੰਗਤ ਮਾੜੀ ਨਹੀਂ ਹੋ ਰਹੀ ਹੁੰਦੀ, ਬੱਚੇ ਦੇ ਸਵਾਲ ਪੈਦਾ ਹੋਣ ਦੀ ਪ੍ਰਵਿਰਤੀ ਪੈਦਾ ਹੋ ਰਹੀ ਹੁੰਦੀ ਹੈ। ਅਸੀਂ ਉਹਨੂੰ ਸਮਝੀਏ। ਦੇਖੋ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਬੱਚਾ ਤੁਹਾਡਾ ਸਮੇਂ ਸਿਰ ਉੱਠਦਾ ਬੈਠਦਾ ਨਹੀਂ, ਜਦੋਂ ਮਤਲਬ ਆਪਣੇ ਜਦੋਂ ਬਚਪਨ ਦੇ ਵਿੱਚ ਬੈਠ ਨਹੀਂ ਲੱਗਦਾ, ਰੀੜ ਨਹੀਂ ਲੱਗਦਾ, ਦੰਦ ਘੱਟ ਨਿਕਲਦੇ ਆ, ਉਸ ਹਿਸਾਬ ਨਾਲ ਤੁਸੀਂ ਫਿਕਰਮੰਦ ਹੁੰਦੇ ਹੋ। ਕੱਦ ਨਹੀਂ ਕਰਦਾ ਪੂਰਾ, ਜਦੋਂ ਅਸੀਂ 13-14 ਸਾਲ ਦੀ ਉਮਰ ਤੇ ਤੁਸੀਂ ਫਿਕਰਮੰਦ ਹੁੰਦੇ ਹੋ, ਡਾਕਟਰ ਕੋਲ ਜਾਂਦੇ ਹੈਗੇ ਹੋ। ਪਰ ਜੇ ਬੱਚਾ ਤੁਹਾਡਾ 13-14 ਸਾਲ ਦੀ ਉਮਰ ਤੇ ਕੋਈ ਸਵਾਲ ਖੜੇ ਨਹੀਂ ਕਰਦਾ, ਤੁਹਾਡੇ ਨਾਲ ਬਹਿਸ ਨਹੀਂ ਕਰਦਾ, ਤਾਂ ਤੁਸੀਂ ਸਮਝੋ ਕਿ ਬੱਚੇ ਦੇ ਵਿੱਚ ਕੋਈ ਨਾ ਕੋਈ ਨੁਕਸ ਹੈਗਾ। ਸਾਨੂੰ ਉਸ ਦੇ ਸਵਾਲ ਕਰਨ ਦਾ ਸਵਾਗਤ ਕਰਨਾ ਚਾਹੀਦਾ ਹੈ ਕਿ ਅੱਜ ਜਿਹੜਾ ਬੱਚਾ ਹੈਗਾ ਇਹ ਸਿਆਣਾ ਹੋਣ ਵੱਲ ਅੱਗੇ ਵੱਧ ਰਿਹਾ ਹੈਗਾ। ਯਾਨੀ ਕਿ ਸਵਾਲ ਕਰਨ ਦੀ ਪ੍ਰਵਿਰਤੀ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈਗਾ। ਇਹ ਸਵਾਲ ਖੜੇ ਕਰਨ ਦੀ ਜਿਹੜੀ ਇਸ ਦੀ ਵਿਕਾਸ ਹੈਗਾ, ਇਹ ਉਹਦੇ ਆਪਣੇ ਆਪ ਹੀ ਉਹਦੇ ਤੇ ਕੱਦ, ਜਦੋਂ ਉਹਦਾ ਕੱਦ ਨਹੀਂ ਵੱਧ ਰਿਹਾ, ਉਹਨੂੰ ਮਤਲਬ ਕਿ ਲੱਗਦਾ ਕਿ ਮੈਂ ਗਿੱਠਾ ਕਿਉਂ ਰਹਿ ਗਿਆ, ਮੇਰਾ ਰੰਗ ਕਾਲਾ ਕਿਉਂ ਹੈਗਾ। ਉਹ ਫਿਰ ਸਮਾਜਿਕ ਤੌਰ ਤੇ ਸੰਬੰਧਾਂ ਤੇ ਵੀ ਸਵਾਲ ਖੜੇ ਕਰਦਾ ਹੈਗਾ ਕਿ ਵੀ ਮੈਨੂੰ ਫਲਾਣੇ ਨਾਲ ਸੰਬੰਧ ਰੱਖਣ ਵਾਸਤੇ ਕਿਉਂ ਬਣਾ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਾਡੇ ਜਾਤ ਪਾਤ ਦੀ ਗੱਲ ਹੈਗੀ ਹੈ, ਧਰਮ ਦੀ ਗੱਲ ਹੈਗੀ ਹੈ, ਜੇ ਉਹ ਐਸਾ ਦੋਸਤ ਬਣਾਉਂਦਾ ਹੈਗਾ, ਆ ਕੇ ਘਰੇ ਦੱਸਦਾ ਹੈਗਾ, ਫਿਰ ਉਹਨੂੰ ਕਹਿੰਦੇ ਨੇ ਤੂੰ ਇਸ ਦੇ ਨਾਲ ਦੋਸਤੀ ਨਾ ਰੱਖ, ਅਸੀਂ ਕਹਿੰਦੇ ਹਾਂ ਉਚੇਚੇ ਤੌਰ ਤੇ, ਤਾਂ ਫਿਰ ਉਹਨੂੰ ਲੱਗਦਾ ਹੈਗਾ ਕਿ ਮੈਨੂੰ ਮਨਾ ਕਿਉਂ ਕੀਤਾ ਜਾ ਰਿਹਾ। ਉਹਦਾ ਫਿਰ ਰਿਸ਼ਤਿਆਂ ਦੇ ਸਵਾਲ ਖੜਾ ਹੁੰਦਾ ਹੈਗਾ। ਐਵੇਂ ਉਸਦਾ ਆਪਣੇ ਮਾਨਸਿਕ ਤੌਰ ਤੇ ਜਦੋਂ ਆਪਣੇ ਆਪ ਇਕੱਲਾ ਬੈਠਦਾ ਹੈਗਾ, ਫਿਰ ਵੱਧ ਸਵਾਲ ਕਰਦਾ ਹੈਗਾ ਵੀ ਮੈਂ ਕਿਹ ਵਾਸਤੇ ਪੈਦਾ ਹੋਇਆ, ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਂ ਕੀ ਬਣਨਾ ਚਾਹਨਾ, ਮੇਰੇ ਘਰ ਦੇ ਮੈਨੂੰ ਇਹ ਕਿਉਂ ਬਣਾਉਣਾ ਚਾਹੁੰਦੇ ਆ। ਇਹ ਫਿਰ ਆਪਸ ਵਿੱਚ ਸਾਰੇ ਜਿਹੜੇ ਵਿਕਾਸ ਨੇ ਉਹ ਇਸ ਸਵਾਲ ਦੇ ਨਾਲ ਸਾਰੇ ਉਹਦੇ ਆਮਨੇ ਸਾਹਮਣੇ ਉਲਝਦੇ ਹੈਗੇ ਨੇ। ਤਾਂ ਕਹਿਣ ਦਾ ਮਤਲਬ ਕਿ ਇਹ ਜਿਹੜੇ ਪੰਜੇ ਵਿਕਾਸ ਨੇ, ਇਹਨਾਂ ਪੂਰੇ ਦੇ ਪੂਰੇ ਪੰਜੇ ਵਿਕਾਸਾਂ ਨੂੰ ਸਮਝਣ ਦੀ ਲੋੜ ਹੈਗੀ ਹੈ। ਤੇ ਇਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਮਾਂ ਪਿਓ ਨੂੰ, ਜੇ ਮਾਂ ਪਿਓ ਮੰਨ ਲਓ ਵੀ ਕਿਸੇ ਤਰੀਕੇ ਨਾਲ ਉਹਨਾਂ 'ਚ ਅੜਿੱਕਾ ਹੈਗਾ ਕਿ ਉਹ ਬਹੁਤਾ ਪੜ੍ਹ ਨਹੀਂ ਸਕੇ ਜਾਂ ਬਹੁਤਾ ਮਤਲਬ ਕਿ ਕਿਸੇ ਤਰੀਕੇ ਦੇ ਨਾਲ ਉਸ ਵਿਦਿਆ ਨੂੰ ਹਾਸਲ ਨਹੀਂ ਕਰ ਸਕੇ ਜਿਸ ਦੀ ਲੋੜ ਹੁੰਦੀ ਹੈ, ਜਾਂ ਬੱਚੇ ਮਾਂ ਪਿਓ ਜਿਹੜੇ ਨੇ ਉਹ ਬੱਚਿਆਂ ਦੀ ਪਰਵਰਿਸ਼ ਦੇ ਬਾਰੇ ਨਹੀਂ ਜਾਣਦੇ, ਤਾਂ ਇਹ ਦੂਸਰੇ ਪੜਾਅ ਦੇ ਵਿੱਚ ਇਹ ਕੰਮ ਅਧਿਆਪਕ ਦਾ ਹੁੰਦਾ ਹੈ। ਤੇ ਉਹ ਅਧਿਆਪਕ ਨੂੰ ਮਤਲਬ ਕਿ ਇਹ ਕੰਮ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਹੈਗਾ। ਜਦੋਂ ਕਿ ਅਸੀਂ ਦੇਖਦੇ ਹਾਂ ਕਿ ਅਧਿਆਪਕ ਤੋਂ ਜੇ ਕੋਈ ਬੱਚਾ ਇਸ ਉਮਰ ਤੇ ਆ ਕੇ ਸਵਾਲ ਪੁੱਛੇ ਤਾਂ ਅਧਿਆਪਕ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹ ਆਰਾਮ ਨਾਲ ਬੈਠੇ, ਕੋਈ ਸਾਡੇ ਤੋਂ ਸਵਾਲ ਨਾ ਪੁੱਛੇ, ਤੇ ਉਹਨੂੰ ਪੂਰੀ ਦੀ ਪੂਰੀ ਜਮਾਤ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਦੀ ਮਤਲਬ ਕਿ ਉਹਨੂੰ ਕੀਤਾ ਜਾਂਦਾ ਹੈ, ਉਹਦਾ ਹੌਸਲਾ ਤੋੜਿਆ ਜਾਂਦਾ ਤਾਂ ਕਿ ਉਹ ਅੱਗੇ ਤੋਂ ਇਹ ਸਵਾਲ ਕਰਨ ਦੀ ਹਿੰਮਤ ਹੀ ਨਾ ਕਰ ਸਕੇ। ਮੈਂ ਮਤਲਬ ਕਿ ਇਹ ਨੌਜਵਾਨਾਂ ਦੇ ਮੈਂ ਸਰਵੇ ਕਰਕੇ, ਕਿਉਂਕਿ ਉਹ ਕਹਿੰਦੇ ਅਧਿਆਪਕ ਸਾਡੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੰਦੇ,
ਤੇ ਇਸ ਕਰਕੇ ਉੱਥੇ ਵੀ ਉਨੀ ਉਤਸ਼ਾਹਿਤ ਹੁੰਦਾ ਹੈਗਾ। ਤਾਂ ਕਹਿਣ ਦਾ ਮਤਲਬ ਕਿ ਇਹ ਜਿਹੜੀ ਪ੍ਰਵਿਰਤੀ ਹੈ, ਪੰਜਵੀਂ ਪ੍ਰਵਿਰਤੀ, ਇਹਨੂੰ ਸਭ ਤੋਂ ਮੂਹਰੇ ਰੱਖ ਕੇ ਸਾਨੂੰ ਮਤਲਬ ਕਿ ਸਮਝਣਾ ਚਾਹੀਦਾ ਹੈਗਾ। ਦੇਖੋ, ਆਗਿਆਕਾਰੀ ਹੋਣਾ ਇੱਕ ਵੱਖਰੀ ਗੱਲ ਹੈਗੀ ਹੈ ਵੀ ਬੱਚਾ ਤੁਹਾਡੀ ਆਗਿਆ ਮੰਨ ਰਿਹਾ, ਪਰ ਅਸੀਂ ਜਦੋਂ ਸਵਾਲ ਖੜੇ ਕਰਦੇ ਹਾਂ, ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਬੱਚਾ ਸਾਡਾ ਜਿਹੜੀ ਹੈਗਾ ਨਾ ਹੁਣ ਵਿਗੜ ਗਿਆ ਹੈਗਾ। ਇਹ ਇੱਕ ਵੱਖਰੀ ਚੀਜ਼ ਹੈਗੀ ਹੈ। ਸਾਡਾ ਜੇ ਤੁਸੀਂ ਬੱਚੇ ਨੂੰ ਬੈਠ ਕੇ ਬੁਰੀ ਤਰ੍ਹਾਂ ਸਮਝਾਉਂਦੇ ਹੁੰਦੀ ਹੈ, ਸਾਰੀਆਂ ਸਮੱਸਿਆਵਾਂ ਦਾ ਸਾਹਮਣੇ ਬੈਠ ਕੇ ਤੁਸੀਂ ਉਹਦਾ ਹੱਲ ਕਰਦੇ ਹੋ, ਉਹਦੇ ਨਾਲ ਬੈਠ ਕੇ ਆਪਸ ਦੇ ਵਿੱਚ ਸ਼ੇਅਰ ਕਰਦੇ ਹੋ, ਤਾਂ ਤੁਸੀਂ ਉਸ ਤੋਂ ਵੱਧ ਇੱਜ਼ਤ ਹਾਸਲ ਕਰਦੇ ਹੋ, ਤੁਸੀਂ ਉਹ ਤੁਹਾਡੇ ਤੋਂ ਵੱਧ ਆਗਿਆਕਾਰੀ ਬਣੇਗਾ। ਪਰ ਜੇ ਤੁਸੀਂ ਉਹਦੀਆਂ ਸਮੱਸਿਆਵਾਂ ਨੂੰ ਟਾਲੋਗੇ, ਉਹਦੇ ਨਾਲ ਗੱਲ ਨਹੀਂ ਕਰੋਗੇ, ਤਾਂ ਇਹ ਦੇਖਣ ਚ ਆਇਆ ਹੈਗਾ ਕਿ ਬੱਚਿਆਂ ਦੇ ਮਤਲਬ ਕਹਿੰਦੇ ਆ ਕਿ ਸਾਡੇ ਜਿਹੜੇ ਮਾਂ-ਪਿਓ ਨੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਅੱਜ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਹੈ, ਇਹਨਾਂ ਜਿਹੜੀਆਂ ਆਪਾਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਬੱਚਿਆਂ ਦੇ ਵਿੱਚ ਤੇ ਮਾਂ-ਪਿਓ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਹੈਗੀ ਹੈ ਸੰਵਾਦ ਦੀ ਘਾਟ ਹੈਗੀ ਹੈ, ਬੋਲ ਚਾਲ ਦੀ ਘਾਟ ਹੈਗੀ ਹੈ। ਹੈਲੋ ਹੈਲੋ ਕਰਨੀ, ਉੱਠਣਾ, ਹੋਰ ਪੁੱਤ ਕੀ ਹਾਲ ਹੈ, ਕਿਵੇਂ ਪੜ੍ਹਦਾ ਪਿਆ, ਠੀਕ ਪੜ੍ਹਦਾ ਪਿਆ, ਚੰਗੇ, ਓਕੇ, ਇੰਨੀ ਕੋਈ ਗੱਲ ਜਿਹੜੀ ਹੈ ਨਾ ਉਹ ਕਾਫੀ ਨਹੀਂ ਹੁੰਦੀ। ਮਾਂ ਜੇ ਪੁੱਛ ਲੈ ਵੀ ਰੋਟੀ ਖਾ ਲਈ ਉੱਥੇ ਕੀ ਖਾਧਾ ਸੀ, ਕੀ, ਆਹ ਕਾਫੀ ਨਹੀਂ ਹੁੰਦਾ। ਗੱਲ ਹੁੰਦੀ ਹੈ ਵੀ ਜਿਹੜੀਆਂ ਉਹਦੀਆਂ ਹੁਣ ਇਸ ਵਕਤ ਵਿਕਾਸ ਹੋ ਰਹੇ ਨੇ ਉਹਦੇ ਬਾਰੇ ਗੱਲ ਕਰਨੀ। ਜਿਸ ਤਰ੍ਹਾਂ ਮੈਂ ਹੁਣ ਤੁਸੀਂ ਆਪਾਂ ਇੱਕ ਇੱਕ ਵਿਕਾਸ ਦੀ ਗੱਲ ਕਰਦੇ ਆ, ਜਿਹੜੀ ਉਹਨਾਂ ਦੀ ਲੋੜ ਕੀ ਹੈ। ਪਹਿਲਾ ਜਿਹੜਾ ਵਿਕਾਸ ਹੈਗਾ ਉਹਦਾ ਸਾਨੂੰ ਪਤਾ ਹੈਗਾ ਵੀ ਉਹਦੀ ਵਿਕਾਸ, ਉਹਦੀ ਕੱਦ ਵੱਢਣਾ, ਉਹਦੀ ਖੁਰਾਕ ਦੀ ਲੋੜ ਹੈਗੀ ਹੈ, ਉਹ ਬੜੀ ਸਾਫ਼ ਨਜ਼ਰ ਆਉਂਦੀ ਹੈ। ਪਰ ਖੁਰਾਕ ਕਿੰਨੀ ਦੇਣੀ ਹੈ ਤੇ ਕਿਹੋ ਜਿਹੀ ਦੇਣੀ ਹੈ, ਇਹਦੇ ਬਾਰੇ ਵੀ ਲੋਕਾਂ ਨੂੰ ਨਹੀਂ ਪਤਾ ਹੈਗਾ। ਵੀ ਉਸ ਨੂੰ ਕੱਦ ਵਧਣ ਦੇ ਵਾਸਤੇ ਸਾਨੂੰ ਪ੍ਰੋਟੀਨ ਚਾਹੀਦਾ ਹੈਗਾ, ਉਹਦੇ ਵਾਸਤੇ ਜਿਹੜੀ ਹੈ ਉਹਦੀ ਜਿਹੜੀ ਹੈਗੀ ਹੈ ਉਹ ਸਿਸਟਮ ਜਿਹੜੇ ਨੇ ਸਾਰੇ ਦੇ ਸਾਰੇ, ਇਕੱਲਾ ਮਤਲਬ ਕਿ ਕੱਦ ਹੀ ਨਹੀਂ ਵੱਧਦਾ, ਹਾਰਟ ਦਾ ਸਾਈਜ਼ ਵੀ ਵੱਧਦਾ ਹੈਗਾ, ਖੂਨ ਦੀਆਂ ਨਾੜਾਂ ਵੀ ਜਿਹੜੀਆਂ ਨੇ ਉਹ ਵੀ ਲੰਮੀਆਂ ਹੋ ਰਹੀਆਂ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬਣਤਰ ਦੇ ਵਾਸਤੇ ਪ੍ਰੋਟੀਨ ਚਾਹੀਦਾ ਹੈਗਾ, ਮਿਨਰਲ ਚਾਹੀਦੇ ਹੈਗੇ ਨੇ, ਇੱਥੋਂ ਤੱਕ ਕਿ ਸਾਡੀ એનર્ਜੀ ਵੀ। ਅਸੀਂ ਇੱਕ ਨੌਜਵਾਨ ਨੂੰ ਰੈਫਰੈਂਸ ਬੰਦੇ ਆ, ਨੌਜਵਾਨ ਮਤਲਬ ਜਿਹੜਾ 25 ਸਾਲ ਤੋਂ ਵੱਧ ਮਤਲਬ ਕਿ ਬੰਦਾ ਹੈਗਾ, ਜਿਹਦੀ ਸਾਰੀ ਗਰੋਥ ਹੋ ਚੁੱਕੀ ਹੈ, ਉਸ ਨੂੰ 2400 ਕੈਲਰੀ ਚਾਹੀਦੀਆਂ ਹੁੰਦੀਆਂ ਨੇ, 60 ਗ੍ਰਾਮ ਪ੍ਰੋਟੀਨ ਚਾਹੀਦਾ ਹੁੰਦਾ ਹੈ। ਪਰ ਇਸ ਉਮਰ ਦੇ ਉੱਪਰ ਉਸ ਨੂੰ ਆਪਣੇ ਉਸ 25 ਸਾਲ ਵਾਲੇ ਬੰਦੇ ਤੋਂ ਵੀ ਵੱਧ ਪ੍ਰੋਟੀਨ ਤੇ ਵੱਧ ਕੈਲਰੀ ਦੀ ਲੋੜ ਹੁੰਦੀ ਹੈ। ਤਕਰੀਬਨ 1.5 ਗੁਣਾ ਉਹਨੂੰ ਵੱਧ ਖੁਰਾਕ ਦੀ ਲੋੜ ਹੁੰਦੀ ਹੈ ਇੱਕ ਨੌਜਵਾਨ ਸਾਥੀ ਤੋਂ। ਤੇ ਉਸੇ ਤਰ੍ਹਾਂ ਲੜਕੀਆਂ ਦੇ ਵਿੱਚ ਵੀ ਜਿਹੜੀ ਹੈਗੀ ਹੈ, ਕਿਉਂਕਿ ਉਹ ਮਾਹਵਾਰੀ ਆ ਰਹੀ ਹੈ, ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੈਗੀ ਹੈ ਖੂਨ ਦੀ ਘਾਟ ਜਿਹੜੀ ਹੈਗੀ ਹੈ ਉਹ ਦੇਖਣ ਚ ਆਉਂਦੀ ਹੈ। ਅੱਜ ਦੀ ਤਰੀਕ ਦੇ ਵਿੱਚ ਵੀ ਜੇ ਤੁਸੀਂ ਸਰਵੇ ਕਰ ਲਓ, ਸਾਰੇ ਮਤਲਬ ਕਿ ਕਾਲਜ ਕਿਸੇ ਦੇ ਵਿੱਚ ਜਾ ਕੇ, ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਚੰਗੇ ਘਰਾਂ ਦੇ ਬੱਚੇ ਹੁੰਦੇ ਹੈਗੇ ਨੇ ਤੇ ਉਹਨਾਂ ਨੂੰ ਥੋੜਾ ਬਹੁਤਾ ਖੁਰਾਕ ਮਿਲਦੇ ਵੀ ਹੈ, ਖਾਂਦੇ ਨੇ, ਸਾਨੂੰ 50% ਲੜਕੀਆਂ ਦੇ ਵਿੱਚ ਖੂਨ ਦੀ ਘਾਟ ਮਤਲਬ 10 ਗ੍ਰਾਮ ਤੋਂ ਘੱਟ ਹੀਮੋਗਲੋਬਿਨ ਹੋਊਗਾ। ਮੈਂ ਮਤਲਬ ਕਿ ਇਹ ਗੱਲ ਕਹਿ ਰਿਹਾ, ਪੱਕੇ ਤੁਸੀਂ ਮਤਲਬ ਕਿ ਸਰਵੇ ਕਰ ਲਓ। ਜਦੋਂ ਕਿ ਆਮ ਜਨਤਾ ਦੇ ਵਿੱਚ ਤੁਸੀਂ ਜਾਓਗੇ ਤਾਂ ਇਹ ਆંકੜਾ 70-75% ਤੱਕ ਚਲਾ ਜਾਂਦਾ ਹੈਗਾ। ਯਾਨੀ ਕਿ ਤੁਸੀਂ ਦੇਖੋ, ਲੜਕੀ ਵਾਸਤੇ ਖਾਸ ਤੌਰ ਤੇ ਇਹ ਹੈ ਕਿ ਲੜਕੀ ਹੁਣ ਮਾਂ ਬਣਨ ਦੇ ਵਾਸਤੇ ਵੀ ਤਿਆਰ ਹੋ ਰਹੀ ਹੈਗੀ ਹੈ। ਤਾਂ ਇਸ ਕਰਕੇ ਉਸ ਦੀ ਖੁਰਾਕ ਦਾ ਜਿਹੜਾ ਹੈ ਉਹ ਪੂਰਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਕਿ ਅਸੀਂ ਸਮਾਜ ਦੇ ਵਿੱਚ ਖੁਰਾਕ ਨੂੰ ਵੰਡਣ ਲੱਗਿਆ ਵਿਤਕਰਾ ਕਰਦੇ ਹਾਂ, ਕੁੜੀ ਨੂੰ ਘੱਟ ਖੁਰਾਕ ਦਿੰਦੇ ਆ, ਵਧੀਆ ਖੁਰਾਕ ਨਹੀਂ ਦਿੰਦੇ, ਦੁੱਧ ਦਹੀਂ ਜਿਹੜਾ ਹੈ ਉਹ ਮੁੰਡੇ ਵਾਸਤੇ ਮਤਲਬ ਕਿ ਰੱਖਦੇ ਆ। ਉਹਦੇ ਆਰਥਿਕ ਕਾਰਨ ਵੀ ਹੋ ਸਕਦੇ ਆ, ਉਹਦੇ ਸਮਾਜਿਕ ਕਾਰਨ ਵੀ ਸਾਡੇ ਸਮਾਜ ਦੇ ਵਿੱਚ ਹੈਗੇ ਨੇ। ਦੂਸਰਾ ਜਿਹੜਾ ਹੈਗਾ ਸਮਾਜ ਆਪਣੇ ਸੈਕਸ ਦੀ ਜਿਹੜਾ ਵਿਕਾਸ ਹੈਗਾ, ਜੇ ਆਪਾਂ ਉਹਦੀ ਗੱਲ ਕਰੀਏ, ਸੈਕਸ ਅੰਗਾਂ ਦਾ ਵਿਕਾਸ ਹੋ ਰਿਹਾ। ਜਿਸ ਤਰ੍ਹਾਂ ਮੈਂ ਗੱਲ ਕੀਤੀ ਮਾਹਵਾਰੀ ਬਾਰੇ, ਬੱਚੇ ਨੂੰ ਲੜਕੀ ਨੂੰ ਮਾਂ ਦੱਸ ਦਿੰਦੀ ਹੈਗੀ ਹੈ, ਮਾਂ ਇਹ ਦੱਸਦੀ ਹੈਗੀ ਹੈ ਵੀ ਇਹ ਇੱਕ ਮਾਹਵਾਰੀ ਦਾ ਇੱਕ ਸਾਈਕਲ ਹੈ, ਹਰ ਮਹੀਨੇ ਹੋਊਗਾ, ਇਹ ਬਲੱਡ ਨਿਕਲੂਗਾ, 2 ਦਿਨ ਰਹੂਗਾ, ਤੇ ਇਹਨੂੰ ਥੋੜੀ ਸਾਫ਼ ਸਫਾਈ ਸੰਭਾਲ ਕਿਵੇਂ ਕਰਨੀ ਹੈਗੀ ਹੈ, ਇੰਨੀ ਹੀ ਗੱਲ ਕਰਦੀ ਹੈਗੀ ਹੈ। ਜਦੋਂ ਕਿ ਅਸਲ ਦੇ ਵਿੱਚ ਦੱਸਣਾ ਕੀ ਚਾਹੀਦਾ ਹੈਗਾ, ਇਸ ਤੋਂ ਅੱਗੇ ਜਿਹੜੀ ਗੱਲ ਮਿਸ ਹੁੰਦੀ ਹੈ, ਜਿਹਦੀ ਸਮੱਸਿਆਵਾਂ ਬਣਦੀਆਂ ਨੇ ਬਾਅਦ ਵਿੱਚ, ਉਹ ਇਹ ਹੈਗਾ ਕਿ ਮਾਂ ਨੂੰ ਇਹ ਦੱਸਣਾ ਚਾਹੀਦਾ ਕਿ ਮਾਹਵਾਰੀ ਦਾ ਸਿੱਧਾ ਸੰਬੰਧ ਇਹ ਹੈਗਾ ਕਿ ਹੁਣ ਤੂੰ ਕਿਸੇ ਵਕਤ ਵੀ ਮਾਂ ਬਣ ਸਕਦੀ ਹੈ। ਯਾਨੀ ਕਿ ਤੇਰਾ ਇਹ ਰਿਲੇਸ਼ਨ ਪ੍ਰੈਗਨੈਂਸੀ ਨਾਲ ਹੈਗਾ। ਇਹਦਾ ਮੈਸੇਜ ਇਹ ਜਾਣਾ ਚਾਹੀਦਾ ਹੈਗਾ ਕਿ ਤੂੰ ਹੁਣ ਘਰੋਂ ਬਾਹਰ ਨਿਕਲਣਾ ਹੈਗਾ। ਮਾਂ ਪਿਓ ਨੂੰ ਪਤਾ ਹੋਵੇ ਕਿ ਬੱਚੇ ਨੂੰ ਅਸੀਂ ਪੜ੍ਹਾਉਣਾ ਹੈਗਾ, ਬੱਚੇ ਨੇ ਕਾਲਜ ਜਾਣਾ ਹੈਗਾ, ਘਰੋਂ ਛੱਡ ਕੇ ਯੂਨੀਵਰਸਿਟੀਆਂ ਦੇ ਵਿੱਚ ਵੀ ਜਾਣਾ ਹੈਗਾ, ਅਸੀਂ ਬੱਚਿਆਂ ਨੂੰ ਬੜੀ ਦੂਰ ਦੂਰ ਤੱਕ ਭੇਜਦੇ ਹੈਗੇ ਆ ਪੜ੍ਹਨ ਦੇ ਵਾਸਤੇ। ਤਾਂ ਉੱਥੇ ਨੂੰ ਇਹ ਦੱਸਣਾ ਚਾਹੀਦਾ ਕਿ ਕਿਸੇ ਵਕਤ ਵੀ ਕਿਸੇ ਵੇਲੇ ਕੋਈ ਅਣਗਹਿਲੀ ਜਿਹੜੀ ਹੋਊਗੀ, ਕੋਈ ਵੀ ਤੇਰਾ ਡਿਸੀਜਨ ਕਿਸੇ ਮੌਕੇ ਤੇ ਗਲਤ ਹੋਊਗਾ ਤਾਂ ਉਹਦਾ ਹਰਜਾਨਾ ਤੈਨੂੰ ਭੁਗਤਣਾ ਪਊਗਾ, ਕਿਉਂਕਿ ਤੂੰ ਹੀ ਉਸ ਦੇ ਮਤਲਬ ਕਿ ਚੱਕਰ ਦੇ ਵਿੱਚ ਤੇਰੀ ਹੀ ਜਿਹੜੀ ਪਰੇਸ਼ਾਨੀ ਵਧੂਗੀ। ਤਾਂ ਇਸ ਕਰਕੇ ਨਾ ਕਹਿਣ ਦੀ ਜਿਹੜੀ ਹਾਲਤ ਹੈਗੀ ਹੈ, ਇੱਥੇ ਸਿਖਾਉਣਾ ਚਾਹੀਦਾ ਆਰਟ ਆਫ ਸੇਇੰਗ ਨੋ। ਵੀ
ਕੋਈ ਇੱਕ ਲੈਵਲ ਤੋਂ ਅੱਗੇ ਜਾ ਕੇ ਵੈਸੇ ਤਾਂ ਇਹ ਸ਼ੁਰੂ ਤੋਂ ਹੀ ਸਿਖਾਉਣਾ ਚਾਹੀਦਾ ਹੈ, ਹੋਰ ਬੜੀਆਂ ਚੀਜ਼ਾਂ ਦੇ ਵਾਸਤੇ ਸਿਖਾਉਣਾ ਚਾਹੀਦਾ ਹੈ ਬੱਚਿਆਂ ਨੂੰ। ਜਿਹੜੇ ਬੱਚੇ ਜਦੋਂ ਹੁਣ ਸਕੂਲ ਤੋਂ ਮਤਲਬ ਕਿ ਆਪਣੇ 10ਵੀਂ 11ਵੀਂ ਤੱਕ ਪਹੁੰਚਦੇ ਨੇ, ਉਹ ਸਕੂਲ ਵਿੱਚ ਨਹੀਂ ਜਾਂਦੇ, ਫਿਲਮਾਂ ਦੇਖਣ ਚਲੇ ਜਾਂਦੇ ਨੇ ਜਾਂ ਹੋਰ ਇਹੋ ਜਿਹੇ ਕੰਮ ਕਰਦੇ ਨੇ, ਬਾਹਰ ਘੁੰਮਣ ਚਲੇ ਜਾਂਦੇ ਨੇ, ਮਾਪਿਆਂ ਨੂੰ ਦੱਸਦੇ ਨਹੀਂ। ਤੇ ਜਿਵੇਂ ਦੱਸਿਆ ਕਿ ਨੌਜਵਾਨਾਂ ਦਾ ਆਪਸ ਦੇ ਵਿੱਚ ਜਿਹੜਾ ਦਬਾਅ ਹੁੰਦਾ ਹੈਗਾ, ਨਸ਼ਿਆਂ ਦੀ ਗੱਲ ਹੋਈ ਹੈਗੀ ਹੈ, ਬਹੁਤ ਵੱਡੀ ਜਿਹੜੀ ਸਮੱਸਿਆ ਹੈਗੀ ਹੈ, ਉਹਦੀ ਸ਼ੁਰੂਆਤ ਵੀ ਇਸੇ ਤਰੀਕੇ ਨਾਲ ਹੁੰਦੀ ਹੈ, ਜਾਂ ਕੋਈ ਗੱਲ ਨਹੀਂ ਕਰਕੇ ਦੇਖ ਲੈ। ਤਾਂ ਕਹਿਣ ਦਾ ਮਤਲਬ ਇਹ ਸਾਰੇ ਜਿਹੜੇ ਮਤਲਬ ਕਿ ਹੈਗੇ ਆ ਫੈਸਲੇ ਜ਼ਿੰਦਗੀ ਦੇ, ਇੱਥੇ ਜਿੱਥੇ ਕਿਤੇ ਵੀ ਅੱਗੋਂ ਜਾ ਕੇ ਤੁਹਾਨੂੰ ਸਮੱਸਿਆ ਹੋ ਸਕਦੀ ਹੈ, ਉੱਥੇ ਨਾ ਕਹਿਣ ਦੀ ਆਦਤ ਜਿਹੜੀ ਹੈਗੀ ਹੈ ਉਹ ਸਿਖਾਉਣੀ ਚਾਹੀਦੀ ਹੈ। ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਡੇ ਮਨੁੱਖ ਦੇ ਅੰਦਰ ਹੈਗੀਆਂ ਨੇ, ਮਤਲਬ ਕਿ ਦਿਮਾਗ ਦੇ ਵਿੱਚ ਹੈਗੀਆਂ ਨੇ, ਸਾਡੇ ਸਰੀਰਕ ਵਿੱਚ ਹੈਗੀਆਂ ਨੇ, ਸਾਡੇ ਕੁਦਰਤ ਵਿੱਚ ਹੈਗੀਆਂ ਨੇ, ਪਰ ਕੁਝ ਚੀਜ਼ਾਂ ਅਸੀਂ ਸਮਾਜਿਕ ਤੌਰ ਤੇ ਬੱਚਿਆਂ ਨੂੰ ਸਿਖਾਉਣੀਆਂ ਹੁੰਦੀਆਂ ਨੇ। ਸਮਾਂ ਬਦਲ ਲਿਆ ਹੈਗਾ, ਜਦੋਂ ਅਸੀਂ ਕਹਿੰਦੇ ਹਾਂ ਕਿ ਪਰਿਵਾਰ ਤੋਂ ਮਤਲਬ ਕਿ ਜਿਹੜੇ ਨੇ ਉਹ ਇਕਾਕੀ ਪਰਿਵਾਰ ਤੋਂ ਸੰਯੁਕਤ ਪਰਿਵਾਰ ਸੀਗੇ ਪਹਿਲਾਂ, ਹੁਣ ਜੁਆਇੰਟ ਫੈਮਿਲੀ ਸੀ, ਹੁਣ ਨਿਊਕਲੀਅਰ ਸਿੰਗਲ ਫੈਮਿਲੀ ਹੋ ਗਈਆਂ ਹੈਗੀਆਂ ਨੇ। ਪਰ ਇਸ ਤੋਂ ਇਲਾਵਾ ਵੀ ਸਮਾਜਿਕ ਤੌਰ ਤੇ ਬਹੁਤ ਕੁਝ ਬਦਲਿਆ ਹੈਗਾ। ਅਸੀਂ ਆਪਣੇ ਆਲਾ ਦੁਆਲਾ ਦੇਖੀਏ, ਸਾਡੇ ਹੱਥਾਂ ਦੇ ਵਿੱਚ ਜੋ ਤੁਸੀਂ ਹਿਸਾਬ ਲਗਾਓ, ਇੱਕ ਮੋਬਾਈਲ ਹੈਗਾ ਉਹ ਪਹਿਲਾਂ ਨਹੀਂ ਸੀ ਹੁੰਦਾ, ਟੈਲੀਵਿਜ਼ਨ ਸੀਗਾ ਉਹ ਨਹੀਂ ਸੀ ਹੁੰਦਾ। ਤੇ ਇਹ ਸਾਰੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਜਿਹੜੀਆਂ ਇਨਫੋਰਮੇਸ਼ਨ ਸਾਡੇ ਨੌਜਵਾਨਾਂ ਕੋਲ ਜਾ ਰਹੀਆਂ ਨੇ, ਸਾਡੇ ਕੋਲ ਵੀ ਨਹੀਂ ਹੈਗੀਆਂ, ਸਾਡੀ ਉਮਰ ਦੇ ਲੋਕਾਂ ਕੋਲ ਵੀ ਉਹ ਨਹੀਂ ਹੈਗੀਆਂ ਜਿਹੜੀਆਂ ਨੌਜਵਾਨਾਂ ਕੋਲ ਨੇ। ਤਾਂ ਉਸ ਪਰਿਪੇਖ ਦੇ ਵਿੱਚ ਸਾਰੀਆਂ ਗੱਲਾਂ ਸਮਝ ਕੇ ਸਾਨੂੰ ਮਤਲਬ ਕਿ ਬੱਚਿਆਂ ਨੂੰ ਹੈਗਾ ਉਹ ਦੇਖਣਾ ਚਾਹੀਦਾ, ਮਤਲਬ ਸਾਹਮਣੇ ਆਉਣਾ ਚਾਹੀਦਾ ਹੈਗਾ। ਇੱਥੇ ਜਿਹੜੀ ਵੀ ਗੱਲ ਕੀਤੀ ਸੀ ਕਿ ਸਿਰਫ ਸੈਕਸ ਅੰਗਾਂ ਦਾ ਵਿਕਾਸ ਨਹੀਂ ਹੋ ਰਿਹਾ, ਇਹ ਆਪਸ ਦੇ ਵਿੱਚ ਇੱਕ ਖਿੱਚ ਵੀ ਹੈਗੀ ਹੈ। ਇਹ ਜਿਹੜੀ ਖਿੱਚ ਹੈਗੀ ਆ, ਅਸੀਂ ਇਹਨੂੰ ਆਪੋਜਿਟ ਜਦੋਂ ਸੈਕਸ ਕਹਿੰਦੇ ਹੈਗੇ ਆ ਤਾਂ ਅਸੀਂ ਇੱਕ ਵਿਰੋਧ ਵਿੱਚ ਖੜਾ ਕਰ ਲੈਂਦੇ ਹਾਂ ਦੋਹਾਂ ਨੂੰ। ਇਹ ਵਿਰੋਧ ਦੇ ਨਾਲ ਸਗੋਂ ਜਿਹੜੀ ਖਿੱਚ ਹੈਗੀ ਹੈ ਘਟਦੀ ਨਹੀਂ, ਇਹ ਵੱਧਦੀ ਹੈਗੀ ਹੈ। ਅਸੀਂ ਇਹਨੂੰ ਕਹੀਏ ਵੀ ਇਹ ਇੱਕ ਦੂਜੇ ਦੇ ਪੂਰਕ ਨੇ। ਜੇ ਆਪਾਂ ਜਿਹੜਾ ਕੋ ਐਜੂਕੇਸ਼ਨ ਸਕੂਲਾਂ ਦਾ ਜਿਹੜਾ ਕਨਸੈਪਟ ਹੈਗਾ ਉਹਦੇ ਵੱਲ ਜਾਈਏ ਥੋੜਾ ਜਿਹਾ, ਉਹਦੇ ਚ ਇਹ ਸੀਗਾ ਕਿ ਬੱਚੇ ਇਕੱਠੇ ਪੜ੍ਹਨਗੇ, ਲੜਕੇ ਲੜਕੀਆਂ ਇਕੱਠੇ ਪੜ੍ਹਨਗੇ, ਇੱਕ ਦੂਜੇ ਨੂੰ ਸਮਝਣਗੇ, ਨਾਲੋਂ ਨਾਲ ਵੱਡੇ ਹੋਣਗੇ ਤੇ ਇੱਕ ਦੂਜੇ ਦੀ ਹਰੇਕ ਦਿਨੋਂ ਦਿਨ ਹੋ ਰਹੀ ਉਸਦੀ ਵਿਕਾਸ ਨੂੰ ਸਮਝਣਗੇ ਤੇ ਇੱਕ ਦੂਸਰੇ ਦੀ ਇੱਜ਼ਤ ਕਰਨਗੇ। ਤਾਂ ਉਹ ਅਸੀਂ ਚੀਜ਼ ਜਿਹੜੀ ਸੀਗੀ ਉਹ ਐਜੂਕੇਸ਼ਨ ਵਾਲੀ, ਉਹ ਅਸੀਂ ਸਮਝੀ ਨਹੀਂ। ਅਸੀਂ ਦੇਖੋ ਬੱਚੇ ਪੜ੍ਹਦੇ ਨੇ, ਜਿਹੜੇ ਸਕੂਲ ਕਾਲਜ ਖੋਲੇ ਗਏ ਨੇ ਉਹਦੇ ਪਿੱਛੇ ਉਹਨਾਂ ਦੀ ਮਜਬੂਰੀ ਹੁੰਦੀ ਹੈ, ਕਿਉਂਕਿ ਸਕੂਲ ਜਿਹੜਾ ਕਾਲਜ ਜਿਹੜਾ ਹੈਗਾ ਛੋਟੇ ਸ਼ਹਿਰ ਦੇ ਵਿੱਚ ਖੋਲਣਾ ਪੈ ਰਿਹਾ ਕਾਲਜ, ਤੇ ਲੜਕੀਆਂ ਨੂੰ ਵੀ ਪੜ੍ਹਾਉਣਾ ਚਾਹੁੰਦੇ ਆ, ਤੇ ਅਸੀਂ ਫਿਰ ਦੇਖਦੇ ਹਾਂ ਕਿ ਉਹਨਾਂ ਦਾ ਵੱਖਰਾ ਸਕੂਲ ਕਾਲਜ ਖੋਲ ਨਹੀਂ ਸਕਦੇ ਤੇ ਉਹਦੇ ਵਾਸਤੇ ਪੂਰੀ ਵਿਵਸਥਾ ਚਾਹੀਦੀ ਹੈ। ਫਿਰ ਅਸੀਂ ਕੋ ਐਜੂਕੇਸ਼ਨ ਜਿਹੜਾ ਸ਼ੁਰੂ ਕਰ ਲੈਂਦੇ ਹਾਂ, ਪਰ ਉੱਥੇ ਲੜਕੇ ਵੱਖ ਬੈਠ ਰਹੇ ਨੇ, ਲੜਕੀ ਵੱਖਰੀ ਬੈਠ ਰਹੀ ਹੈ। ਉਸੇ ਤਰੀਕੇ ਨਾਲ ਕੰਟੀਨ ਦਾ ਵੱਖਰਾ ਹੈਗਾ, ਇੱਥੋਂ ਤੱਕ ਕਿ ਆਪਣੇ ਲਾਇਬ੍ਰੇਰੀ ਜਾਣ ਦੇ ਟਾਈਮਿੰਗ ਵੱਖਰੇ ਹੈਗੇ ਨੇ, ਪਲੇਗਰਾਊਂਡ ਵੱਖਰੇ ਹੈਗੇ ਨੇ। ਪਲੇਗਰਾਊਂਡ ਵਿੱਚ ਜੇ ਪਲੇਗਰਾਊਂਡ ਇੱਕੋ ਹੈਗਾ, ਉੱਥੇ ਖੇਡਣ ਦਾ ਸਮਾਂ ਵੱਖਰਾ ਹੈਗਾ। ਇਹ ਸਾਰਾ ਕੁਝ ਮਤਲਬ ਕਿ ਅਸੀਂ ਇੱਕ ਕ੍ਰੀਏਟ ਕੀਤਾ ਹੋਇਆ, ਕਿਤੇ ਵੀ ਅਸੀਂ ਮਤਲਬ ਕਿ ਇਹਨਾਂ ਨੂੰ ਇੱਕ ਸਿਹਤਮੰਦ ਤਰੀਕੇ ਦਾ ਇੱਕ ਰਿਸ਼ਤਾ ਬਣਾਉਣ ਦੀ ਮਤਲਬ ਕਿਤੇ ਵੀ ਕੋਸ਼ਿਸ਼ ਨਹੀਂ ਹੁੰਦੀ, ਜਿਸ ਦੇ ਨਾਲ ਜਿਹੜੀ ਹੈਗੀ ਹੈ ਜਿਹੜੀਆਂ ਸਮੱਸਿਆਵਾਂ ਔਰਤਾਂ ਨੂੰ ਛੇੜਨ ਦੀ, ਲੜਕੀਆਂ ਨੂੰ ਛੇੜਨ ਦੀ, ਉਹਨਾਂ ਦੇ ਮਗਰ ਉਹਨੂੰ ਮਤਲਬ ਕਿ ਟੀਜ਼ ਕਰਨ ਦੀ, ਈਵ ਟੀਜ਼ਿੰਗ ਜਿਹੜੀ ਗੱਲ ਹੈਗੀ ਹੈ, ਇਹ ਉਹਨਾਂ ਦੇ ਵਿੱਚੋਂ ਦੀ ਪੈਦਾ ਹੁੰਦੀਆਂ ਨੇ। ਸਾਨੂੰ ਇਸ ਮਾਨਸਿਕਤਾ ਨੂੰ ਵੀ ਥੋੜੀ ਜਿਹੀ ਸਮਝਣ ਦੀ ਲੋੜ ਹੈਗੀ ਹੈ। ਤੇ ਸਮਾਜਿਕ ਰਿਸ਼ਤੇ ਦੀ ਜਿਹੜੀ ਗੱਲ ਕੀਤੀ ਹੈ, ਹੁਣ ਸਮਾਜਿਕ ਰਿਸ਼ਤਿਆਂ ਦੇ ਵਿੱਚ ਜਿਹੜਾ ਹੈਗਾ ਸਮਾਜਿਕ ਵਿਕਾਸ ਜਿਹੜਾ ਹੈਗਾ ਉਹਦੇ ਰਿਸ਼ਤੇ ਬਦਲ ਰਹੇ ਨੇ, ਰਿਸ਼ਤਿਆਂ ਦੀ ਬਣਤਰ ਬਦਲ ਰਹੀ ਹੈ। ਉਹ ਮਾਂ ਪਿਓ ਦੀ ਜਿਹੜੀ ਹੈਗੀ ਹੈ ਪ੍ਰਭਾਵ ਤੋਂ ਹੁਣ ਉਹ ਆਜ਼ਾਦ ਹੋ ਕੇ ਉਹ ਇਕੱਲਾ ਵਿਚਰਨਾ ਚਾਹੁੰਦਾ ਹੈਗਾ, ਇਕੱਲਾ ਵਿਚਰਨਾ ਚਾਹੁੰਦਾ ਹੈਗਾ, ਆਪਣੇ ਮਰਜ਼ੀ ਨਾਲ ਆਪਣੇ ਦੋਸਤਾਂ ਵਿੱਚ ਵਿਚਰਨਾ ਚਾਹੁੰਦਾ ਹੈਗਾ। ਜੇ ਆਪਾਂ ਗੱਲ ਕੀਤੀ ਕਿ ਮਾੜੀ ਸੰਗਤ ਦੀ ਗੱਲ ਹੈਗੀ ਹੈ, ਮੈਂ ਤੇ ਇਹ ਗੱਲ ਜੋੜ ਦਿਆਂ ਕਿ ਇਹ ਮਤਲਬ ਕਿ ਸਰਵੇ ਹੋਇਆ ਹੈ ਕਿ ਜਿੱਥੇ ਮਾਂ ਪਿਓ ਦਾ ਰਿਸ਼ਤਾ ਵਧੀਆ ਹੋਊਗਾ ਬੱਚਿਆਂ ਦੇ ਨਾਲ, ਜਿੱਥੇ ਇੱਕ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਆਪਣੇ ਮਨ ਦੀ ਗੱਲ, ਆਪਣੀ ਸਮੱਸਿਆਵਾਂ ਨੂੰ ਖੁੱਲ੍ਹ ਦਿਲੀ ਦੇ ਨਾਲ ਬੈਠ ਕੇ ਗੱਲ ਕਰਨ ਦਾ ਮਾਹੌਲ ਹੋਊਗਾ, ਜਿੱਥੇ ਉਹ ਬਗੈਰ ਮਤਲਬ ਕਿ ਕਿਸੇ ਡਰ ਤੋਂ ਮਾਂ ਪਿਓ ਨਾਲ ਗੱਲ ਕਰ ਸਕੂਗਾ, ਉਹਨੂੰ ਬੱਚੇ ਜਿਹੜੇ ਨੇ ਆਪਣੇ ਦੋਸਤ ਬਣਾਉਣੇ ਵੀ ਵਧੀਆ ਆਉਣਗੇ, ਉਹਦੇ ਦੋਸਤ ਵਧੀਆ ਹੋਣਗੇ, ਉਹਨੂੰ ਦੋਸਤ ਵਧੀਆ ਚੁਣਨੇ ਆਉਣਗੇ। ਇਹ ਗੱਲ ਮਤਲਬ ਕਿ ਸਮਝਣ ਦੀ ਲੋੜ ਹੈਗੀ ਹੈ। ਇਸ ਕਰਕੇ ਵੈਸੇ ਵੀ ਆਪਾਂ ਗੱਲ ਕਰੀਏ, ਜਿੰਨੀਆਂ ਵੀ ਆਪਾਂ ਵਿਕਾਸ ਜਾਂ ਲੋੜਾਂ ਦੀ ਗੱਲ ਹੈਗੀ ਹੈ, ਸਭ ਤੋਂ ਪਹਿਲਾਂ ਉਹ ਪਰਿਵਾਰ ਨੇ ਹੀ ਉਸ ਨੂੰ ਸਮਝਣਾ ਹੈਗਾ ਤੇ ਪਰਿਵਾਰ ਨੇ ਹੀ ਉਹ ਲੋੜਾਂ ਪੂਰੀਆਂ ਕਰਨੀਆਂ ਹੈਗੀਆਂ ਨੇ। ਤਾਂ ਇਹ ਲੋੜ ਜਿਹੜੀ ਹੈਗੀ ਹੈ ਮਾਂ ਪਿਓ ਦੀ ਸਮਾਜਿਕ ਤੇ ਮਾਨਸਿਕ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਾਸਤੇ ਇੱਕ ਘਰ ਦਾ ਜਿਹੜਾ ਮਾਹੌਲ ਹੈ, ਜਿਹੜੇ ਨੂੰ ਅੱਜ ਕੱਲ੍ਹ ਦੇ ਜਿਹੜੇ ਪੇਰੈਂਟਸ ਨੇ ਉਹ ਆਪਣੇ ਸੋਚਦੇ ਨੇ ਕਿ ਬਜ਼ੁਰਗਾਂ ਨੇ ਕਿਹੜਾ ਕੋਈ ਮਤਲਬ ਕਿ ਇਹ ਪਰਵਰਿਸ਼ ਕਰਨ ਦੀਆਂ ਕੋਈ ਕਿਤਾਬਾਂ ਪੜ੍ਹੀਆਂ ਸੀ, ਪਰ ਉਸ ਮਾਹੌਲ ਦੇ ਵਿੱਚ ਅੱਜ ਮਾਹੌਲ ਦੇ ਵਿੱਚ ਬਹੁਤ ਫਰਕ ਹੈਗਾ। ਬਾਲ ਮਾਨਸਿਕਤਾ ਦੇ ਉੱਪਰ
ਬਹੁਤ ਜ਼ਿਆਦਾ ਕੰਮ ਹੋਇਆ ਹੈਗਾ, ਨੌਜਵਾਨਾਂ ਦੀ ਮਾਨਸਿਕਤਾ ਤੇ ਕੰਮ ਹੋਇਆ। ਤੁਸੀਂ ਦੇਖੋ ਕਿਸ਼ੋਰ ਅਵਸਥਾ ਜਿਹੜੀ ਸੀਗੀ, ਮੈਂ ਜਦੋਂ ਵਿਦਿਆਰਥੀ ਸੀਗਾ ਸਾਡੇ ਸਿਲੇਬਸ ਦੇ ਵਿੱਚ ਕੋਈ ਕਿਸ਼ੋਰ ਅਵਸਥਾ ਜਿਹੜੀ ਸੀਗੀ ਉਹ ਕੋਈ ਇੱਕ ਚੈਪਟਰ ਨਹੀਂ ਸੀਗਾ, ਜਦੋਂ ਕਿ ਹੁਣ ਅਸੀਂ ਪੂਰਾ ਦਾ ਪੂਰਾ ਇੱਕ ਬਹੁਤ ਵੱਡਾ ਮਤਲਬ ਕਿ ਸਾਡੇ ਸਬਜੈਕਟ ਹੈਗਾ ਅਡੋਲੈਸੈਂਟ ਹੈਲਥ ਦਾ ਉੱਪਰ। ਤਾਂ ਕਹਿਣ ਦਾ ਮਤਲਬ ਜਦੋਂ ਸਾਰਾ ਕੁਝ ਇੰਨਾ ਤੇਜ਼ੀ ਦੇ ਨਾਲ ਬਦਲਿਆ ਹੈਗਾ, ਤਾਂ ਇਸ ਕਰਕੇ ਮਾਂ ਪਿਓ ਨੂੰ ਵੀ ਜਿਹੜੀ ਹੈਗੀ ਹੈ ਉਹ ਪਰਵਰਿਸ਼ ਦੇ ਬਾਰੇ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਅਪਡੇਟ ਕਰਕੇ ਰੱਖਣਾ ਚਾਹੀਦਾ ਹੈ ਕਿ ਬੱਚੇ ਅਸਲ ਤੇ ਚਾਹੁੰਦੇ ਕੀ ਨੇ, ਬੱਚੇ ਦੀ ਮਾਨਸਿਕਤਾ ਇਸ ਉਮਰ ਤੇ ਕੀ ਲੋੜਾਂ ਉਹਨਾਂ ਦੀ ਹੈਗੀਆਂ ਨੇ। ਖੁਰਾਕ ਅਸੀਂ ਦੇ ਰਹੇ ਹੈਗੇ ਆ, ਵਧੀਆ ਖੁਰਾਕ ਤੱਕ ਦੇ ਸਕਦੇ ਹਾਂ ਜਿੰਨਾ ਮਾਂ ਪਿਓ ਕੋਲ ਹੈਗੀ ਹੈ। ਉਹਨਾਂ ਦੀਆਂ ਹੋਰ ਮਤਲਬ ਕਿ ਜੀਨ ਪੈਂਟਾਂ ਜਿਹੜੀਆਂ ਹੈਗੀਆਂ ਨੇ ਉਹ ਦੇ ਸਕਦੇ ਆ, ਵਧੀਆ ਮੋਟਰਸਾਈਕਲ ਲੈ ਕੇ ਦੇ ਸਕਦੇ ਆ ਮਹਿੰਗਾ, ਉਹਨਾਂ ਨੂੰ ਕਮਰੇ ਦੇ ਵਿੱਚ ਏਸੀ ਲਾ ਕੇ ਦੇ ਦਿੰਦੇ ਆ ਵੀ ਇਹ ਪੜ੍ਹੇ, ਮਤਲਬ ਕਿ ਹੋਰ ਕਿਤੇ ਕੋਈ ਭਟਕੇ ਨਾ, ਕਿਤੇ ਜਾਵੇ ਨਾ। ਉਹਨੂੰ ਮੋਬਾਈਲ ਬਹੁਤ ਵਧੀਆ ਤੋਂ ਵਧੀਆ ਲਿਆ ਕੇ ਦੇ ਸਕਦੀ ਹੈ, ਪਰ ਸਵਾਲ ਹੈਗਾ ਕਿ ਉਹਨਾਂ ਦੀਆਂ ਮਨ ਦੀਆਂ ਜਿਹੜੀਆਂ ਦੇ ਦਿੱਕਤਾਂ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਸਾਹਮਣੇ ਪੇਸ਼ ਮਤਲਬ ਕਿ ਨਹੀਂ ਕਰ ਪਾ ਰਹੇ। ਤਾਂ ਇਹ ਸਾਰੀਆਂ ਜਦੋਂ ਆਪਾਂ ਗੱਲਾਂ ਸਮਝਾਂਗੇ ਤਾਂ ਜਿਹੜਾ ਉਹਦਾ ਬੌਧਿਕ ਵਿਕਾਸ ਵੀ ਵਧੀਆ ਹੋਊਗਾ। ਬੌਧਿਕ ਵਿਕਾਸ ਜਿਹੜਾ ਹੈਗਾ ਮਨੁੱਖ ਦੀ, ਸਾਰੇ ਮਨੁੱਖ ਦੀ ਖਾਸੀਅਤ ਹੈ ਸਵਾਲ ਖੜੇ ਕਰਨੇ। ਇਹ ਸਵਾਲ ਖੜੇ ਕਰਨੇ, ਜਿਗਿਆਸੂ ਹੋਣਾ ਸਾਰਿਆਂ ਦੇ ਵਿੱਚ ਪਹਿਲਾ ਪੌੜੀ ਹੈਗੀ ਹੈ। ਦੂਜਾ ਹੈਗਾ ਸਵਾਲ ਖੜੇ ਕਰਨੇ, ਤੀਸਰਾ ਹੈਗਾ ਸਵਾਲਾਂ ਦੇ ਹੱਲ ਲੱਭਣੇ। ਹੱਲ ਲੱਭਣੇ ਜਿਹੜੇ ਨੇ ਤਾਂ ਹੋਣਗੇ ਜੇ ਅਸੀਂ ਪਹਿਲਾਂ ਸਵਾਲ ਖੜੇ ਕਰਨ ਦੀ ਇਜਾਜ਼ਤ ਦਿਆਂਗੇ। ਅਸੀਂ ਜਦੋਂ ਮਾਂ ਪਿਓ, ਅਧਿਆਪਕ, ਸਾਡਾ ਸਾਰਾ ਤੰਤਰ ਮਤਲਬ ਕਿ ਧਾਰਮਿਕ ਤੋਂ ਲੈ ਕੇ ਰਾਜਨੀਤੀ ਤੱਕ, ਅਸੀਂ ਆਪਣੇ ਸਮਾਜ ਦੇ ਵਿੱਚ ਕਿਸੇ ਨੂੰ ਵੀ ਸਵਾਲ ਖੜੇ ਕਰਨ ਵਾਲੇ ਬੰਦੇ ਨੂੰ ਜਿਹੜਾ ਹੈ ਉਹ ਬਹੁਤ ਵਧੀਆ ਮਤਲਬ ਤਰੀਕੇ ਦੇ ਨਾਲ ਨਹੀਂ ਸਮਝਦੇ, ਨਹੀਂ ਡੀਲ ਕਰਦੇ। ਮੈਂ ਇੱਕ ਚੁਟਕਲੇ ਵਾਲੀ ਗੱਲ ਹੈਗੀ ਹੈ, ਮੈਂ ਤੁਹਾਨੂੰ ਸੁਣਾਉਣਾ ਕਿ ਕਿਵੇਂ ਅਸੀਂ ਬੱਚਿਆਂ ਦੇ ਨਾਲ ਪੇਸ਼ ਆਉਣੇ ਹੈਗੇ ਆ ਤੇ ਬੱਚੇ ਸਾਡੇ ਕਿਹੋ ਜਿਹੇ ਨੇ। ਇੱਕ ਬੱਚਾ ਸੀਗਾ, ਉਹਨੂੰ ਹੋਮਵਰਕ ਮਿਲਿਆ ਕਿ ਵੀ ਤੂੰ ਨਾ ਇਹ ਪਤਾ ਕਰਕੇ ਨਾ ਤੁਹਾਡੇ ਦਾ ਫੈਮਿਲੀ ਟਰੀ ਕੀ ਹੈ, ਤੁਹਾਡੇ ਘਰ ਦਾ ਵਿੱਚ ਕਿਸ ਤਰੀਕੇ ਨਾਲ ਤੁਹਾਡੇ ਦਾਦਾ ਪੜਦਾਦਾ ਆਪਣੇ ਪਰਿਵਾਰ ਬਾਰੇ ਲਿਖ ਕੇ ਆਓ। ਉਹ ਆਇਆ ਆਪਣੇ ਪਿਤਾ ਨੂੰ ਕਹਿੰਦਾ ਕਿ ਪਾਪਾ ਆਪਣੇ ਦਾਦਾ ਜੀ ਜਿਹੜੇ ਸੀਗੇ ਜਾਂ ਦਾਦਾ ਜੀ ਤੋਂ ਪਹਿਲਾਂ ਉਹ ਕਿਵੇਂ ਪੈਦਾ ਹੋਏ ਸੀਗੇ। ਉਹ ਕਹਿੰਦਾ ਕਿ ਦਾਦਾ ਜੀ ਨੂੰ ਪੈਦਾ ਹੋਏ ਸੀਗੇ, ਤੇਰੀ ਦਾਦੀ ਜਿਹੜੀ ਸੀਗੀ ਉਹ ਗਈ ਸੀਗੀ ਆਪਣੇ ਮੰਦਿਰ ਦੇ ਵਿੱਚ ਤੇ ਉੱਥੇ ਮਾਤਾ ਨੂੰ ਉਹਨੇ ਮਤਲਬ ਕਿ ਅਰਦਾਸ ਕੀਤੀ ਤੇ ਉਹਨੇ ਕੀਤਾ ਕਿ ਵੀ ਸਾਨੂੰ ਇੱਕ ਬੱਚਾ ਦੇ ਦੇ ਤੇ ਉਹਨੇ ਦੇ ਦਿੱਤਾ। ਓਕੇ, ਉਹਨੇ ਡਾਇਰੀ ਦੇ ਵਿੱਚ ਲਿਖ ਲਿਆ। ਉਹਨੇ ਕਿਹਾ ਤੁਸੀਂ ਕਿਵੇਂ ਪੈਦਾ ਹੋਏ? ਉਹਨੇ ਕਿਹਾ ਕਿ ਵੀ ਐਵੇਂ ਹੀ ਤੇਰੀ ਜਿਹੜੇ ਮੰਮੀ ਤੇ ਪਾਪਾ ਤੇ ਦਾਦੀ ਸੀਗੇ ਉਹ ਗਏ ਸੀਗੇ ਕਿਤੇ ਡੇਰੇ ਤੇ ਉਹਨਾਂ ਡੇਰੇ ਜਿਹੜੇ ਆਪਣੇ ਗੁਰੂ ਹੈਗੇ ਨੇ ਉਹਨਾਂ ਨੂੰ ਜਾ ਕੇ ਮੱਥਾ ਟੇਕਿਆ ਤੇ ਉਹਨਾਂ ਨੇ ਮਤਲਬ ਕਿ ਕਿਹਾ ਸਾਨੂੰ ਬੱਚਾ ਚਾਹੀਦਾ। ਐਵੇਂ ਉਹਨੇ ਫਿਰ ਮਤਲਬ ਕਿ ਜਿਹੜੀ ਹੈਗੀ ਹੈ ਆਪਣੇ ਐਸੇ ਤਰੀਕੇ ਦੱਸਿਆ, ਉਹ ਲਿਖੀ ਗਿਆ। ਤੇ ਅਖੀਰ ਤੇ ਜਦੋਂ ਦੇਖਿਆ ਵੀ ਸਾਰੀ ਗੱਲ ਹੋ ਗਈ ਤਾਂ ਬੱਚਾ ਉਹਨੂੰ ਕਹਿ ਰਿਹਾ ਹੈ, ਅੱਛਾ ਪਾਪਾ, ਇਹਦਾ ਮਤਲਬ ਇਹ ਹੋਇਆ ਕਿ ਸਾਡੇ ਪਰਿਵਾਰ ਦੇ ਵਿੱਚ ਨਾਰਮਲ ਡਿਲੀਵਰੀ ਕੋਈ ਨਹੀਂ ਹੋਈ। ਤਾਂ ਤੁਸੀਂ ਹਿਸਾਬ ਲਗਾਓ ਕਿ ਬੱਚੇ ਨੂੰ ਪਤਾ ਹੈਗਾ ਨਾਰਮਲ ਡਿਲੀਵਰੀ ਦਾ, 15-16 ਸਾਲ ਦੇ ਬੱਚੇ ਨੂੰ। ਜੇ ਤੁਸੀਂ ਕਹੋਗੇ ਵੀ ਇਹ ਮੈਂ ਵੈਸੇ ਵਧਾ ਚੜਾ ਕੇ ਕਹਿ ਰਿਹਾ, ਨਹੀਂ ਗੱਲ ਹੈਗੀ। ਅੱਜ ਟੈਲੀਵਿਜ਼ਨ ਦੇ ਵਿੱਚ ਤੁਸੀਂ ਦੇਖ ਰਹੇ ਹੋ, ਟੈਲੀਵਿਜ਼ਨ ਦੇ ਵਿੱਚ ਇੱਕ ਸੀਰੀਅਲ ਆ ਰਿਹਾ ਹੈਗਾ, ਇੱਕ ਲੇਡੀ ਹੈਗੀ ਹੈ, ਉਹ ਪ੍ਰੈਗਨੈਂਟ ਹੈਗੀ ਹੈ ਤੇ ਜਦੋਂ ਉਹਨੂੰ ਪੇਨ ਸਟਾਰਟ ਹੁੰਦੇ ਨੇ ਉੱਥੇ ਐਂਬੂਲੈਂਸ ਆਉਂਦੀ ਹੈ, ਐਂਬੂਲੈਂਸ ਦੇ ਵਿੱਚ ਉਸ ਲੇਡੀ ਨੂੰ ਲੈ ਕੇ ਜਾਇਆ ਜਾਂਦਾ ਹੈਗਾ। ਉਹ ਸਾਰੇ ਸੀਨ ਦੇਖ ਰਿਹਾ, ਉਹਨੂੰ ਸੀਕੁਐਂਸ ਪਤਾ ਹੈਗਾ ਸਾਰਾ। ਇੱਥੋਂ ਤੱਕ ਕਿ ਆਪਾਂ ਜੇ ਕਹੀਏ ਵੀ ਹੁਣ ਟੈਲੀਵਿਜ਼ਨ ਹੁਣ ਆਇਆ ਹੈਗਾ, ਅਸੀਂ ਪਹਿਲਾਂ ਵੀ ਗੱਲ ਕਰਦੇ ਆ ਕਿ ਅੱਜ ਤੋਂ 30-40 ਸਾਲ 50 ਸਾਲ ਪਹਿਲਾਂ ਘਰ ਦੇ ਵਿੱਚ ਮਾਸੀ ਆਈ ਵੀ ਹੈ, ਭੂਆ ਆਈ ਵੀ ਹੈ, ਜਾਂ ਮਦਰ ਹੀ ਹੈਗੀ ਹੈ ਜਿਹਦਾ ਦੂਸਰਾ ਬੱਚਾ ਹੈਗਾ, ਅਸੀਂ ਅਕਸਰ ਕਹਿੰਦੇ ਹਾਂ ਕਿ ਤੇਰਾ ਭਰਾ ਆਉਣ ਵਾਲਾ ਹੈ, ਤੇਰੀ ਭੈਣ ਆਉਣ ਵਾਲੀ ਹੈ। ਇਹ ਉਹਨੂੰ ਆਪਾਂ ਜਿਹੜਾ ਪੇਟ ਜਿਹੜਾ ਉਹਦਾ ਵਧਿਆ ਹੁੰਦਾ ਉਹਨੂੰ ਦੇਖ ਕੇ ਅਸੀਂ ਗੱਲ ਕਰਦੇ ਹੈਗੇ ਆ। ਉਹਨੂੰ ਇਹਨਾਂ ਗੱਲਾਂ ਦਾ ਥੋੜਾ ਜਿਹਾ ਪਤਾ ਹੈਗਾ। ਅਸੀਂ ਜਦੋਂ ਜਵਾਬ ਦੇਣ ਲੱਗਦੇ ਹਾਂ ਅਸੀਂ ਉਹਨੂੰ ਸੋਚਦੇ ਨਹੀਂ, ਅਸੀਂ ਉਸ ਨੂੰ ਉਹਦੇ ਨਾਲ ਜੋੜਦੇ ਨਹੀਂ ਵੀ ਅਸਲ ਦੇ ਵਿੱਚ ਅਸੀਂ ਜਿਹੜਾ ਹੈ ਕਿ ਜਵਾਬ ਕੀ ਦੇ ਰਹੇ ਹੈਗੇ ਆ। ਤਾਂ ਕਹਿਣ ਦਾ ਮਤਲਬ ਬੱਚੇ ਦੀ ਜਿਹੜੀ ਇਨਫੋਰਮੇਸ਼ਨ ਹੈ ਇਸ ਵੇਲੇ ਬਹੁਤ ਜ਼ਿਆਦਾ ਹੈਗੀ ਹੈ। ਅਸੀਂ ਉਸ ਇਨਫੋਰਮੇਸ਼ਨ ਨੂੰ ਜਦੋਂ ਅਸੀਂ ਕਰਕੇ ਤੇ ਅਸੀਂ ਜਦੋਂ ਉਹਨੂੰ ਸਮਝਦੇ ਹਾਂ ਕਿ ਅਸੀਂ ਜਿਵੇਂ ਮਰਜ਼ੀ ਟਰਕਾ ਸਕਦੇ ਹੈਗੇ ਆ, ਅਸੀਂ ਇਹਨੂੰ ਜੋ ਮਰਜ਼ੀ ਬਹਾਨਾ ਲਾ ਕੇ ਇਹਦੀ ਜਿਗਿਆਸਾ ਨੂੰ ਸ਼ਾਂਤ ਕਰ ਸਕਦੇ ਹੈਗੇ ਆ, ਅਸੀਂ ਭੁਲੇਖੇ ਵਿੱਚ ਹੁੰਦੇ ਹੈਗੇ ਆ। ਉਹ ਆਪ ਵੀ ਲੱਭ ਸਕਦਾ ਹੈਗਾ। ਅੱਜ ਉਹਦੇ ਕੋਲੋਂ ਬਹੁਤ ਸਾਰੇ ਸਾਧਨ ਨੇ। ਜਿਹੜੀ ਮੈਂ ਗੱਲ ਕੀਤੀ ਕਿ ਬੱਚੇ ਆਪਣੇ ਦੋਸਤਾਂ ਤੇ ਡਿਪੈਂਡੈਂਟ ਇਸ ਕਰਕੇ ਹੁੰਦੇ ਨੇ, ਜਿਹੜਾ ਸਵਾਲ ਉਹ ਆਪਣੇ ਮਾਂ ਪਿਓ ਤੋਂ ਪੁੱਛਦਾ ਹੈਗਾ, ਮਾਂ ਪਿਓ ਸਹੀ ਜਵਾਬ ਨਹੀਂ ਦੇ ਰਹੇ। ਨਹੀਂ ਸਹੀ ਜਵਾਬ ਕੀ, ਉਹਨੂੰ ਤਸੱਲੀ ਨਹੀਂ ਹੋ ਰਹੀ। ਜਵਾਬ ਤਾਂ ਉਹ ਬਚਪਨ ਦੇ ਵਿੱਚ ਵੀ ਲੈ ਰਿਹਾ ਸੀਗਾ ਤੇ ਮੰਨ ਰਿਹਾ ਸੀਗਾ, ਪਰ ਹੁਣ ਉਹਦੀ ਤਸੱਲੀ ਨਹੀਂ ਹੁੰਦੀ। ਉਹਨੂੰ ਲੱਗਦਾ ਵੀ ਨਹੀਂ ਇਹ ਗੱਲ ਕੋਈ ਬਹੁਤ ਜਚੀ ਨਹੀਂ ਮੈਨੂੰ। ਫਿਰ ਉਹ ਆਪਣੇ ਦੋਸਤਾਂ ਤੋਂ ਪੁੱਛਦਾ ਹੈਗਾ, ਉਹਨਾਂ ਦੋਸਤਾਂ ਨੂੰ ਡਿਸਕਸ ਕਰਦਾ ਹੈਗਾ। ਹੁਣ ਦੋਸਤਾਂ ਨੂੰ ਤਾਂ ਜਿਹੜਾ ਹੈਗਾ ਉਹ ਕਿਹੜਾ ਬਹੁਤਾ ਪਤਾ ਹੈਗਾ, ਉਨੀ ਉਮਰ ਦੇ ਉਹ ਹੈਗੇ ਨੇ, ਉਹਨਾਂ ਨੂੰ ਥੋੜਾ ਵੱਧ ਪਤਾ ਹੋਊਗਾ, ਜਾਂ ਉਹ ਕਿਸੇ ਸੀਨੀਅਰ
ਤੋਂ ਪੁੱਛ ਲੂਗਾ ਤਾਂ ਉਹ ਉਹਨੂੰ ਫਿਰ ਜਿਹੜੀ ਉਹਦੇ ਕੋਲ ਇਨਫੋਰਮੇਸ਼ਨ ਹੈਗੀ ਹੈ, ਉਹ ਭਟਕਾਉਣ ਵਾਲੀ ਇਨਫੋਰਮੇਸ਼ਨ ਵੱਧ ਹੁੰਦੀ ਹੈਗੀ ਹੈ। ਜੇ ਉਹ ਸੈਕਸ ਨਾਲ ਸੰਬੰਧਿਤ ਸਮੱਸਿਆਵਾਂ ਦੀ ਗੱਲ ਕਰਦਾ ਹੈਗਾ ਤਾਂ ਉਹ ਉਸ ਨੂੰ ਕਿਸੇ ਕੋਠੇ ਤੇ ਲਿਜਾ ਸਕਦਾ ਹੈਗਾ। ਜਿਹੜੀ ਅਸੀਂ ਏਡਸ ਦੀ ਗੱਲ ਕਰਦੇ ਹੈਗੇ ਆ, ਉਹ ਉਹਨੂੰ ਉੱਥੇ ਲਿਜਾ ਸਕਦਾ ਹੈਗਾ। ਉਹ ਉਸ ਨੂੰ ਹੋਰ ਭਟਕਾ ਹੋਊਗਾ, ਹੋਰ ਉਹਦੇ ਮਨ 'ਚ ਸਵਾਲ ਹੋਣਗੇ ਤਾਂ ਉਹਦੇ ਮਨ ਦੇ ਸਵਾਲ ਸ਼ਾਂਤ ਕਰਨਾ ਤੇ ਉਹਨੂੰ ਨਸ਼ਿਆਂ ਵਾਲੇ ਪਾਸੇ ਲਿਜਾ ਸਕਦਾ ਹੋਊਗਾ। ਉਹ ਜਿਹੜਾ ਬੰਦਾ ਹੈਗਾ, ਜਿਹੜਾ ਉਸ ਤੋਂ ਜਿਹੜੀ ਦੋਸਤੀ ਹੈਗੀ ਹੈ, ਉਹ ਜਿਹੜਾ ਉਹਦੇ ਵਿੱਚ ਸਾਡੇ ਜਿਹੜੇ ਇਹੋ ਜਿਹੇ ਵੱਡੇ ਸੀਨੀਅਰ ਬੰਦੇ ਬੈਠੇ ਹੁੰਦੇ ਨੇ, ਥੋੜੇ ਜਿਹੇ ਵੱਧ ਮਤਲਬ ਕਿ ਜਿਹੜੇ ਪਹਿਲਾਂ ਇਸ ਤੋਂ ਹੋ ਚੁੱਕੇ ਹੁੰਦੇ ਨੇ, ਜਿਨ੍ਹਾਂ ਨੂੰ ਥੋੜਾ ਜਿਹਾ ਵੱਧ ਪਤਾ ਹੁੰਦਾ ਹੈ, ਤੇ ਜਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਤਸਕਰ ਨੇ ਜਾਂ ਹੋਰ ਇਹੋ ਜਿਹੇ ਲੋਕ ਨੇ, ਉਹਨਾਂ ਨੇ ਬਿਠਾਇਆ ਹੁੰਦਾ ਹੈ, ਉਹ ਫਿਰ ਇਹਨਾਂ ਹਾਲਾਤਾਂ ਦਾ ਜਿਹੜਾ ਹੈਗਾ ਉਹ ਫਾਇਦਾ ਉਠਾਉਂਦੇ ਆ। ਨਸ਼ਿਆਂ ਦੇ ਬਾਰੇ ਵੀ ਇਹ ਗੱਲ ਕਹੀ ਗਈ ਹੈਗੀ ਹੈ ਕਿ ਮਾਂ ਪਿਓ ਦੀ ਵਧੀਆ ਪੇਰੈਂਟਿੰਗ ਹੋਵੇ ਤੇ ਵਧੀਆ ਜਿਹੜੇ ਉਹਦੇ ਦੋਸਤ ਹੋਣ, ਤਾਂ ਮਤਲਬ ਕਿ ਉਹ ਜਿਹੜਾ ਬੱਚਾ ਹੈਗਾ ਉਹ ਕਿਸੇ ਤਰੀਕੇ ਨਾਲ ਨਸ਼ਿਆਂ ਦੇ ਵਿੱਚ ਨਹੀਂ ਉਲਝਦਾ। ਕਿਉਂਕਿ ਦੂਜੀ ਗੱਲ ਹੈਗੀ, ਜੇ ਪਰਿਵਾਰ ਦਾ ਮਾਹੌਲ ਵਧੀਆ ਨਹੀਂ ਹੈਗਾ ਤਾਂ ਫਿਰ ਜਿਹੜੇ ਉਹ ਨਸ਼ੇ ਜਦੋਂ ਪਾਈ ਦੇਵੇ, ਕਿਉਂਕਿ ਇਹ ਉਮਰ ਹੈਗੀ ਹੈ ਇੱਕ ਪੀਅਰ ਪ੍ਰੈਸ਼ਰ ਦੀ, ਉਹਨਾਂ ਦੇ ਆਪਣੇ ਸਾਥੀਆਂ ਦੇ ਦਬਾਅ ਦੀ, ਤੇ ਉਹ ਜਿਹੜੇ ਸਾਥੀਆਂ ਦਾ ਦਬਾਅ ਹੈਗਾ ਤਾਂ ਜਦੋਂ ਉਹਨੂੰ ਕਹਿੰਦੇ ਨੇ ਵੀ ਚੱਲ ਚੱਲ ਕਰ ਲੈ ਕੋਈ ਗੱਲ ਨਹੀਂ, ਹੁਣ ਜਵਾਨੀ ਵਿੱਚ ਨਹੀਂ ਕਰੇਗਾ ਤਾਂ ਫਿਰ ਕਦੋਂ ਕਰੇਗਾ, ਹੁਣ ਤੂੰ ਛੱਡ ਸਕਦਾ ਹੈ, ਹੁਣ ਤੂੰ ਇੱਕ ਵਾਰ ਟਰਾਈ ਕਰਕੇ ਤਾਂ ਦੇਖ, ਕੋਈ ਬੜੀ ਮਜ਼ੇ ਵਾਲੀ ਗੱਲ ਹੈਗੀ ਹੈ, ਸਾਰੀ ਜ਼ਿੰਦਗੀ ਪਈ ਹੈ ਨਾ, ਤੂੰ ਅੱਜ ਟਰਾਈ ਕਰ, ਕੱਲ ਨੂੰ ਛੱਡਦੀ ਨਾਲ ਲੱਗ ਸਾਡੇ ਆਈ ਮਗਰ। ਉਹ ਅਲਟੀਮੇਟਲੀ ਉਹਨਾਂ ਦੇ ਦਬਾਅ ਹੇਠ ਆ ਜਾਂਦਾ ਹੈਗਾ, ਕਿਉਂਕਿ ਉਹਨੂੰ ਚੈਲੰਜ ਕੀਤਾ ਜਾ ਰਿਹਾ ਹੁੰਦਾ ਹੈਗਾ ਵੀ ਮੈਨੂੰ ਜਾਂ ਤੂੰ ਹੁਣ ਬੱਚਾ ਥੋੜਾ ਰਿਹਾ, ਹੁਣ ਤੇਰੀਆਂ ਮੁੱਛਾਂ ਗਾੜੀਆਂ ਆ ਗਈਆਂ, ਹੁਣ ਤੂੰ ਹਰੇਕ ਗੱਲ ਮਾਂ ਪਿਓ ਤੋਂ ਪੁੱਛ ਕੇ ਥੋੜਾ ਹੀ ਕਰੇਗਾ, ਹੋਰ ਡਿਸੀਜ਼ਨ ਵੀ ਜ਼ਿੰਦਗੀ ਜਿਵੇਂ ਲੈ ਰਿਹਾ ਹੁੰਦਾ ਕਿ ਨਹੀਂ ਮੇਰੇ ਮਾਂ ਪਿਓ ਨੂੰ ਪਤਾ ਚੱਲ ਜਾਊਗਾ, ਤਾਂ ਉਹ ਇਸ ਹਾਲਾਤ ਦੇ ਵਿੱਚ ਉਹ ਦਬਾਅ ਵਿੱਚ ਆ ਜਾਂਦਾ ਹੈਗਾ। ਤੇ ਇਹੋ ਜਿਹੇ ਕਈ ਉਹਨੂੰ ਫੈਸਲੇ ਕਰਨੇ ਪੈਂਦੇ ਹੈਗੇ ਨੇ, ਉਹ ਦਬਾਅ ਹੇਠ ਹੋ ਜਾਂਦੇ ਹੈਗੇ ਨੇ। ਫਿਰ ਜੇ ਦਬਾਅ ਹੇਠ ਕਰਤਾ, ਗਲਤੀ ਹੋ ਗਈ, ਤੇ ਹੁਣ ਜੇ ਘਰ ਦਾ ਮਾਹੌਲ ਵਧੀਆ ਹੋਵੇ, ਉਹਨੂੰ ਪਤਾ ਹੋਵੇ ਕਿ ਮੈਂ ਮਾਂ ਪਿਓ ਨੂੰ ਜਾ ਕੇ ਦੱਸਾਂਗਾ ਕਿ ਪਾਪਾ ਮੇਰੇ ਤੋਂ ਅੱਜ ਇਹ ਗਲਤੀ ਹੋ ਗਈ, ਮੰਮੀ ਅੱਜ ਮੇਰੇ ਤੋਂ ਆਹ ਪੈਰ ਗਲਤ ਪੁੱਟਿਆ ਗਿਆ, ਤਾਂ ਉਹ ਆਰਾਮ ਨਾਲ ਸੁਣਨ ਵਾਲੇ ਹੋਣਗੇ, ਹਿੰਮਤ ਦੇਣ ਵਾਲੇ ਹੋਣਗੇ, ਤੇ ਉਹਨੂੰ ਦਿਲਾਸਾ ਦੇਣਗੇ ਵੀ ਕੋਈ ਗੱਲ ਨਹੀਂ ਪੁੱਤ, ਹੋ ਜਾਂਦੀਆਂ ਨੇ ਇਸ ਉਮਰ ਤੇ ਗਲਤੀਆਂ, ਕੋਈ ਗੱਲ ਨਹੀਂ ਹੈ, ਵਧੀਆ ਕੀਤਾ ਜਿਹੜਾ ਤੂੰ ਮੈਨੂੰ ਦੱਸਤਾ ਹੈ ਨਾ, ਹੁਣ ਵੀ ਆਪਾਂ ਸੰਭਲ ਜਾਾਂਗੇ ਤਾਂ ਕੋਈ ਗੱਲ ਨਹੀਂ ਹੈਗੀ, ਆਪਾਂ ਤੇਰਾ ਹੱਲ ਕੱਢਦੇ ਹੈਗੇ। ਜਦੋਂ ਕਿ ਉਹਨੂੰ ਪਤਾ ਹੈਗਾ ਕਿ ਵੀ ਜੇ ਮੈਂ ਗੱਲ ਕੀਤੀ ਤਾਂ ਸਭ ਤੋਂ ਪਹਿਲਾਂ ਮਤਲਬ ਕਿ ਮੈਨੂੰ ਮਾਰ ਕੁੱਟ ਪੈਣੀ ਸ਼ੁਰੂ ਹੋ ਜਾਂਦੀ, ਮੇਰੇ ਨਾਲ ਮਤਲਬ ਕਿ ਇੰਨਾ ਗੁੱਸੇ ਨਾ ਹੋ ਸਕਦਾ ਕਿ ਮੈਨੂੰ ਘਰੋਂ ਕੱਢ ਦਿੱਤਾ ਜਾਵੇ, ਜਾਂ ਮਤਲਬ ਕਿ ਉਹਨੂੰ ਸਜ਼ਾ ਨਜ਼ਰ ਆਉਂਦੀ ਹੈ ਮਾਂ ਪਿਓ ਦੀ ਹਰੇਕ ਹਰਕਤ ਦੇ ਵਿੱਚੋਂ। ਪਰ ਕਹਿਣ ਦਾ ਮਤਲਬ ਫਿਰ ਉਹ ਗੱਲ ਨਹੀਂ ਕਰੂਗਾ, ਫਿਰ ਫਿਰ ਦੁਬਾਰਾ ਫਸੂਗਾ, ਫਿਰ ਗੱਲ ਨਹੀਂ ਕਰੂਗਾ, ਫਿਰ ਫਸੂਗਾ, ਤੇ ਅਲਟੀਮੇਟਲੀ ਜਦੋਂ ਸਮੱਸਿਆ ਉਸ ਹੱਦ ਤੱਕ ਪਹੁੰਚ ਜਾਂਦੀ ਹੈਗੀ ਹੈ ਤਾਂ ਫਿਰ ਉਹ ਪਤਾ ਚੱਲ ਹੀ ਜਾਂਦੀ ਹੈਗੀ ਹੈ, ਉਹ ਲੁਕਦੀ ਨਹੀਂ ਫਿਰ। ਕਿਉਂਕਿ ਜਦੋਂ ਤੁਸੀਂ ਨਸ਼ੇ ਥੋੜੇ ਕਰਦੇ ਹੋ ਤੇ ਤੁਸੀਂ 2-4 ਘੰਟੇ ਬਾਅਦ ਆਉਂਦੇ, ਉਹਦਾ ਅਸਰ ਨਹੀਂ ਹੁੰਦਾ, ਮਾਂ ਪਿਓ ਨੂੰ ਪਤਾ ਨਹੀਂ ਚੱਲਦਾ। ਪਰ ਜਦੋਂ ਉਹ ਇਹੋ ਜਿਹਾ ਫਿਰ ਨਸ਼ਾ ਕਰਨ ਲੱਗ ਪੈਂਦਾ ਹੈਗਾ ਤੇ ਘਰੇ ਵੀ ਰੱਖਣ ਲੱਗ ਪੈਂਦਾ ਹੈਗਾ ਤਾਂ ਫਿਰ ਮਾਂ ਪਿਓ ਨੂੰ ਪਤਾ ਚੱਲ ਜਾਂਦਾ ਹੈਗਾ। ਤਾਂ ਕਹਿਣ ਦਾ ਮਤਲਬ ਕਿ ਇਹ ਪਹਿਲਾਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ, ਆਪਾਂ ਵਿਕਾਸ ਸਾਵਾਂ ਹੋਊਗਾ ਜੇ ਅਸੀਂ ਉਹਨੂੰ ਪ੍ਰੋਪਰ ਸਮਝਾਂਗੇ, ਉਹਦੀ ਲੋੜ ਕੀ ਹੈ ਖੁਰਾਕ ਦੀ, ਅਸੀਂ ਸਮਝਾਂਗੇ ਉਹਦੀਆਂ ਸੈਕਸ ਜਿਹੜਾ ਹੈਗਾ ਉਹ ਕਿਵੇਂ ਮਤਲਬ ਕਿ ਸਹਿਜ ਤਰੀਕੇ ਨਾਲ, ਨਾਰਮਲ ਤਰੀਕੇ ਨਾਲ ਡਿਵੈਲਪ ਕਰ ਰਿਹਾ ਹੈਗਾ, ਤੇ ਇਸ ਵਕਤ ਇਸ ਦੇ ਨਾਲ ਜਿਹੜੀਆਂ ਉਹਨੂੰ ਉਲਝਣਾਂ ਨੇ ਸੈਕਸ ਸੰਬੰਧੀ, ਉਹਨੂੰ ਕਿਵੇਂ ਐਡਰੈਸ ਕਰਨਾ ਚਾਹੀਦਾ ਹੈਗਾ। ਜਿਹੜੀ ਮੁੰਡਿਆਂ ਦੇ ਵਾਸਤੇ ਮੈਂ ਇੱਕ ਗੱਲ ਹੋਰ ਜੋੜਦਾ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਬੱਚਾ ਜਿਹੜਾ ਹੈਗਾ ਉਹ ਵੀਰਜ ਖਾਰਜ ਕਰ ਰਿਹਾ ਹੈਗਾ, ਰਾਤ ਨੂੰ ਸੁਪਨ ਦੋਸ਼ ਦੇ ਵਿੱਚ ਉਹਦਾ ਵੀਰਜ ਖਾਰਜ ਹੋ ਰਿਹਾ ਹੁੰਦਾ ਹੈ, ਸਵੇਰੇ ਮਾਂ ਪਿਓ ਨੂੰ ਪਤਾ ਚੱਲ ਜਾਂਦਾ ਹੈ ਕੱਪੜਿਆਂ ਤੋਂ ਵੀ ਇਹ ਵੀਰਜ ਖਾਰਜ ਹੋਇਆ ਹੈਗਾ, ਤੇ ਬੱਚੇ ਨੂੰ ਵੀਰਜ ਖਾਰਜ ਹੋਣ ਲੱਗ ਪਿਆ ਹੈਗਾ। ਉਹ ਦਿਨ ਜੇ ਤੁਸੀਂ ਬੱਚੇ ਦੇ ਨਾਲ ਖੁਦ ਆਮਨੇ ਸਾਹਮਣੇ ਹੋ ਕੇ ਗੱਲਬਾਤ ਨਹੀਂ ਕਰਦੇ ਤਾਂ ਫਿਰ ਸਾਡੇ ਜਿਹੜੇ ਤਾਕਤ ਤੇ ਜਵਾਨੀ ਵਾਲੇ ਬੋਰਡ ਨੇ, ਫਿਰ ਉਹਨੂੰ ਖਿੱਚ ਕੇ ਲੈ ਜਾਂਦੇ ਹੈਗੇ, ਤੇ ਉਹ ਉੱਥੇ ਉਹ ਲੱਖਾਂ ਹਜ਼ਾਰਾਂ ਰੁਪਇਆ ਖਰਚ ਕਰਦਾ ਹੈਗਾ। ਕਿਉਂਕਿ ਮੈਂ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਨਾਲ ਕਾਫੀ ਮਤਲਬ ਕਿ ਵਿਚਰਿਆ ਹੈਗਾ। ਮੈਂ ਇੱਕ ਕਿਤਾਬ ਵੀ ਲਿਖੀ, ਨੌਜਵਾਨ ਅਤੇ ਸੈਕਸ ਸਮੱਸਿਆਵਾਂ, ਉਹਦੇ ਚੋਂ ਹੀ ਨਿਕਲੀ ਹੈ ਕਿ ਕਿਵੇਂ ਉਹ 10-20 ਹਜ਼ਾਰ ਰੁਪਏ ਦੀਆਂ ਦਵਾਈਆਂ ਦਿੰਦੇ ਨੇ ਤੇ ਅਸਰ ਪੂਰਾ ਨਹੀਂ ਹੁੰਦਾ, ਕਿਉਂਕਿ ਉਹ ਸਿਰਫ ਤੇ ਸਿਰਫ ਐਜੂਕੇਟ ਕਰਨ ਵਾਲਾ ਕੰਪੋਨੈਂਟ ਹੈਗਾ, ਉਹਨੂੰ ਦੱਸਣ ਵਾਲਾ ਕੰਪੋਨੈਂਟ ਹੈਗਾ। ਅੱਜ ਦੀ ਤਰੀਕ ਦੇ ਵਿੱਚ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਸੁਪਨ ਦੋਸ਼ ਹੁੰਦਾ ਹੈਗਾ, ਜਾਂ ਫਿਰ ਉਹ ਹੱਥ ਦੇ ਨਾਲ ਮਾਸਟਰਬੇਸ਼ਨ ਕਰਦੇ ਹੈਗੇ ਨੇ, ਤਾਂ ਉਹ ਫਿਰ ਸੀਮਨ ਬਾਹਰ ਨਿਕਲਦਾ ਹੈਗਾ। ਤੇ ਸਾਡੀ ਜਿਹੜੀ ਬਾਹਰ ਫੈਲੀ ਹੋਈ ਜਿਹੜੀ ਹੈਗੀ ਹੈ ਐਜੂਕੇਸ਼ਨ, ਉਹ ਹੈਗੀ ਹੈ ਕਿ ਜਿਹੜਾ ਇਹ ਸੀਮਨ ਹੁੰਦਾ ਹੈਗਾ, ਵੀਰਜ ਹੁੰਦਾ ਹੈਗਾ, ਇਹ ਬਹੁਤ ਕੀਮਤੀ ਹੁੰਦਾ ਹੈਗਾ, 1 ਬੂੰਦ 80 ਬੂੰਦ ਖੂਨਾਂ ਤੋਂ ਬਣਦੀ ਹੈਗੀ ਵਗੈਰਾ ਵਗੈਰਾ, ਤਾਂ ਉਹ ਉਸ ਨੂੰ ਹੌਲੀ ਹੌਲੀ ਡਿਪਰੈਸ਼ਨ 'ਚ ਲੈ ਜਾਂਦੀ ਹੈ। ਅੱਜ ਤੁਸੀਂ ਸੈਕਟਰੀ ਵਾਰਡ ਦੇ ਵਿੱਚ ਜਾ ਕੇ ਪਤਾ ਕਰ ਲਓ, ਮਨੋਰੋਗ ਵਿਭਾਗ ਦੇ ਵਿੱਚ ਇਹ ਇੱਕ ਨਵੀਂ
ਕਿਸਮ ਦਾ ਡਿਪਰੈਸ਼ਨ ਹੈ ਜਿਹਨੂੰ ਸੀਮਨ ਲਾਸ ਸਿੰਡਰੋਮ ਕਹਿੰਦੇ ਆ। ਸੀਮਨ ਲਾਸ ਨੂੰ ਲੈ ਕੇ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਤੇ ਇਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਪੈਦਾ ਹੁੰਦੀਆਂ ਨੇ। ਇਸੇ ਤਰੀਕੇ ਨਾਲ ਜਦੋਂ ਅਸੀਂ ਫਿਰ ਅਖੀਰ ਤੇ ਜਿਹੜਾ ਗੱਲ ਹੈਗੀ ਆ ਉਹੀ ਆਦੀ ਹੈ ਕਿ ਅਸੀਂ ਉਹਨਾਂ ਦੇ ਸਵਾਲਾਂ ਨੂੰ ਸਮਝੀਏ ਤੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਮਤਲਬ ਕਿ ਨਹੀਂ ਦਿਆਂਗੇ ਫਿਰ ਨਤੀਜੇ ਵਜੋਂ ਕੀ ਆਊਗਾ? ਨਤੀਜੇ ਵਜੋਂ ਜੇ ਅੱਜ ਕਹੀਏ, ਅਸੀਂ ਆਮ ਤੌਰ ਤੇ ਕਹਿੰਦੇ ਆ ਕਿ 15 ਤੋਂ ਲੈ ਕੇ 24 ਸਾਲ ਦੀ ਉਮਰ ਖਾਸ ਤੌਰ ਤੇ ਜਿਹੜਾ ਪੜਾਅ ਹੈਗਾ ਇਹ ਸਭ ਤੋਂ ਸਿਹਤਮੰਦ ਪੜਾਅ ਹੈਗਾ। ਸਾਨੂੰ ਵੀ ਲੱਗਦਾ ਹੈਗਾ ਕਿ ਇਹ ਜਵਾਨੀ ਦੇ ਵਿੱਚ ਬੰਦੇ ਨੂੰ ਕੀ ਹੁੰਦਾ ਹੈਗਾ, ਕੁਝ ਨਹੀਂ ਹੁੰਦਾ, ਆਮ ਤੌਰ ਤੇ ਬਿਮਾਰ ਨਹੀਂ ਹੁੰਦੇ, ਛੋਟੀ ਮੋਟੀ ਬਿਮਾਰੀ ਨਹੀਂ ਲੱਗਦੀ, ਪੇਟ ਖਰਾਬ, ਜ਼ੁਕਾਮ, ਗਲਾ, ਇਹ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਆਮ ਤੌਰ ਤੇ ਸਾਨੂੰ ਕਦੇ ਨਹੀਂ ਲੱਗਦਾ ਕਿ ਇਹਨਾਂ ਨੂੰ ਪ੍ਰੋਬਲਮ ਹੋਈ ਹੈ। ਪਰ ਜਦੋਂ ਅਸੀਂ ਆંકੜੇ ਦੇਖਦੇ ਹਾਂ, 5 ਜਿਹੜੀਆਂ ਚਾਰ ਖਾਸ ਤੌਰ ਤੇ ਜਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਇਸ ਉਮਰ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਮੌਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈਗਾ। ਪਹਿਲੇ ਨੰਬਰ ਤੇ ਏਡਜ਼ ਹੈਗੀ ਹੈ। ਏਡਜ਼ ਦੀ ਬਿਮਾਰੀ ਸਾਡੇ ਦੇਸ਼ ਦੇ ਵਿੱਚ ਤਕਰੀਬਨ 6.5-7 ਲੱਖ ਲੋਕ ਨੇ ਜਿਨ੍ਹਾਂ ਦੇ ਖੂਨ ਦੇ ਵਿੱਚ HIV ਵਾਇਰਸ ਜਿਹੜਾ ਹੈਗਾ ਉਹ ਹੈਗਾ, ਜਿਹੜਾ ਕਿ ਆਪਾਂ ਕਹਿੰਦੇ ਕਿ ਉਹ ਏਡਜ਼ ਨਹੀਂ ਹੁੰਦੀ, ਉਹ ਬਿਮਾਰੀ ਉਹਨਾਂ ਦੇ ਅੰਦਰ ਜਾ ਚੁੱਕੀ ਹੈ, ਵਾਇਰਸ ਜਾ ਚੁੱਕਾ ਹੈਗਾ, ਜਿਹਨੂੰ ਕਿ 6-7 ਸਾਲ ਬਾਅਦ ਉਹ ਬਿਮਾਰੀ ਹੁੰਦੀ ਹੈ। ਜੇ ਮੈਂ ਕਹਾ ਕਿ ਉਹ 6-7 ਲੱਖ ਹੈਗੇ ਨੇ, ਅੱਧੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਦੀ ਉਹ 15 ਤੋਂ 24 ਸਾਲ ਦੇ ਹੁੰਦੇ ਨੇ। 50% ਜਿਹੜੇ ਏਡਜ਼ ਦੇ ਜਿਹੜੇ ਮਰੀਜ਼ ਨੇ ਉਹ 15 ਤੋਂ 24 ਸਾਲ ਦੇ ਹੈਗੇ। ਨੰਬਰ 2 ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਸ਼ਿਆਂ ਦੀ ਜਿਹੜੀ ਸਮੱਸਿਆ ਹੈਗੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਆંકੜੇ ਮਤਲਬ ਕਿ ਸਾਡੇ ਸਾਹਮਣੇ ਆਉਂਦੇ ਨੇ, 70% ਤੋਂ ਲੈ ਕੇ ਤੇ ਹੋਰ ਕਈ ਤਰ੍ਹਾਂ ਦੇ। ਪਰ ਜੇ ਆਪਾਂ ਇਹਨੂੰ ਇਸ ਪਰਿਪੇਖ ਤੋਂ ਸਮਝਣਾ ਹੋਵੇ ਤਾਂ ਉਹ ਇਹ ਹੈਗਾ ਕਿ 15 ਤੋਂ 35 ਸਾਲ ਦੀ ਉਮਰ ਦੇ ਵਿੱਚ ਜਿੰਨੇ ਵੀ ਲੋਕ ਨਸ਼ੇ ਕਰਦੇ ਆ ਉਹਨਾਂ ਦੇ ਵਿੱਚੋਂ ਦੀ 2/3 ਜਿਹੜੇ ਨੇ ਉਹ 15 ਤੋਂ 35 ਸਾਲ ਦੇ ਹੋਣਗੇ। ਜੇ ਤੁਸੀਂ ਟੋਟਲ ਪੰਜਾਬ ਦੀ ਲਿਸਟ ਕੱਢ ਲਓਗੇ, ਜੇ 1000 ਬੰਦਾ ਨਸ਼ੇ ਕਰ ਰਿਹਾ ਹੈਗਾ ਤਾਂ ਉਹਦੇ ਵਿੱਚੋਂ ਦੀ 650 15 ਤੋਂ 35 ਸਾਲ ਦੀ ਉਮਰ ਦੇ ਲੋਕ ਹੋਣਗੇ। ਇਹ ਇੱਕ ਵੱਡਾ ਆંકੜਾ ਹੈਗਾ ਜਿਹੜਾ ਇਸ ਉਮਰ ਦੇ ਨਾਲ ਜੁੜਦਾ ਹੈਗਾ। ਤੀਸਰਾ ਜਿਹੜਾ ਹੈਗਾ ਸੁਈਸਾਈਡ ਦਾ ਹੈਗਾ। ਅਸੀਂ ਰੋਜ਼ ਦੇਖਦੇ ਹਾਂ ਕਿਸਾਨਾਂ ਦੇ ਸੁਈਸਾਈਡ ਤੇ ਬੜੀ ਰਾਜਨੀਤੀ ਹੁੰਦੀ ਹੈ, ਖਬਰਾਂ ਵੀ ਬਣਦੀਆਂ ਨੇ, ਪਰ ਜੇ ਅਸੀਂ ਟੋਟਲ ਦੇਖੀਏ ਪੰਜਾਬ ਦੇ ਵਿੱਚ ਪਿਛਲੇ ਸਾਲ ਕਿੰਨੇ ਲੋਕਾਂ ਨੇ ਖੁਦਕੁਸ਼ੀ ਕੀਤੀ, ਕਿੰਨੀਆਂ ਆਤਮ ਹੱਤਿਆਵਾਂ ਹੋਈਆਂ, ਤਾਂ ਨੰਬਰ 1 ਤੇ ਤੁਹਾਨੂੰ ਸਾਡਾ ਇਹ ਨੌਜਵਾਨ ਨੰਬਰ ਆਊਗਾ, ਨੰਬਰ 2 ਤੇ ਕਿਸਾਨ ਆਣਗੇ, ਫਿਰ ਹੋਰ ਵਰਗ ਆਣਗੇ, ਕੁਝ ਹੋਰ ਆਣਗੇ। ਨੰਬਰ ਦੀ ਗੱਲ ਕਰਦਾ ਤਾਂ ਉਹ ਹੈਗੇ ਹੈ। ਚੌਥੇ ਨੰਬਰ ਤੇ ਜਿਹੜਾ ਹੈਗਾ ਰੋਡ ਟ੍ਰੈਫਿਕ ਐਕਸੀਡੈਂਟ, ਜਿਹੜਾ ਸੜਕਾਂ ਦੇ ਉੱਤੇ ਦੁਰਘਟਨਾਵਾਂ ਹੋ ਰਹੀਆਂ ਹੈਗੀਆਂ ਨੇ, ਜੇ ਉਹ ਫ੍ਰੈਕਚਰ ਹੋ ਕੇ ਜਾਂ ਮਰ ਕੇ ਵੀ ਜਾਂ ਹੋਰ ਕੋਈ ਸਮੱਸਿਆਵਾਂ ਦੇ ਨਾਲ ਜਿਹੜੀਆਂ ਆਉਂਦੇ ਨੇ ਤਾਂ ਐਮਰਜੈਂਸੀ ਦੇ ਵਿੱਚ ਉਹਦੇ ਵਿੱਚ ਵੀ ਸਭ ਤੋਂ ਵੱਡਾ ਜਿਹੜਾ ਹੈ ਸਾਡਾ ਜਿਹੜਾ ਇਹ ਨੌਜਵਾਨ ਵਰਗ ਹੈਗਾ। ਇਹ 4 ਅਲੱਗ-ਅਲੱਗ ਸਾਨੂੰ ਘਟਨਾਵਾਂ, 4 ਅਲੱਗ-ਅਲੱਗ ਜਿਹੜੀਆਂ ਨੇ ਐਂਟੀਟੀ, ਜਿਹਨਾਂ ਨੂੰ ਅਸੀਂ ਸਿੱਧੇ ਤੌਰ ਤੇ ਬਿਮਾਰੀ ਨਹੀਂ ਕਹਿੰਦੇ, ਭਾਵੇਂ ਮਤਲਬ ਕਿ ਨਸ਼ੇ ਨੇ, ਚਾਹੇ ਮਤਲਬ ਕਿ ਸਾਡਾ ਸੁਈਸਾਈਡ ਹੈ, ਤੇ ਚਾਹੇ ਉਹ ਰੋਡ ਟ੍ਰੈਫਿਕ ਐਕਸੀਡੈਂਟ ਨੇ, ਤੇ ਏਡਜ਼ ਦੀ ਬਿਮਾਰੀ ਹੈਗੀ ਹੈ। ਇਹ ਚਾਰੇ ਬਹੁਤ ਵੱਖਰੀਆਂ ਲੱਗਦੀਆਂ ਨੇ, ਪਰ ਇਹਨਾਂ ਦਾ ਜਵਾਬ ਸਾਰਾ ਦਾ ਸਾਰਾ ਸਾਡਾ ਇਹਨਾਂ ਬੱਚਿਆਂ ਦੀ ਜਿਹੜੀ ਇਸ ਵਿਕਾਸ ਹੋ ਰਹੀ ਉਮਰ ਦੇ ਵਿੱਚ ਉੱਠ ਰਹੇ ਸਵਾਲਾਂ ਦਾ ਸਹੀ ਤਰੀਕੇ ਨਾਲ ਜਵਾਬ ਨਾ ਦੇ ਕੇ ਉਹ ਭਟਕਣ ਹੈਗੀ ਹੈ। ਉਸ ਭਟਕਣ ਦੇ ਵਿੱਚੋਂ ਦੀ ਕੋਈ ਜਿਹੜਾ ਹੈਗਾ ਉਹ ਸੈਕਸ ਨਾਲ ਐਕਸਪੈਰੀਮੈਂਟ ਕਰਨ ਚਲਾ ਜਾਂਦਾ ਹੈਗਾ ਤੇ ਏਡਜ਼ ਲੈ ਜਾਂਦਾ ਹੈ, ਕੋਈ ਨਸ਼ਿਆਂ ਨਾਲ ਐਕਸਪੈਰੀਮੈਂਟ ਕਰਨ ਲੱਗਦਾ ਹੈਗਾ ਤੇ ਉਹ ਫਿਰ ਨਸ਼ਾ ਛੁਡਾਊ ਕੇਂਦਰਾਂ ਦਾ ਹਿੱਸਾ ਬਣ ਜਾਂਦਾ ਹੈਗਾ, ਤੇ ਕੋਈ ਆਪਣੇ ਆਪ ਨੂੰ ਇਹ ਦਿਖਾਉਣ ਵਾਸਤੇ ਕਿ ਵੀ ਮੈਂ ਕਿੰਨੇ ਸਪੀਡ ਦੇ ਨਾਲ ਚਲਾ ਸਕਦਾ, ਇਹੋ ਜਿਹੇ ਮੈਂ ਟੇਢੇ ਮੇਢੇ ਮਤਲਬ ਕਿ ਢੰਗ ਦੇ ਨਾਲ ਆਪਣੇ ਵਹੀਕਲ ਚਲਾ ਸਕਦਾ, ਤੇ ਉਹਦੇ 'ਚ ਉਹ ਖੁਸ਼ੀ ਮਹਿਸੂਸ ਕਰਦਾ ਹੈਗਾ, ਉਹਨੂੰ ਤਸੱਲੀ ਮਹਿਸੂਸ ਹੁੰਦੀ ਹੈ ਕਿ ਮੇਰੀ ਕੋਈ ਪਛਾਣ ਹੈਗੀ ਹੈ, ਤੇ ਫਿਰ ਉਹ ਰੋਡ ਟ੍ਰੈਫਿਕ ਐਕਸੀਡੈਂਟ ਦਾ ਕਾਰਨ ਬਣਦਾ ਹੈਗਾ। ਤਾਂ ਕਹਿਣ ਦਾ ਮਤਲਬ ਇਹ ਸਾਰੇ ਦੇ ਸਾਰੇ ਇਹ ਜਿਹੜੇ ਨੇ ਇਹ ਵੱਖ-ਵੱਖ ਅਲਾਮਤਾਂ ਜ਼ਰੂਰ ਨੇ, ਪਰ ਇਹਨਾਂ ਦੀ ਜੜ ਜਿਹੜੀ ਹੈਗੀ ਨਾ ਕਿਤੇ ਸਾਡੇ ਇਸ ਸਮਝਣ ਦੇ ਵਿੱਚ ਪਈ ਹੈ ਕਿ ਉਹਨਾਂ ਦਾ ਵਿਕਾਸ ਮਤਲਬ ਕਿ ਕਿਹੋ ਜਿਹਾ ਹੋ ਰਿਹਾ ਹੈਗਾ। ਇਹਨਾਂ ਦੀ ਜਿਹੜੀ ਹੈਗੀ ਹੈ ਜਿਹੜਾ ਸਮਾਜਿਕ ਮਾਨਸਿਕ ਜਿਹੜਾ ਵਿਕਾਸ ਹੈ ਉਹਦੇ ਵਾਸਤੇ ਸਾਨੂੰ ਇੱਕ ਸੈਲਫ ਸਾਇੰਸ ਤੇ ਸੋਸ਼ਲ ਸਕਿੱਲ ਇੱਕ ਮਤਲਬ ਕਿ ਵੱਖਰੀ ਮਤਲਬ ਕਿ ਇੱਕ ਹੈਗੀ ਹੈ, ਕਹਿ ਲਓ ਕਿ ਇਹਨਾਂ ਦੇ ਵਾਸਤੇ ਟ੍ਰੇਨਿੰਗ ਉਹ ਇੱਕ ਬਣਾਉਣੀ ਚਾਹੀਦੀ ਹੈ, ਤੇ ਸਕੂਲਾਂ ਦੇ ਵਿੱਚ ਜਾਂ ਮਤਲਬ ਕਿ ਘਰੇ ਵੀ ਜੇ ਮਾਂ ਪਿਓ ਨੂੰ ਪਤਾ ਹੋਵੇ, ਮਾਂ ਪਿਓ ਇਸ ਗੱਲ ਦੀ ਟ੍ਰੇਨਿੰਗ ਲੈਣ। ਇਸ ਦੀ ਆਪਾਂ ਫਿਰ ਕਦੇ ਵਿਸਤਾਰ 'ਚ ਗੱਲ ਕਰਾਂਗੇ ਕਿ ਉਹ ਕਿਹੜੀਆਂ ਮਤਲਬ ਕਿ ਸੋਸ਼ਲ ਸਕਿੱਲਸ ਨੇ ਤੇ ਕਿਹੜੀਆਂ ਉਹ ਸੈਲਫ ਸਾਇੰਸ ਹੈਗੀ ਹੈ। ਵੀ ਆਮ ਤੌਰ ਤੇ ਕਹਿੰਦੇ ਆਰਟ ਆਫ ਲਿਵਿੰਗ, ਮੈਂ ਕਹਿੰਦਾ ਸਾਇੰਸ ਆਫ ਲਿਵਿੰਗ ਹੈਗੀ ਹੈ।
ਇਹ ਜੀਵਨ ਦਾ ਵਿਗਿਆਨ ਹੈ। ਅਸੀਂ ਇਹਨੂੰ ਹੂੰ। ਵਿਗਿਆਨਕ ਦ੍ਰਿਸ਼ਟੀਕੋਣ ਦੇ ਨਾਲ ਸਮਝੀਏ ਕਿ ਵੀ ਇਹ ਕਿਹੜੀਆਂ ਨੌਜਵਾਨਾਂ ਦੀਆਂ ਲੋੜਾਂ ਨੇ, ਜਿਨ੍ਹਾਂ ਨੂੰ ਮਤਲਬ ਕਿ ਉਹਨਾਂ ਨੂੰ ਸਮੇਂ-ਸਮੇਂ ਜਿਉਂ-ਜਿਉਂ ਉਹ ਬੱਚਾ 12-13 ਸਾਲ ਦੀ ਉਮਰ ਦੇ ਵਿੱਚ ਆਪਣਾ ਪੜਾਅ ਜਿਹੜਾ ਹੈਗਾ ਉਹ ਬਦਲ ਰਿਹਾ ਹੈਗਾ, ਤੇ ਜਿਵੇਂ-ਜਿਵੇਂ ਉਹ 12 ਦਾ, 13 ਦਾ, 14 ਦਾ, 15 ਦਾ ਉਹਨੂੰ ਅਸੀਂ ਇਹ ਨਹੀਂ ਹੈ ਕਿ ਅਸੀਂ ਉਹਨੂੰ ਇੱਕ ਹਫ਼ਤੇ ਦੇ ਸਿਲੇਬਸ ਵਾਂਗ ਕਰੀਏ, ਪਰ ਪਹਿਲਾਂ ਸਾਨੂੰ ਪਤਾ ਹੋਵੇ, ਫਿਰ ਅਸੀਂ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਜਿਹੜੇ ਨੇ ਮੁਹਾਰਤਾਂ ਸਿਖਾਈਏ ਵੀ ਜ਼ਿੰਦਗੀ ਵਧੀਆ ਕਿਵੇਂ ਜੀਦੀ ਹੈ, ਕਿਵੇਂ ਬਗੈਰ ਸਮੱਸਿਆਵਾਂ ਜੀਦੀ ਹੈ। ਉਹ ਆਪਾਂ ਕਿਸੇ ਵਕਤ ਵੱਖਰੇ ਤੌਰ ਤੇ ਉੱਤੇ ਉਹਨੂੰ ਆਪਾਂ ਵਿਸਤਾਰ ਇੱਕ ਵੱਖਰਾ ਸੈਸ਼ਨ ਲਵਾਂਗੇ। ਠੀਕ ਹੈ ਜੀ। ਇਹ ਗੱਲ ਤੇ ਆਖਰੀ ਗੱਲ ਜਿਹੜੀ ਹੈਗੀ ਹੈ ਉਹ ਮੈਂ ਮਤਲਬ ਕਿ ਕਰਕੇ ਗੱਲ ਖਤਮ ਕਰਦਾ। ਵੈਸੇ ਤਾਂ ਉਸ ਤੇ ਵੀ ਮਤਲਬ ਕਿ ਪੂਰਾ ਸੈਸ਼ਨ ਹੋ ਸਕਦਾ। ਉਹ ਹੈਗਾ ਕਿ ਸਾਡੇ ਸਮਾਜ ਦੇ ਵਿੱਚ ਨੌਜਵਾਨਾਂ ਦੇ ਲਈ ਰੋਲ ਮਾਡਲ ਕੌਣ ਹੈ। ਇਹ ਮਤਲਬ ਕਿ ਸਮੱਸਿਆ ਹੈਗੀ ਹੈ। ਮੈਂ ਤੁਹਾਨੂੰ ਸਿਰਫ ਇੱਕ ਸਰਵੇ ਦੀ ਗੱਲ ਕਰਦਾ। ਮੈਂ ਮੈਡੀਕਲ ਕਾਲਜ ਦੇ ਵਿੱਚ ਜਦੋਂ ਮੇਰੇ ਕੋਲ ਬੱਚੇ ਆਉਂਦੇ ਹੈ ਤਾਂ ਮੈਂ ਉਹ 17 ਸਾਲ ਦੀ ਉਮਰ ਤੇ ਜਦੋਂ ਦਾਖਲ ਹੁੰਦੇ ਹੈ, ਮੈਂ ਉਹਨਾਂ ਦੇ ਕੋਲੋਂ 5-7 ਸਵਾਲ ਪੁੱਛਦਾ ਵੀ ਤੁਸੀਂ ਕਿੰਨੀ ਤਿਆਰੀ ਕੀਤੀ, ਕਿੰਨਾ ਖਰਚਾ ਆਇਆ, ਕਿੰਨੇ ਪੈਸੇ ਲੱਗੇ ਇੱਥੇ ਪਹੁੰਚਣ ਦੇ ਵਾਸਤੇ। ਜਿਵੇਂ ਅੱਜ ਕੱਲ੍ਹ ਲੋਕੀ ਜਾਂਦੇ ਆ ਬੱਚੇ ਟ੍ਰੇਨਿੰਗ ਕਰਨ ਦੇ ਵਾਸਤੇ ਪਹਿਲਾਂ ਹੀ, ਤੇ ਉਹਦੇ 'ਚ ਇੱਕ ਸਵਾਲ ਹੁੰਦਾ ਕਿ ਤੁਹਾਡਾ ਰੋਲ ਮਾਡਲ ਕੌਣ ਹੈ। ਤੇ ਉਹ ਰੋਲ ਮਾਡਲ ਉਹਨੂੰ ਮੈਂ ਉੱਥੇ ਲਿਖ ਵੀ ਦਿੰਦਾ ਵੀ ਮਾਂ ਪਿਓ ਨੇ, ਅਧਿਆਪਕ ਹੈ, ਜਾਂ ਮਤਲਬ ਕਿ ਕੋਈ ਹਿਸਟੋਰੀਕਲ ਪਰਸਨੈਲਿਟੀ ਹੈ, ਕੋਈ ਰਿਲੀਜੀਅਸ ਪਰਸਨੈਲਿਟੀ ਹੈ, ਜਿਸ 'ਚ ਮੈਂ ਭਗਤ ਸਿੰਘ ਦਾ ਨਾਮ, ਗੁਰੂ ਗੋਬਿੰਦ ਸਿੰਘ ਦਾ ਨਾਮ, ਮਦਰ ਟਰੇਸਾ ਦਾ, ਇੱਥੋਂ ਤੱਕ ਕਿ ਐਕਟਰ, ਸੈਲੀਬ੍ਰਿਟੀ, ਕ੍ਰਿਕਟਰ, ਉਹਨਾਂ ਦੇ ਨਾਮ ਵੀ ਲਿਖਦਾ, ਜਾਂ ਕੋਈ ਹੋਰ, ਜਾਂ ਕੋਈ ਨਹੀਂ ਹੈਗਾ। ਇਹ ਵੀ ਆਪਸ਼ਨਸ ਹੁੰਦੀਆਂ ਹੈਗੀਆਂ ਨੇ। ਤਾਂ ਇਹਨੇ ਮਤਲਬ ਕਿ ਇੱਕ ਇਸ ਗੱਲ ਨੇ ਮੈਨੂੰ ਹੈਰਾਨ ਕੀਤਾ। ਦੋ ਜਿਹੜੀਆਂ ਆਉਂਦੀਆਂ ਖਾਸ ਤੌਰ ਤੇ ਜਦੋਂ ਇਹਨਾਂ ਦੇ ਕੋਲ ਮੇਰੇ ਕੋਲ ਨਤੀਜੇ ਨਿਕਲੇ, ਇੱਕ ਤਾਂ ਇਹ ਸੀਗਾ ਕਿ ਤਕਰੀਬਨ 30-40% ਬੱਚੇ ਜਿਹੜੇ ਉਹ ਕਹਿੰਦੇ ਨੇ ਕਿ ਸਾਡਾ ਸਮਾਜ ਵਿੱਚ ਕੋਈ ਰੋਲ ਮਾਡਲ ਨਹੀਂ ਹੈਗਾ। ਰੋਲ ਮਾਡਲ ਨਾ ਹੋਣਾ ਜਿਹੜਾ ਹੈਗਾ ਨਾ, ਉਹ ਆਪਣੇ ਆਪ ਦੇ ਵਿੱਚ ਇੱਕ ਸਮਝਣਾ ਚਾਹੀਦਾ ਵੀ ਉਹ ਕ੍ਰਾਈਸਿਸ ਹੈ, ਇੱਕ ਖਤਰਾ ਹੈਗਾ। ਕਿਉਂਕਿ ਹਰੇਕ ਬੰਦੇ ਕੋਲੋਂ ਮੈਂ ਕਹਿੰਦਾ ਕਿ ਵੀ ਮੈਂ ਅੱਜ ਤਕਰੀਬਨ ਕਹਿ ਲਓ ਵੀ ਆਪਣੇ 60 ਸਾਲ ਪਾਰ ਕਰ ਚੁੱਕਾ। ਮੇਰੇ ਸਾਹਮਣੇ ਵੀ ਅੱਜ ਇੱਕ ਰੋਲ ਮਾਡਲ ਰਹਿੰਦਾ ਹੈ ਕਿ ਵੀ ਮੈਂ ਜਿੰਨਾ ਵੀ ਹੋਰ ਸਮਾਂ ਮੇਰੇ ਕੋਲ ਹੈਗਾ, ਮੈਂ ਉਸ ਆਦਮੀ ਤੇ ਜਿੰਨਾ ਬਣ ਕੇ ਦਿਖਾਣਾ ਹੈ, ਕਰਕੇ ਦਿਖਾਣਾ ਹੈਗਾ। ਹਰੇਕ ਉਮਰ ਦੇ ਹੁੰਦਾ ਹੈ, ਪਰ ਨੌਜਵਾਨੀ ਦੀ ਸ਼ੁਰੂਆਤ ਹੈ, ਉਦੋਂ ਦਾ ਰੋਲ ਮਾਡਲ ਹੋਣਾ ਚਾਹੀਦਾ ਹੈ। ਮਾਂ ਪਿਓ ਰੋਲ ਮਾਡਲ ਨਹੀਂ ਹੈਗੇ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ 2.5-3-4 ਲੱਖ ਰੁਪਏ ਦੀ ਪਹਿਲਾਂ ਇੱਥੇ ਦਾਖਲੇ ਦੇ ਵਾਸਤੇ ਟ੍ਰੇਨਿੰਗ ਕਰਵਾਈ ਹੈਗੀ ਹੈ। ਉਹ ਨਹੀਂ ਹੈਗੇ। 25-30% ਬੱਚਿਆਂ ਦੇ ਹੈ ਨਹੀਂ। ਦੂਸਰਾ ਜਿਹੜਾ ਸੀਗਾ, ਖਾਸ ਤੌਰ ਤੇ ਮੈਡੀਕਲ ਕਾਲਜ ਦੇ ਪਰਿਪੇਖ ਦੇ ਵਿੱਚ ਗੱਲ ਕਰ ਰਿਹਾ ਕਿ ਕਿਸੇ ਵੀ ਬੱਚੇ ਦਾ ਰੋਲ ਮਾਡਲ ਟੀਚਰ ਨਹੀਂ ਹੈਗਾ। ਉੱਥੇ ਚਲੋ ਬਣ ਸਕਦੀ ਹੈ ਕਿ ਇੱਥੇ ਜਦੋਂ ਬੱਚਾ ਆ ਰਿਹਾ 2.5-3 ਲੱਖ ਰੁਪਇਆ ਦਾ ਉਹ ਕੋਰਸ ਕਰ ਰਿਹਾ, +2 ਤੋਂ 10ਵੀਂ ਤੋਂ ਬਾਅਦ ਹੀ +1 +2 ਸਾਰੇ ਬੱਚੇ ਬਾਹਰ ਕਰਦੇ ਆ, ਸਕੂਲ ਦੇ ਵਿੱਚ ਕੋਈ ਨਹੀਂ ਜਾਂਦਾ। ਉਹ ਕੋਟੇ ਜਾਂਦੇ ਆ, ਚੰਡੀਗੜ੍ਹ ਜਾਂਦੇ ਆ, ਹੋਰ ਸ਼ਹਿਰਾਂ 'ਚ ਜਾਂਦੇ ਆ, ਆਪਣੇ ਇੱਥੇ ਉਹਨਾਂ ਦੀ ਫੇਕ ਹਾਜ਼ਰੀ ਲੱਗ ਰਹੀ ਹੁੰਦੀ ਹੈ। ਇਸ ਕਰਕੇ ਟੀਚਰ ਨੇ ਉਹਨਾਂ ਨੂੰ ਕਦੇ ਉਸ ਤਰੀਕੇ ਨਾਲ ਪੜ੍ਹਾਇਆ ਹੀ ਨਹੀਂ, ਉਹ ਪੇਸ਼ ਵੀ ਨਹੀਂ ਆਏ। ਤਾਂ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਮੈਂ ਵਿੱਦਿਆ ਖਰੀਦੀ ਹੈ, ਮੈਨੂੰ ਵਿੱਦਿਆ ਮਿਲੀ ਨਹੀਂ ਹੈਗੀ। ਤਾਂ ਇਸ ਕਰਕੇ ਟੀਚਰ ਰੋਲ ਮਾਡਲ ਨਹੀਂ ਹੈਗਾ। ਇਹ ਵੀ ਇੱਕ ਸਾਡੇ ਸਮਾਜ ਵਿੱਚ ਕ੍ਰਾਈਸਿਸ ਹੈਗਾ। ਹੋ ਸਕਦਾ ਕਿ ਯੂਨੀਵਰਸਿਟੀ ਦੇ ਵਿੱਚ ਹੋਰ ਉਸ ਤੋਂ ਬਾਅਦ ਕੋਈ ਟੀਚਰ ਵਧੀਆ ਉਹਨਾਂ ਨੂੰ ਮਿਲ ਜਾਏ ਟੀਚਰ, ਇਹ ਵੀ ਮੈਂ ਕਹਿੰਦਾ ਕਿ ਬਿਲਕੁਲ ਹੀ ਨਹੀਂ ਹੈਗਾ। ਪਰ ਮੈਂ ਤੁਹਾਨੂੰ ਇਹ ਐਗਜ਼ੈਕਟ ਦੱਸ ਰਿਹਾ ਜੋ ਸੱਚਾਈ ਹੈ। ਡਾਕਟਰ ਸਾਹਿਬ, ਇਹ ਗੱਲ ਸੱਚਾਈ ਹੈ। ਇਹ ਇਸ ਗੱਲ 'ਚ 100% ਸੱਚਾਈ ਕਹਿ ਸਕਦੇ ਹਾਂ। ਔਰ ਟੀਚਰਸ ਵੀ ਇਹ ਹੈ ਕਿ ਮੈਂ ਵਿਚਰ ਰਿਹਾ ਟੀਚਰਸ ਦੇ ਵਿੱਚ 98% ਟੀਚਰਸ ਦੇ ਵਿੱਚ ਉਹ ਅਬਿਲਿਟੀ ਨਹੀਂ ਹੈਗੀ ਕਿ ਉਹ ਆਪਣੇ ਬੱਚਿਆਂ ਦੇ ਰੋਲ ਮਾਡਲ ਬਣ ਸਕਣ। ਤਾਂ ਇਸ ਕਰਕੇ ਨਾ ਇਹ ਦੋਵੇਂ ਗੱਲਾਂ ਹੀ ਵੀ ਇੱਕ ਰੋਲ ਉਹ ਨਾ ਹੋਣਾ, ਕਿਸੇ ਦਾ ਰੋਲ ਮਾਡਲ ਹੀ ਨਾ ਹੋਣਾ, ਤੇ ਦੂਸਰਾ ਕਿ ਟੀਚਰ ਦਾ ਰੋਲ ਮਾਡਲ ਨਾ ਹੋਣਾ। ਉਹਦੇ ਪੇਰੈਂਟਸ ਵੀ ਹੈਗੇ ਨੇ ਜਿਹੜੇ ਬੱਚੇ ਨੇ ਸ਼ਾਹਰੁਖ ਖਾਨ ਨੂੰ ਆਪਣਾ ਰੋਲ ਮਾਡਲ ਬਣਾਇਆ ਹੈਗਾ, ਕਿਸੇ ਨੇ ਐਸ਼ਵਰਿਆ ਰਾਏ ਨੂੰ ਰੋਲ ਮਾਡਲ ਬਣਾਇਆ ਹੈਗਾ, ਜਾਂ ਮਤਲਬ ਕਿ ਸਚਿਨ ਤੰਦੂਲਕਰ ਨੂੰ ਰੋਲ ਮਾਡਲ ਕਹਿ ਰਿਹਾ ਹੈਗਾ। ਉਹਦੇ ਸਾਹਮਣੇ ਪਹਿਲੇ ਨੰਬਰ ਤੇ ਮਾਂ ਪਿਓ ਹੈਗੇ ਨੇ ਜਿਨ੍ਹਾਂ ਨੇ ਪੂਰੀ ਮਤਲਬ ਕਿ 17 ਸਾਲ ਤੱਕ ਉਸ ਨੂੰ ਇੱਕ ਪੂਰੇ ਦੇ ਪੂਰੇ ਪਰਿਪੇਖ ਦੇ ਵਿੱਚ ਉਹਨੂੰ ਪੜ੍ਹਾਇਆ ਹੈਗਾ, ਲਿਆਂਦਾ ਹੈਗਾ, ਤੇ ਮੈਡੀਕਲ ਕਾਲਜ ਦਾਖਲ ਕਰਵਾ ਕੇ ਗਏ ਨੇ। ਉਹ ਨਹੀਂ ਹੈਗਾ। ਤਾਂ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਅਗਲਾ ਸਵਾਲ ਇਹ ਵੀ ਸੀਗਾ ਕਿ ਵੀ ਤੁਸੀਂ ਕੀ ਦੇਖਣਾ ਚਾਹੁੰਦੇ ਰੋਲ ਮਾਡਲ ਦੇ ਵਿੱਚ। ਜਿਸ ਤਰ੍ਹਾਂ ਮੈਂ ਕਿਹਾ ਕਿ ਆਪਾਂ ਰੋਲ ਮਾਡਲ ਤੇ ਵੀ ਇੱਕ ਵੱਖਰੀ ਮਤਲਬ ਕੀ ਹੈਗੀ ਹੈ ਡਿਸਕਸ਼ਨ ਆਪਾਂ ਕਰ ਸਕਦੇ ਹੈਗੇ ਆ ਵੀ ਰੋਲ ਮਾਡਲ ਦੀ ਲੋੜ ਕਿਉਂ ਹੁੰਦੀ ਹੈ, ਰੋਲ ਮਾਡਲ ਨਾ ਹੋਵੇ ਤਾਂ ਕੀ ਨੁਕਸਾਨ ਹੁੰਦੇ ਹੈ। ਤਾਂ ਇਹ ਆਪਾਂ ਮਤਲਬ ਕਿ ਗੱਲਾਂ ਫਿਰ ਵੀ ਕਰ ਸਕਦੇ ਹਾਂ। ਤਾਂ ਫਿਰ ਸਾਰੀ ਗੱਲ ਨੂੰ ਸਮੇਟਦਾ ਹੋਇਆ ਕਿ ਸਾਨੂੰ ਬੱਚਿਆਂ ਦੇ ਪੰਜੋ ਵਿਕਾਸ ਜਿਹੜੇ ਨੇ ਉਹ ਸਮਝਣੇ ਚਾਹੀਦੇ ਹੈਗੇ ਨੇ। ਤੇ ਖਾਸ ਤੌਰ ਤੇ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਹੈ ਬੌਧਿਕ ਵਿਕਾਸ ਦੀ, ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਹਜੇ ਬੱਚੇ ਨੇ,
ਇਹ ਹੁਣ ਭਾਵੇਂ 14 15 16 ਸਾਲ ਦਾ ਸਾਡੇ ਜਿਹੜਾ ਨੌਜਵਾਨ ਹੈਗਾ ਉਹ ਵੀ ਸਾਨੂੰ ਮਾਂ ਪਿਓ ਨੂੰ ਬੱਚਾ ਲੱਗਦਾ ਹੈ। ਉਹ ਠੀਕ ਹੈ, ਉਹ ਬੱਚਾ ਉਹਨੂੰ ਸਮਝਣ, ਪਰ ਜਿਸ ਪਰਿਪੇਖ ਤੋਂ ਉਹਨੂੰ ਬੱਚਾ ਸਮਝਦੇ ਨੇ, ਪਰਵਰਿਸ਼ ਦੇ ਪਰਿਪੇਖ ਤੋਂ ਸਮਝਦੇ ਨੇ, ਉਸ ਪੱਖੋਂ ਸਮਝਣ। ਉਹ ਠੀਕ ਹੈ ਕਿ ਪਰ ਜੋ ਉਹਦੀਆਂ ਲੋੜਾਂ ਨੇ, ਜੋ ਉਹਦੀ ਸਮਝ ਹੈਗੀ ਹੈ, ਜੋ ਉਹਦੀ ਸਮਝ ਵਿਕਸਿਤ ਹੋ ਰਹੀ ਹੈ, ਉਹ ਸਵਾਲ ਖੜੇ ਕਰ ਰਿਹਾ ਹੈ, ਉਹਨਾਂ ਦੀ ਉਹ ਇੱਜ਼ਤ ਕਰਨ। ਸਵਾਲਾਂ ਦੀ ਇੱਜ਼ਤ ਕਰਨਗੇ ਤਾਂ ਉਹ ਉਸ ਨੂੰ ਹੋਰ ਕਈ ਪੱਖਾਂ ਤੋਂ ਮਾਂ ਪਿਓ ਦੀ ਵੀ ਇੱਜ਼ਤ ਕਰੂਗਾ ਤੇ ਉਹਨੂੰ ਵਧੀਆ ਲੱਗੂਗਾ। ਇਹ ਗੱਲ ਵੀ ਜੁੜਦੀ ਹੈਗੀ ਹੈ ਰੋਲ ਮਾਡਲ ਦੇ ਨਾਲ। ਜਦੋਂ ਮਾਂ ਪਿਓ ਜਿਹੜੇ ਨੇ ਉਹਨਾਂ ਦੀਆਂ ਸਮੱਸਿਆਵਾਂ ਦਾ ਜਵਾਬ ਨਹੀਂ ਦਿੰਦੇ, ਸਮੱਸਿਆ ਦੀ ਦਾ ਹੱਲ ਜਿਹੜਾ ਹੈਗਾ ਉਹਨੂੰ ਕਿਤੇ ਹੋਰ ਨਜ਼ਰ ਆਉਂਦਾ ਹੈਗਾ, ਤਾਂ ਫਿਰ ਉਹਦਾ ਰੋਲ ਮਾਡਲ ਬਦਲ ਜਾਂਦਾ ਹੈਗਾ। ਤਾਂ ਇਸ ਕਰਕੇ ਇਹ ਗੱਲ ਵੀ ਜ਼ਰੂਰੀ ਹੈਗੀ ਹੈ। ਤਾਂ ਕਹਿਣ ਦਾ ਮਤਲਬ ਇਹ ਪੰਜੇ ਦੇ ਪੰਜੇ ਸਾਨੂੰ ਸਮਝਣੇ ਚਾਹੀਦੇ ਨੇ। ਤੇ ਖਾਸ ਤੌਰ ਤੇ ਬੌਧਿਕ ਵਿਕਾਸ ਦੇ ਉੱਤੇ ਮੈਂ ਫਿਰ ਵਾਰੀ ਜ਼ੋਰ ਦੇ ਰਿਹਾ ਕਿ ਬੌਧਿਕ ਵਿਕਾਸ ਹੀ ਹੈ ਜਿਹੜਾ ਸਭ ਤੋਂ ਵੱਧ ਜਿਹੜਾ ਸਾਡੇ ਸਮਾਜ ਦੇ ਵਿੱਚ ਇਹ ਮਾਂ ਪਿਓ ਵੱਲੋਂ, ਅਧਿਆਪਕਾਂ ਵੱਲੋਂ ਨੈਗਲੈਕਟਡ ਹੈਗਾ। ਅਸੀਂ ਇਹਨੂੰ ਜੋੜਦੇ ਹਾਂ ਵੀ ਸਵਾਲ ਕਰਨਾ, ਸ਼ਾਇਦ ਇਹ ਬੰਦਾ ਜਿਹੜਾ ਹੈਗਾ ਹੁਣ ਵਿਗੜ ਗਿਆ ਹੈਗਾ ਤੇ ਹੁਣ ਇਹਦੀ ਸੰਗਤ ਮਾੜੀ ਹੋ ਗਈ ਹੈ। ਇਹ ਗੱਲ ਨਹੀਂ ਹੈਗੀ ਹੈ। ਇਹ ਉਸਦਾ ਵਿਕਾਸ ਦਾ ਇੱਕ ਆਪਣਾ ਅਟੁੱਟਵਾਂ ਅੰਗ ਹੈਗਾ, ਕੁਦਰਤੀ ਅੰਗ ਹੈਗਾ। ਸਗੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਖਾਸ ਤੌਰ ਤੇ ਅਧਿਆਪਕ ਦੀ, ਜੇ ਬਹੁਤੇ ਫਰਜ਼ਾਂ ਦੇ ਵਿੱਚੋਂ ਦੀ ਆਪਾਂ ਇੱਕ ਫਰਜ਼ ਲੱਭਣਾ ਹੋਵੇ ਤਾਂ ਉਸ ਨੂੰ ਬੱਚੇ ਨੂੰ ਖੋਜੀ ਬਣਾਉਣਾ ਚਾਹੀਦਾ ਹੈ। ਤੇ ਖੋਜੀ ਬੱਚਾ ਤਾਂ ਬੰਦਾ ਹੈਗਾ ਜੇ ਉਸ ਨੂੰ ਸਵਾਲ ਖੜੇ ਕਰਨੇ ਸਿਖਾਏ ਜਾਣਗੇ ਤੇ ਹੱਲ ਲੱਭਣੇ ਸਿਖਾਏ ਜਾਣਗੇ, ਨਾ ਕਿ ਅਸੀਂ ਉਹਨਾਂ ਨੂੰ ਬਣੇ ਬਣਾਏ ਹੱਲ ਦੇਈਏ। ਤਾਂ ਖੋਜੀ ਬਣਾਉਣਾ ਜਿਹੜਾ ਹੈਗਾ ਉਹ ਅਧਿਆਪਕ ਦਾ ਕੰਮ ਹੋਣਾ ਚਾਹੀਦਾ ਹੈ। ਤੇ ਜਿੱਥੇ ਜੇ ਮਾਂ ਪਿਓ ਵੀ ਇਸ ਗੱਲ ਨੂੰ ਸਮਝਦੇ ਨੇ ਤਾਂ ਮਾਂ ਪਿਓ ਨੂੰ ਵੀ ਇਹ ਰੋਲ ਅਦਾ ਕਰਨਾ ਚਾਹੀਦਾ ਹੈ। ਤੁਸੀਂ ਸਾਰਿਆਂ ਨੇ ਮੇਰੀ ਗੱਲ ਸੁਣੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਮੈਂ ਸਮਝਦਾ ਕਿ ਗੱਲ ਨੂੰ ਜੇ ਸੰਖੇਪ ਕਰਨਾ ਹੋਵੇ, ਸੰਖੇਪ ਸ਼ਬਦਾਂ 'ਚ, ਦੋ ਸ਼ਬਦਾਂ 'ਚ ਗੱਲ ਕਹਿਣੀ ਹੋਵੇ ਕਿ ਬੱਚੇ ਆਪਣੇ ਅਸਲ ਰਸਤੇ ਤੋਂ ਕਿਉਂ ਭਟਕਦੇ ਨੇ, ਉਹਦੇ ਕੀ ਕਾਰਨ ਨੇ, ਤਾਂ ਇਹ ਸਭ ਤੋਂ ਵੱਡੀ ਗੱਲ ਇਹ ਸਪਸ਼ਟ ਅੱਜ ਦੀ ਅਸੀਂ ਇਸ ਸੈਸ਼ਨ ਦੇ ਵਿੱਚ ਸਮਝ ਲਿਆ ਕਿ ਉਹਦੇ 'ਚ ਸਭ ਤੋਂ ਵੱਡਾ ਕਾਰਨ ਨੰਬਰ 1 ਉਹ ਬੱਚੇ ਦੇ ਮਾਪੇ ਨੇ, ਤੇ ਉਸ ਤੋਂ ਬਾਅਦ ਉਹਦਾ ਅਧਿਆਪਕ, ਤੇ ਅਧਿਆਪਕ ਤੋਂ ਬਾਅਦ ਫਿਰ ਕਿਤੇ ਜਾ ਕੇ ਸਮਾਜ ਆਉਂਦਾ ਹੈ। ਜੇ ਅਸੀਂ ਬੱਚੇ ਦੇ ਬਦਲਦੀ ਉਮਰ ਦੇ ਮੁਤਾਬਕ ਉਹਨੂੰ ਸਮਝ ਲਈਏ, ਉਹਦੇ ਸੁਭਾਅ ਦੇ ਵਿੱਚ ਆਉਣ ਵਾਲੀਆਂ ਚੇਂਜਸ ਨੂੰ ਸਮਝ ਲਈਏ, ਤੇ ਮੈਨੂੰ ਨਹੀਂ ਲੱਗਦਾ ਕਿ ਬੱਚਾ ਆਪਣੀ ਲਾਈਨ ਤੋਂ ਭਟਕੇਗਾ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬੜੇ ਸੰਖੇਪ ਦੇ ਵਿੱਚ ਬੱਚੇ ਦੀ ਮਾਨਸਿਕਤਾ ਦੇ ਸੰਬੰਧ 'ਚ ਗੱਲ ਕੀਤੀ। ਬੱਚੇ ਦੀ ਉਮਰ ਦੇ ਵੱਖ-ਵੱਖ ਪੜਾਵਾਂ ਦੇ ਵਿੱਚ ਉਹਦੇ 'ਚ ਕੀ ਚੇਂਜਸ ਆਉਂਦੀਆਂ ਨੇ, ਉਹਨੂੰ ਵਿਕਾਸ ਜਿਹੜੇ ਉਹਦੀ ਡਿਵੈਲਪਮੈਂਟ ਹੋ ਰਹੀ ਹੈ, ਉਹਨੂੰ ਕਿਸ ਰੂਪ 'ਚ ਸਮਝਣਾ ਚਾਹੀਦਾ ਹੈ, ਕੀ ਚੇਂਜਸ ਉੱਥੇ ਆ ਰਹੀਆਂ ਨੇ। ਇਸ ਸਾਰੀ ਗੱਲ ਨੂੰ ਅੱਜ ਇਸ ਸੈਸ਼ਨ ਦੇ ਵਿੱਚ ਸਮਝਾਇਆ। ਹੁਣ ਅਸੀਂ ਸਾਡੇ ਜਿਹੜੇ ਕੁਝ ਦਰਸ਼ਕ ਲਾਈਵ ਜੁੜੇ ਹੋਏ ਨੇ, ਉਹਨਾਂ ਦੇ ਕੁਝ ਸਵਾਲ ਹੋਣਗੇ, ਜੇ ਕੁਝ ਪੁੱਛਣਾ ਚਾਹੁੰਦੇ ਨੇ। ਮੈਨੂੰ ਵੈਸੇ ਇਹ ਲੱਗਦਾ ਹੈ ਕਿ ਬਹੁਤ ਸਾਰੇ ਸਵਾਲਾਂ ਦੇ ਹੱਲ ਜਿਹੜੇ ਨੇ ਉਹ ਅਸੀਂ ਇੱਥੇ ਦੱਸ ਦਿੱਤੇ ਨੇ। ਫਿਰ ਵੀ ਜੇ ਕਿਸੇ ਦੇ ਸਵਾਲ ਹੈ ਤਾਂ ਕੁਲਦੀਪ ਸਿੰਘ ਉਹਨਾਂ ਸਵਾਲਾਂ ਨੂੰ ਸਵਾਗਤ ਕਰੋ।